ਗਿਆਨੀ ਭਜਨ ਸਿੰਘ ਦਾ ਨਾਵਲ ਹੈ ਯਾਰੜੀ ਦਾ ਸੱਥਰ। ਦਸਵਾਂ ਅੰਗ। ਸਰਦਾਰ ਸ਼ੇਰ ਸਿੰਘ ਦੇ ਜਥੇ ਨੇ ਰਾਵੀ ਦੇ ਕੰਢੇ ਮੋਰਚੇ ਬਣਾਏ। ਜੰਗਲ 'ਚ ਤਿਆਰੀ ਕਰਦਿਆਂ ਜੇ ਕੁਝ ਦਿਨ ਹੀ ਬੀਤੇ ਸਨ ਕਿ ਸਰਦਾਰ ਕਪੂਰ ਸਿੰਘ ਨੇ ਇੱਕ ਦਿਨ ਆ ਕੇ ਦੱਸਿਆ ਕਿ ਮੁਲਤਾਨ ਤੋਂ 4 ਲੱਖ ਰੁਪਏ ਲਾਹੌਰ ਦੇ ਖਜ਼ਾਨੇ ਲਈ ਆ ਰਹੇ ਹਨ। ਖਜ਼ਾਨੇ ਦੇ ਨਾਲ 200 ਫੌਜੀ ਜਵਾਨ ਹਨ ਜਿਨ੍ਹਾਂ ਸਾਰਿਆਂ ਪਾਸ ਬੰਦੂਕਾਂ ਹਨ, ਇਸ ਲਈ ਉਹਨਾਂ ਤੋਂ ਖਜ਼ਾਨਾ ਖੋਹਣ ਲਈ ਲੰਮੀ ਚੌੜੀ ਤਿਆਰੀ ਕਰਨ ਦੀ ਲੋੜ ਹੈ। ਨਾਲੇ ਇਹ ਸਰਕਾਰੀ ਫੌਜਾਂ ਨਾਲ ਸਾਡੀ ਪਹਿਲੀ ਅਜਿਹੀ ਟੱਕਰ ਹੋਣੀ ਹੈ ਜਿਸ 'ਚ ਸਰਕਾਰੀ ਫੌਜ ਨੇ ਪਹਿਲ ਨਹੀਂ ਕਰਨੀ, ਅਸੀਂ ਪਹਿਲ ਕਰਨੀ ਹੈ। ਜੇ ਇਸ ਹਮਲੇ 'ਚ ਅਸੀਂ ਸਫਲ ਨਾ ਹੋਏ ਤਾਂ ਅੱਗੋਂ ਲਈ ਬੜਾ ਮੁਸ਼ਕਿਲ ਹੋ ਜਾਏਗਾ। ਸਰਦਾਰ ਸ਼ੇਰ ਸਿੰਘ ਨੇ ਹੱਸ ਕੇ ਕਿਹਾ, ਘਬਰਾਉਣ ਦੀ ਕੋਈ ਲੋੜ ਨਹੀਂ, ਮੇਰਾ ਸਾਰਾ ਜਥਾ ਇਸ ਹਮਲੇ 'ਚ ਸ਼ਾਮਲ ਹੋਏਗਾ ਤੇ ਅਸੀਂ ਭਰੋਸਾ ਦਿਵਾ ਸਕਦੇ ਹਾਂ ਕਿ ਵਾਹਿਗੁਰੂ ਦੀ ਕਿਰਪਾ ਨਾਲ ਜਿੱਤ ਪ੍ਰਾਪਤ ਕਰਾਂਗੇ। ਹੋਰ ਜਥਿਆਂ ਦਾ ਤੁਸੀਂ ਪਤਾ ਕਰ ਲਓ। ਮੈਂ ਮਿਲ ਆਇਆ। ਸਰਦਾਰ ਬਹਾਦਰ ਸਿੰਘ ਦਾ ਜਥਾ ਤਰਨਤਾਰਨ ਕੋਲੋਂ ਟੁਰ ਪਿਆ। ਇਸੇ ਤਰ੍ਹਾਂ ਛਾਂਗੇ ਮਾਂਗੇ ਦੇ ਜੰਗਲ 'ਚੋਂ ਸਰਦਾਰ ਗੱਜਣ ਸਿੰਘ ਦਾ ਜਥਾ ਵੀ ਆ ਰਿਹਾ। ਅਸੀਂ ਸਾਰੇ ਰਲ ਕੇ 400 ਹੋ ਜਾਵਾਂਗੇ। ਮੇਰਾ ਅਨੁਮਾਨ ਹੈ ਕਿ ਅਸੀਂ ਸਰਕਾਰੀ ਖਜ਼ਾਨਾ ਲੁੱਟਣ 'ਚ ਸਫਲ ਹੋ ਜਾਵਾਂਗੇ। ਸਰਦਾਰ ਕਪੂਰ ਸਿੰਘ ਨੇ ਕਿਹਾ, ਤੁਸੀਂ ਫਿਰ ਤਿਆਰੀ ਕਰ ਲਓ ਤੇ ਕੱਲ ਲਾਹੌਰ ਤੋਂ 25 ਮੀਲ ਦੀ ਵਿੱਥ ਤੇ ਅਸੀਂ ਮਿਲਾਂਗੇ। ਅਗਲਾ ਪ੍ਰੋਗਰਾਮ ਤੁਹਾਨੂੰ ਫਿਰ ਉਸੇ ਜੰਗਲ 'ਚ ਹੀ ਦੱਸਾਂਗੇ। ਸਰਦਾਰ ਕਪੂਰ ਸਿੰਘ ਨੇ ਆਪਣੇ ਚਿੱਟੇ ਘੋੜੇ ਨੂੰ ਅੱਡੀ ਲਾਈ। ਝੱਟ ਹੀ ਅੱਖਾਂ ਤੋਂ ਓਹਲੇ ਹੋ ਗਏ। ਸਰਦਾਰ ਸ਼ੇਰ ਸਿੰਘ ਨੇ ਆਪਣੇ ਜਥੇ ਨੂੰ ਇਕੱਠਾ ਕੀਤਾ ਤੇ ਉਹਨਾਂ ਸਾਹਮਣੇ ਬੜੀ ਜੋਸ਼ੀਲੀ ਤਕਰੀਰ ਕੀਤੀ। ਅਖੀਰ 'ਚ ਕਿਹਾ ਕਿ ਅਸੀਂ ਘਰ-ਬਾਰ ਛੱਡੇ ਹਨ, ਇਸ ਲਈ ਨਹੀਂ ਕਿ ਜੰਗਲ 'ਚ ਡੇਰੇ ਲਾਈ ਰੱਖੀਏ, ਸਗੋਂ ਲੋਕਾਂ ਦੇ ਸੁੱਖ ਲਈ, ਉਹ ਸਾਰੇ ਕੰਢੇ ਰਾਹ 'ਚੋਂ ਹਟਾਉਣ ਲਈ ਜਿਨ੍ਹਾਂ ਨੇ ਲੋਕਾਂ ਦਾ ਜੀਵਨ ਔਖਾ ਕਰ ਦਿੱਤਾ ਹੈ। ਸਰਕਾਰੀ ਖਜ਼ਾਨੇ 'ਚ ਰੁਪਏ ਨੂੰ ਨਹੀਂ ਪੁੱਜਣ ਦੇਣਾ ਤੇ ਮੈਨੂੰ ਨਿਸ਼ਚੈ ਹੈ ਕਿ ਤੁਸੀਂ ਆਪਣੀ ਸੀਸ ਤਲੀ ਤੇ ਰੱਖ ਕੇ ਇਸ ਸਰਕਾਰ ਦੀਆਂ ਜੜ੍ਹਾਂ ਪੁੱਟਣ ਲਈ ਮੈਦਾਨ 'ਚ ਨਿਤਰੋਗੇ, ਜਿਹਨੇ ਤੁਹਾਡਾ ਘਰਾਂ 'ਚ ਰਹਿਣਾ ਕਠਿਨ ਹੀ ਨਹੀਂ ਅਸੰਭਵ ਬਣਾ ਦਿੱਤਾ ਹੈ। ਸਰਦਾਰ ਸ਼ੇਰ ਸਿੰਘ ਦੇ ਰੌਂਗਟੇ ਖੜੇ ਸਨ ਤੇ ਅੱਖਾਂ 'ਚ ਲਾਲੀ ਗੁੱਸੇ ਦਾ ਚਿੰਨ੍ਹ ਸੀ। ਦੂਜੇ ਦਿਨ ਸਾਰੇ ਸਿੰਘ ਤਿਆਰ ਹੋ ਕੇ ਉਸੇ ਜੰਗਲ 'ਚ ਪਹੁੰਚ ਗਏ ਜਿੱਥੇ ਕਪੂਰ ਸਿੰਘ ਨੇ ਕਿਹਾ ਸੀ। ਅੱਗੇ ਬੇਹਿਸਾਬੀਆਂ ਰੌਣਕਾਂ ਲੱਗੀਆਂ ਸਨ। ਸਰਦਾਰ ਬਹਾਦਰ ਸਿੰਘ ਤੇ ਗੱਜਣ ਸਿੰਘ ਦੇ ਜਥੇ ਵੀ ਪੁੱਜ ਚੁੱਕੇ ਸਨ। ਸਰਦਾਰ ਕਪੂਰ ਸਿੰਘ ਦਾ ਜਥਾ ਵੀ ਇੱਥੇ ਆ ਗਿਆ, ਪਰ ਆਪ ਉਹ ਕਿਧਰੇ ਗਏ ਹੋਏ ਸਨ। ਝੱਟ ਪਿੱਛੋਂ ਉਹ ਵੀ ਆ ਗਏ ਤੇ ਉਹਨਾਂ ਦੱਸਿਆ ਕਿ ਸ਼ਾਹੀ ਖਜ਼ਾਨਾ ਇਸ ਸਮੇਂ ਉਹਨਾਂ ਤੋਂ 3 ਮੀਲ ਦੀ ਦੂਰੀ ਤੇ ਹੈ। ਸਿਪਾਹੀ ਇਸ ਸਮੇਂ ਸ਼ਰਾਬਾਂ ਪੀ ਰਹੇ ਹਨ ਤੇ ਉਹਨਾਂ ਨੂੰ ਹੋਰ ਕੁਝ ਸਮੇਂ ਤੱਕ ਆਪਣੀ ਹੋਸ਼ ਨਹੀਂ ਰਹਿਣੀ, ਇਸ ਲਈ ਜੇਕਰ ਅਸੀਂ 1 ਘੰਟੇ ਤੱਕ ਹਮਲਾ ਕਰ ਦਈਏ ਤਾਂ ਬਿਨਾਂ ਬਹੁਤੇ ਖੂਨ ਖਰਾਬੇ ਦੇ ਅਸੀਂ ਖਜ਼ਾਨਾ ਪ੍ਰਾਪਤ ਕਰ ਸਕਦੇ ਹਾਂ। ਸਿੰਘਾਂ 'ਚ ਜੋਸ਼ ਫੈਲ ਗਿਆ। ਜਦੋਂ ਦੇ ਘਰਾਂ ਤੋਂ ਨਿਕਲੇ ਸੀ ਕਿਸੇ ਨੇ ਨਾ ਕਦੇ ਕੋਈ ਰਕਮ ਭੇਜੀ ਸੀ, ਨਾ ਹੀ ਆਪ ਜਾਣ ਦਾ ਯਤਨ ਕੀਤਾ ਸੀ। ਇਹੀ ਸੋਚਦੇ ਸੀ ਕਿ ਘਰਾਂ 'ਚ ਜਾ ਕੇ ਘਰਦਿਆਂ ਦੇ ਦੁੱਖੜੇ ਸੁਣੇ ਨਹੀਂ ਜਾਣੇ, ਇਸ ਲਈ ਇੱਕੋ ਵਾਰ ਚੱਲਾਂਗੇ ਜਦੋਂ ਕੁਝ ਬਣ ਜਾਏਗਾ। ਸਿੰਘਾਂ 'ਚ ਉਦੋਂ ਇਹ ਅਟੱਲ ਵਿਸ਼ਵਾਸ ਸੀ ਕਿ ਇਨਕਲਾਬ ਉਹ ਸਾਹਮਣੇ ਆ ਰਿਹਾ ਹੈ, ਕੁਝ ਦਿਨਾਂ ਦੀ ਖੇਡ ਹੈ। ਇਹ ਜ਼ਾਲਮ ਤੇ ਲੋਕ ਵਿਰੋਧੀ ਸਰਕਾਰ ਬਹੁਤੀ ਦੇਰ ਚੱਲ ਨਹੀਂ ਸਕਦੀ। ਸਿੰਘਾਂ ਨੇ ਚਾਰੇ ਪਾਸਿਆਂ ਤੋਂ ਇੱਕੋ ਵੇਲੇ ਹਮਲਾ ਕਰ ਦਿੱਤਾ, ਜਿਸ ਨਾਲ ਸਰਕਾਰੀ ਫੌਜ 'ਚ ਹਫੜਾ ਦਫੜੀ ਮਚ ਗਈ। ਉਹਨਾਂ ਨੂੰ ਸੁਪਨੇ 'ਚ ਵੀ ਖਿਆਲ ਨਹੀਂ ਸੀ ਕਿ 200 ਸਿਪਾਹੀਆਂ ਦੇ ਹੁੰਦਿਆਂ ਸਿੱਖ ਹਮਲਾ ਕਰਨ ਦਾ ਹੌਸਲਾ ਕਰਨਗੇ। ਉਹਨਾਂ ਭਾਣੇ ਸਿੱਖਾਂ ਦੀ ਗਿਣਤੀ ਇੰਨੀ ਥੋੜ੍ਹੀ ਹੈ ਜੋ ਕੁਝ ਵੀ ਨਹੀਂ ਕਰ ਸਕਦੀ, ਪਰ ਉਹ ਇਹ ਨਹੀਂ ਸੀ ਜਾਣਦੇ ਕਿ ਸਿੰਘਾਂ ਦਾ ਪ੍ਰਚਾਰ ਤੇ ਲੋਕਾਂ ਦਾ ਦੁੱਖ ਦਬਾ ਦਬ ਸਿੱਖਾਂ ਦੀ ਗਿਣਤੀ ਵਧਾ ਰਿਹਾ। ਦੁਖੀ ਲੋਕ ਤਾਂ ਸਹਾਰਾ ਟੋਲਦੇ ਪਏ ਸਨ। ਸਿੱਖਾਂ ਦੀ ਲਹਿਰ ਉਹਨਾਂ ਨੂੰ ਮੁਕਤੀ ਦਾ ਸਭ ਤੋਂ ਚੰਗਾ ਸਾਧਨ ਦਿਸਿਆ ਤੇ ਇਹਨਾਂ ਸੰਤ ਸਿਪਾਹੀਆਂ ਨਾਲ ਧੜਾ ਧੜ ਲੋਕ ਰਲਦੇ ਗਏ। ਸਿੰਘਾਂ ਨੇ ਤੇਜ਼ ਹਮਲੇ ਨਾਲ ਸਰਕਾਰੀ ਫੌਜਾਂ ਬੰਦੂਕਾਂ ਵੀ ਨਾ ਸੰਭਾਲ ਸਕੀਆਂ ਤੇ ਥੋੜੀ ਜਿਹੀ ਝੜਪ ਪਿੱਛੋਂ ਹੀ ਸਿੰਘਾਂ ਦਾ ਖਜ਼ਾਨੇ ਤੇ ਕਬਜ਼ਾ ਹੋ ਗਿਆ। ਅੱਧੇ ਫੌਜੀ ਮੈਦਾਨ 'ਚ ਮਰ ਗਏ ਜਾਂ ਜ਼ਖਮੀ ਹੋ ਗਏ ਤੇ ਬਾਕੀ ਆਪਣੀ ਜਾਨ ਬਚਾ ਕੇ ਭੱਜ ਗਏ। 2 ਘੰਟੇ ਪਿੱਛੋਂ ਮੈਦਾਨ 'ਚ ਲਾਸ਼ਾਂ ਪਈਆਂ ਸਨ ਤੇ ਜਾਂ ਸਿੰਘ ਖੜੇ ਸਨ। ਸਰਦਾਰ ਕਪੂਰ ਸਿੰਘ ਨੇ ਉਸੇ ਵੇਲੇ ਮੁਖੀ ਜਥੇਦਾਰਾਂ ਦੀ ਮੀਟਿੰਗ ਸੱਦੀ ਤੇ ਫੈਸਲਾ ਕੀਤਾ ਗਿਆ ਕਿ ਝਟਪਟ ਇਸ ਇਲਾਕੇ ਤੋਂ ਦੂਰ ਚਲੇ ਜਾਣਾ ਚਾਹੀਦਾ ਹੈ। ਸਾਰਾ ਖਜ਼ਾਨਾ ਜਥੇਦਾਰ ਬਹਾਦਰ ਸਿੰਘ ਦੀ ਸੌਂਪਣੀ 'ਚ ਦੇ ਦਿੱਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਉਹ ਬਿਆਸ ਦੇ ਜੰਗਲ 'ਚ ਲੈ ਚੱਲਣ, ਬਾਕੀ ਜਥੇ ਵੀ ਖਿੰਡਰ ਪੁੰਡਰ ਜਾਣ। ਇਹ ਫੈਸਲਾ ਉਸੇ ਵੇਲੇ ਕਰ ਦਿੱਤਾ ਗਿਆ ਕਿ ਇਸ ਵਿੱਚ ਅੱਧੀ ਰਕਮ ਸਾਰੇ ਸਿੰਘਾਂ 'ਚ ਵੰਡ ਦਿੱਤੀ ਜਾਏਗੀ ਤਾਂ ਕਿ ਘਰਾਂ ਨੂੰ ਖਰਚ ਆਦਿ ਲਈ ਭੇਜ ਦੇਣ ਤੇ ਅੱਧੀ ਰਕਮ ਦੇ ਹਥਿਆਰ ਤੇ ਘੋੜੇ ਖਰੀਦ ਕੇ ਜਥੇ ਹੋਰ ਮਜ਼ਬੂਤ ਕੀਤੇ ਜਾਣ। ਮੇਰੇ ਕੋਲ ਇੱਕ ਕੈਦੀ ਹੈ, ਉਹਦਾ ਕੀ ਕੀਤਾ ਜਾਏ? ਜਥੇਦਾਰ ਬਹਾਦਰ ਸਿੰਘ ਨੇ ਕਿਹਾ। ਪੱਟੀ ਦੇ ਫੌਜਦਾਰ ਜਾਫਰ ਬੇਗ ਦਾ ਭਤੀਜਾ ਹੈ। ਉਹਨੇ ਆਪਣੇ ਜਥੇ ਦੇ ਇੱਕ ਸਿੰਘ ਨੂੰ ਇਸ਼ਾਰਾ ਕੀਤਾ ਤੇ ਉਹ ਝੱਟ ਜੰਗਲ 'ਚ ਕਾਦਰ ਬਖਸ਼ ਨੂੰ ਲੈਣ ਲਈ ਚਲਾ ਗਿਆ। ਜਾਫਰ ਬੇਗ ਦਾ ਨਾਮ ਸੁਣ ਕੇ ਸਰਦਾਰ ਸ਼ੇਰ ਸਿੰਘ ਦੇ ਕੰਨ ਖੜੇ ਹੋ ਗਏ।
ਉਹ ਸੋਚੀ ਪੈ ਗਿਆ ਕਿ ਉਹਦਾ ਚਿਹਰਾ ਕੁਝ ਗਮਗੀਨ ਜਿਹਾ ਹੋ ਗਿਆ। ਕੀ ਗੱਲ ਏ, ਤੁਸੀਂ ਬੜੇ ਉਦਾਸ ਹੋ? ਸਰਦਾਰ ਕਪੂਰ ਸਿੰਘ ਨੇ ਪੁੱਛਿਆ। ਕੁਛ ਨਹੀਂ, ਸਰਦਾਰ ਸ਼ੇਰ ਸਿੰਘ ਨੇ ਬਨੌਟੀ ਜਿਹੀ ਮੁਸਕਰਾਹਟ ਚਿਹਰੇ ਤੇ ਲਿਆਉਂਦਿਆਂ ਕਿਹਾ। ਤੁਸੀਂ ਝੱਟ ਕੋ ਪਹਿਲਾਂ ਤਾਂ ਬੜੇ ਖੁਸ਼ ਨਜ਼ਰ ਆ ਰਹੇ ਸੋ, ਪਰ ਹੁਣ ਕੀ ਹੋ ਗਿਆ? ਸਰਦਾਰ ਕਪੂਰ ਸਿੰਘ ਨੇ ਫੇਰ ਪੁੱਛਿਆ। ਨਹੀਂ, ਐਵੇਂ ਕੁਝ ਤਬੀਅਤ ਠੀਕ ਨਹੀਂ, ਸਰਦਾਰ ਸ਼ੇਰ ਸਿੰਘ ਨੇ ਕਹਿ ਕੇ ਟਾਲਿਆ। ਅਸਲ 'ਚ ਜਾਫਰ ਬੇਗ ਦਾ ਨਾਂ ਸੁਣਦਿਆਂ ਸ਼ੇਰ ਸਿੰਘ ਨੂੰ ਆਪਣੀ ਪਤਨੀ ਜੀਤੋ ਯਾਦ ਆ ਗਈ ਤੇ ਉਹਦੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਆ ਗਿਆ ਜਦੋਂ ਵਿਆਹ ਦੇ ਮੰਡਪ ਤੇ ਬੈਠਿਆਂ ਪੰਡਤ ਦੇ ਕਹਿਣ ਤੇ ਉਸ ਜੀਤੋ ਦੇ ਸਿਰ ਤੇ ਹੱਥ ਰੱਖਿਆ ਸੀ ਤੇ ਇੱਕ ਵਾਰ ਉਹਦੇ ਹੱਥ ਨਾਲ ਹੱਥ ਛੁਹਾਇਆ ਸੀ। ਉਹਨੇ ਜੀਤੋ ਦੇ ਮੁਖੜੇ ਦੇ ਦਰਸ਼ਨ ਤਾਂ ਭਾਵੇਂ ਨਹੀਂ ਸੀ ਕੀਤੇ, ਪਰ ਜਿਵੇਂ ਭੂਆ ਦੱਸਦੀ ਸੀ ਉਹਦੇ ਨਾਲ ਦੀ ਸੋਹਣੀ ਕੁੜੀ ਪੂਰੇ ਮਾਝੇ 'ਚ ਨਹੀਂ ਸੀ। ਉਹਨੂੰ ਫੇਰ ਖਿਆਲ ਆ ਗਿਆ ਕਿ ਅੱਜ ਜੀਤੋ ਜਾਫਰ ਬੇਗ ਦੇ ਮਹਿਲਾਂ 'ਚ ਹੋਏਗੀ। ਸ਼ਾਇਦ ਉੱਥੇ ਉਹਨੂੰ ਬੜੀਆਂ ਮੌਜਾਂ ਹੋਣ ਤੇ ਉਹ ਮੰਡਪ ਤੋਂ ਚੁੱਕੇ ਜਾਣ ਦਾ ਦ੍ਰਿਸ਼ ਭੁੱਲ ਗਈ ਹੋਵੇ। ਉਹਦਾ ਸਾਰਾ ਸਰੀਰ ਕੰਬ ਗਿਆ। ਉਹਦੇ ਮਨ ਨੇ ਝੱਟ ਹੀ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਜੀਤੋ ਖੁਸ਼ ਹੋ ਸਕਦੀ ਹੈ। ਜਿਵੇਂ ਮੇਰਾ ਮਨ ਤੜਪਦਾ ਹੈ ਉਹ ਘਟਨਾ ਯਾਦ ਕਰਕੇ, ਇਸੇ ਤਰ੍ਹਾਂ ਅਵਸ਼ ਉਹ ਵੀ ਦੁਖੀ ਹੋਏਗੀ। ਹੋ ਸਕਦਾ ਹੈ ਉਸ ਕੁਝ ਖਾ ਲਿਆ ਹੋਵੇ ਤੇ ਸਦਾ ਦੀ ਨੀਂਦਰੇ ਸੌਂ ਗਈ ਹੋਵੇ। ਇਸ ਖਿਆਲ ਨੇ ਉਹਦੇ ਮਨ ਨੂੰ ਹੋਰ ਦੁਖੀ ਕਰ ਦਿੱਤਾ। ਉਹਦੀਆਂ ਅੱਖਾਂ ਬੰਦ ਹੋ ਗਈਆਂ ਤੇ ਚੁੱਪ ਜ਼ਬਾਨ ਰਾਹੀਂ ਉਸ ਅਕਾਲ ਪੁਰਖ ਪਾਸ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੇਰੀ ਜੀਤੋ ਨੂੰ ਤੱਤੀ ਵਾਹ ਵੀ ਨਾ ਲੱਗੇ, ਉਹ ਜਿਉਂਦੀ ਰਹੇ ਲੱਖ ਸੈ ਵਰਿਆਂ ਤਾਈਂ। ਮੈਨੂੰ ਇੱਕ ਵਾਰ ਮੇਰੀ ਜੀਤੋ ਮਿਲਾ ਦੇ, ਮੈਂ ਜ਼ਿੰਦਗੀ ਲਈ ਹੋਰ ਕੁਝ ਨਹੀਂ ਮੰਗਦਾ। ਇਸ ਤਰ੍ਹਾਂ ਉਹਦੀਆਂ ਬੰਦ ਅੱਖਾਂ ਵਿੱਚੋਂ ਹੀ ਜੀਤੋ ਦੀ ਯਾਦ 'ਚ ਅੱਥਰੂ ਕਿਰਨ ਲੱਗ ਪਏ। ਸਰਦਾਰ ਕਪੂਰ ਸਿੰਘ ਦਾ ਅਚਾਨਕ ਉਧਰ ਧਿਆਨ ਚਲਾ ਗਿਆ। ਸ਼ੇਰ ਸਿੰਘ ਦੀਆਂ ਅੱਖਾਂ 'ਚ ਅੱਥਰੂ ਵਗਦੇ ਵੇਖ ਕੇ ਉਹਨਾਂ ਜਥੇਦਾਰ ਬਹਾਦਰ ਸਿੰਘ ਵੱਲ ਇਸ਼ਾਰਾ ਕੀਤਾ। ਜਥੇਦਾਰ ਬਹਾਦਰ ਸਿੰਘ ਨੇ ਸ਼ੇਰ ਸਿੰਘ ਨੂੰ ਬਾਂਹ ਤੋਂ ਫੜ ਕੇ ਹਿਲਾਇਆ ਤੇ ਪੁੱਛਿਆ, ਕੀ ਗੱਲ ਹੈ ਸ਼ੇਰ ਸਿੰਘ ਜੀ, ਤੁਸੀਂ ਰੋ ਰਹੇ ਹੋ? ਕੁਝ ਨਹੀਂ, ਕਦੋਂ ਰੋ ਰਿਹਾ? ਮੂੰਹ ਦੂਜੇ ਪਾਸੇ ਕਰਕੇ ਅੱਥਰੂ ਪੂੰਝਦਿਆਂ ਸ਼ੇਰ ਸਿੰਘ ਨੇ ਕਿਹਾ, ਐਵੇਂ ਇੱਕ ਪੁਰਾਣੀ ਯਾਦ ਆ ਗਈ ਹੈ ਜਿਸ ਕਰਕੇ ਮਨ ਡੋਲ ਗਿਆ ਹੈ। ਵਾਹ, ਸ਼ੇਰ ਮਰਦ ਵੀ ਕਦੀ ਰੋਂਦੇ ਨੇ? ਫਿਰ ਤੁਸੀਂ ਤਾਂ ਉਂਝ ਵੀ ਸ਼ੇਰ ਸਿੰਘ ਹੋ। ਕਪੂਰ ਸਿੰਘ ਨੇ ਜ਼ਰਾ ਮੁਸਕਰਾਉਂਦਿਆਂ ਕਿਹਾ, ਕੀ ਯਾਦ ਆ ਗਈ ਸੀ? ਮੇਰਾ ਖਿਆਲ ਏ ਇਹਨਾਂ ਜ਼ਿੰਦਗੀ ਵਿੱਚ ਪਹਿਲੀ ਲੜਾਈ ਲੜੀਏ ਤੇ ਬੰਦੇ ਮਰਦੇ ਦੇਖ ਕੇ ਦਿਲ ਦੁਖੀ ਹੋਇਆ। ਸਰਦਾਰ ਬਹਾਦਰ ਸਿੰਘ ਨੇ ਕਿਹਾ, ਨਹੀਂ, ਤੁਸੀਂ ਮੇਰੇ ਬਾਰੇ ਗਲਤ ਅਨੁਮਾਨ ਲਾ ਰਹੇ ਹੋ। ਸ਼ੇਰ ਸਿੰਘ ਬੋਲਿਆ, ਮੈਨੂੰ ਅਸਲ ਗੱਲ ਦੱਸਣੀ ਪਏਗੀ। ਹਾਂ ਹਾਂ, ਜ਼ਰੂਰ ਦੱਸੋ। ਅਸੀਂ ਸਾਰੇ ਭਰਾ ਇਸੇ ਲਈ ਤਾਂ ਇਕੱਠੇ ਹੋਏ ਹਾਂ ਕਿ ਦੁੱਖ ਦੂਰ ਕਰ ਸਕੀਏ। ਜੇ ਅਸੀਂ ਇੱਕ ਦੂਜੇ ਦਾ ਦਰਦ ਵੀ ਨਹੀਂ ਵੰਡਾ ਸਕਦੇ ਤਾਂ ਲੋਕਾਂ ਦਾ ਕੀ ਕਰਾਂਗੇ? ਕਪੂਰ ਸਿੰਘ ਨੇ ਕਿਹਾ, ਮੇਰਾ ਵਿਆਹ ਹੋ ਰਿਹਾ ਸੀ ਜਦ ਜਾਫਰ ਬੇਗ ਦੇ ਸਿਪਾਹੀ ਮੌਕੇ ਤੇ ਪਹੁੰਚ ਗਏ ਤੇ ਮੰਡਪ ਵਿੱਚੋਂ ਹੀ ਮੇਰੀ ਵਹੁਟੀ ਚੁੱਕ ਕੇ ਲੈ ਗਏ। ਅੱਜ ਜਦੋਂ ਸਰਦਾਰ ਬਹਾਦਰ ਸਿੰਘ ਜੀ ਨੇ ਜਾਫਰ ਬੇਗ ਦਾ ਨਾਂ ਲਿਆ ਤਾਂ ਮੈਨੂੰ ਆਪਣੇ ਵਿਆਹ ਦਾ ਦ੍ਰਿਸ਼ ਯਾਦ ਆ ਗਿਆ ਕਿ ਜਦੋਂ ਉਸ ਕਾਰਨ ਮੇਰੇ ਮਨ 'ਚ ਕਮਜ਼ੋਰੀ ਆ ਗਈ। ਇਸ ਤੇ ਮੈਂ ਬੜਾ ਸ਼ਰਮਿੰਦਾ ਹਾਂ। ਸ਼ੇਰ ਸਿੰਘ ਨੇ ਕਹਿ ਕੇ ਅੱਖਾਂ ਨੀਵੀਆਂ ਪਾ ਲਈਆਂ। ਤੇ ਤੁਸੀਂ ਉਸ ਵੇਲੇ ਕੁਝ ਨਾ ਕੀਤਾ? ਸਰਦਾਰ ਕਪੂਰ ਸਿੰਘ ਨੇ ਕਿਹਾ, ਮੇਰੀ ਜੰਜ ਕੋਈ ਸਿੰਘਾਂ ਦੀ ਥੋੜ੍ਹਾ ਸੀ। ਉਸ 'ਚ ਉਹੀ ਲੋਕ ਸ਼ਾਮਲ ਸਨ ਜੋ ਅੱਜ ਵੀ ਇੱਜ਼ਤਾਂ ਲੁਟਾ ਰਹੇ ਨੇ, ਜੁੱਤੀਆਂ ਖਾ ਰਹੇ ਨੇ, ਅਪਮਾਨ ਕਰਾ ਕੇ ਬਗਾਵਤ ਕਰਨ ਦਾ ਹੌਸਲਾ ਵੀ ਨਹੀਂ ਰੱਖਦੇ। ਅੱਜ ਵੀ ਸਰਕਾਰ ਤੇ ਚੌਧਰੀਆਂ ਅੱਗੇ ਹੱਥ ਜੋੜੀ ਜਾ ਰਹੇ ਨੇ ਤੇ ਉਹਨਾਂ ਦੀ ਹਰ ਮੰਗ ਪੂਰੀ ਕਰਨ ਲਈ ਤਿਆਰ ਹਨ। ਮੈਂ ਇਕੱਲਾ ਹੀ ਸਾਂ ਜਿਹਨੇ ਹੱਥ ਉਠਾਇਆ, ਪਰ ਮੇਰੇ ਇਕੱਲੇ ਦਾ ਕੀ ਵਾਸ ਚੱਲਦਾ ਸੀ? ਉਹਨਾਂ ਡਾਂਗਾ ਮਾਰ ਮਾਰ ਕੇ ਮੈਨੂੰ ਬੇਹੋਸ਼ ਕਰ ਦਿੱਤਾ ਤੇ ਚੀਕਾਂ ਮਾਰਦੀ ਮੇਰੀ ਵਹੁਟੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ। ਹੈਂ, ਤੁਸੀਂ ਸਾਨੂੰ ਤੇ ਅੱਜ ਤੱਕ ਦੱਸਿਆ ਨਹੀਂ। ਸਾਡੇ ਨਾਲ ਕਿੰਨੀ ਦੇਰ ਹੀ ਬਿਆਸ ਦੇ ਜੰਗਲਾਂ 'ਚ ਰਹੇ ਹੋ? ਸਰਦਾਰ ਬਹਾਦਰ ਸਿੰਘ ਨੇ ਕਿਹਾ, ਮੈਂ ਨਹੀਂ ਸੀ ਚਾਹੁੰਦਾ ਕਿ ਮੇਰੀ ਇਸ ਕਮਜ਼ੋਰੀ ਦਾ ਪਤਾ ਲੱਗੇ, ਭਾਵੇਂ ਇਹ ਘਟਨਾ ਮੇਰੇ ਸਿੰਘ ਸੱਜਣ ਤੋਂ ਪਹਿਲਾਂ ਦੀ ਹੈ। ਸਰਦਾਰ ਬਹਾਦਰ ਸਿੰਘ ਦਾ ਭੇਜਿਆ ਸਿੰਘ ਜੰਗਲ ਵਿੱਚੋਂ ਡੇਰੇ ਤੋਂ ਕਾਦਰ ਬਖਸ਼ ਨੂੰ ਲੈ ਆਇਆ। ਉਹਦੀਆਂ ਅੱਖਾਂ ਬੰਨੀਆਂ ਸਨ, ਪਿੱਛੋਂ ਮੁਸ਼ਕਾਂ ਕੱਸੀਆਂ ਸਨ। ਸਰਦਾਰ ਬਹਾਦਰ ਸਿੰਘ ਨੇ ਇਸ਼ਾਰਾ ਕੀਤਾ ਤੇ ਉਹਦੀਆਂ ਅੱਖਾਂ ਤੋਂ ਪੱਟੀ ਖੋਲ ਦਿੱਤੀ ਗਈ। ਇਹ ਜੋ ਜਾਫਰ ਬੇਗ ਦਾ ਭਤੀਜਾ ਕਾਦਰ ਬਖਸ਼ ਹੈ, ਮੈਂ ਇਸ ਬਾਰੇ ਕਹਿ ਰਿਹਾ ਸੀ ਕਿ ਇਹਦਾ ਕੀ ਕੀਤਾ ਜਾਏ। ਪਹਿਲਾਂ ਤਾਂ ਇਹਨੂੰ ਮਾਰਨ ਦਾ ਫੈਸਲਾ ਕੀਤਾ ਗਿਆ ਸੀ, ਪਰ ਫਿਰ ਇਹਦੀ ਜਵਾਨੀ ਤੇ ਬਹਾਦਰੀ ਤੇ ਤਰਸ ਆ ਗਿਆ, ਜਿਸ ਕਾਰਨ ਇਹਨੂੰ ਹੁਣ ਤੱਕ ਮਾਰਿਆ ਨਹੀਂ ਗਿਆ, ਸਗੋਂ ਅਸੀਂ ਨਾਲ ਹੀ ਲਈ ਫਿਰਦੇ ਹਾਂ। ਹੁਣ ਸਾਰੇ ਸੋਚ ਲਓ ਇਹਦਾ ਕੀ ਕਰਨਾ ਜੇ। ਸਰਦਾਰ ਬਹਾਦਰ ਸਿੰਘ ਨੇ ਕਿਹਾ, ਇਹਨੂੰ ਮੇਰੇ ਹਵਾਲੇ ਕਰ ਦਿਓ, ਮੈਂ ਇਸ ਬਾਰੇ ਫੈਸਲਾ ਕਰ ਲਵਾਂਗਾ। ਸਰਦਾਰ ਸ਼ੇਰ ਸਿੰਘ ਨੇ ਉਸ ਵੱਲ ਬੜੀ ਨੀਝ ਨਾਲ ਦੇਖਦਿਆਂ ਕਿਹਾ। ਸਰਦਾਰ ਸ਼ੇਰ ਸਿੰਘ ਨੇ ਸੋਚਿਆ ਕਿ ਇਸ ਤੋਂ ਸ਼ਾਇਦ ਪਤਾ ਲੱਗ ਸਕੇ ਕਿ ਜੀਤੋ ਮਰ ਗਈ ਹੈ ਜਾਂ ਅਜੇ ਜਿਉਂਦੀ ਹੈ। ਜੇ ਜਿਉਂਦੀ ਹੈ ਤਾਂ ਕਿੱਥੇ ਹੈ ਤੇ ਕਿਸ ਹਾਲਤ ਵਿੱਚ ਹੈ। ਸਾਰਿਆਂ ਨੇ ਇਹੀ ਸਮਝਿਆ ਕਿ ਸਰਦਾਰ ਸ਼ੇਰ ਸਿੰਘ ਇਸ ਤੋਂ ਆਪਣੀ ਵਹੁਟੀ ਦਾ ਪਤਾ ਕਰਨਾ ਚਾਹੁੰਦਾ ਹੈ। ਇਸ ਲਈ ਕਾਦਰ ਬਖਸ਼ ਨੂੰ ਸ਼ੇਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਤੇ ਇੱਥੋਂ ਕੂਚ
ਕਰਨ ਦੇ ਖਿਆਲ ਨਾਲ ਝਟਪਟ ਸਾਰੇ ਜਥੇ ਆਪਣੇ ਆਪਣੇ ਰਾਹੇ ਪੈ ਗਏ। ਸਰਦਾਰ ਗੱਜਨ ਸਿੰਘ ਦਾ ਜਥਾ ਤਰਨਤਾਰਨ ਵੱਲ ਚਲਾ ਗਿਆ। ਬਹਾਦਰ ਸਿੰਘ ਹੋਰੀ ਬਿਆਸ ਦੇ ਜੰਗਲਾਂ 'ਚ ਚਲੇ ਗਏ ਤੇ ਸਰਦਾਰ ਕਪੂਰ ਸਿੰਘ ਜਾਂਦੀ ਵਾਰੀ ਇਹ ਕਹਿ ਗਏ ਵੀ ਜੇ ਸਰਦਾਰ ਸ਼ੇਰ ਸਿੰਘ ਜੀ ਕੁਝ ਪਤਾ ਲੱਗਾ ਤੇ ਸਾਨੂੰ ਪਤਾ ਦੇਣਾ, ਅਸੀਂ ਤੁਹਾਡੀ ਪਤਨੀ ਨੂੰ ਜ਼ਰੂਰ ਛੁਡਾ ਲਿਆਵਾਂਗੇ। ਸਰਦਾਰ ਕਪੂਰ ਸਿੰਘ ਦੇ ਇਹਨਾਂ ਸ਼ਬਦਾਂ ਨੂੰ ਕਾਦਰ ਬਖਸ਼ ਨੇ ਬੜੇ ਧਿਆਨ ਨਾਲ ਸੁਣਿਆ। ਉਹ ਸੋਚਣ ਲੱਗ ਪਿਆ ਕਿ ਇਸ ਜਥੇਦਾਰ ਦੀ ਪਤਨੀ ਵੀ ਕਿਧਰੇ ਫਸੀ ਹੋਈ ਹੈ। ਉਹਨੂੰ ਕਿਹੜਾ ਕਾਬੂ ਕੀਤੀ ਬੈਠਾ ਹੈ? ਹੋਵੇ ਨਾ ਤੇ ਜੀਤੋ ਦਾ ਪਤੀ ਹੋਵੇ। ਉਹਦੇ ਮਨ ਨੇ ਨਾ ਮੰਨਿਆ ਕਿ ਜੀਤੋ ਦਾ ਪਤੀ ਹੋ ਸਕਦਾ ਹੈ। ਉਹ ਤੇ ਕਰਾੜ ਸੀ, ਭਾਵੇਂ ਸਿੱਖ ਹੋ ਗਿਆ, ਪਰ ਕਰਾੜ ਏਡਾ ਬਹਾਦਰ ਤੇ ਦਲੇਰ ਨਹੀਂ ਹੋ ਸਕਦਾ ਜਿੱਡਾ ਇਹ ਸਿੰਘ ਹੈ। ਇਹ ਤਾਂ ਜਥੇਦਾਰ ਜਾਪਦਾ, ਏਡੀ ਛੇਤੀ ਦਿਆਲਾ ਕਿਵੇਂ ਜਥੇਦਾਰ ਬਣ ਸਕਦਾ ਹੈ? ਜਥੇਦਾਰ ਸ਼ੇਰ ਸਿੰਘ ਸਰਦਾਰ ਕਪੂਰ ਸਿੰਘ ਨੂੰ ਵਿਦਾ ਕਰਨ ਲਈ ਚਲਾ ਗਿਆ। ਪਿੱਛੋਂ ਕਾਦਰ ਬਖਸ਼ ਨੇ ਇੱਕ ਸਿੰਘ ਤੋਂ ਪੁੱਛਿਆ ਵੀ ਕੀ ਨਾਮ ਹੈ ਇਹਨਾਂ ਜਥੇਦਾਰ ਜੀ ਦਾ। ਜਥੇਦਾਰ ਸ਼ੇਰ ਸਿੰਘ ਵਾਪਸ, ਨਹੀਂ ਸਰਦਾਰ ਦਿਆਲ ਸਿੰਘ ਤਾਂ ਨਹੀਂ ਇਹਨਾਂ ਦਾ ਨਾਮ? ਨਹੀਂ, ਇੱਕ ਸਿੰਘ ਨੇ ਕਿਹਾ ਜਥੇਦਾਰ ਸ਼ੇਰ ਸਿੰਘ ਹੈ। ਹੁਣ ਉਹਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਇਹ ਦਿਆਲਾ ਨਹੀਂ, ਇਹ ਕੋਈ ਹੋਰ ਹੀ ਜਥੇਦਾਰ ਹੈ। ਤੇ ਜਦੋਂ ਵਾਪਸ ਆਇਆ ਤਾਂ ਕਾਦਰ ਬਖਸ਼ ਦੀਆਂ ਅੱਖਾਂ ਤੇ ਫਿਰ ਕੱਪੜਾ ਬੰਨ੍ਹ ਕੇ ਘੋੜ ਸਵਾਰ ਦੇ ਪਿੱਛੇ ਬਿਠਾ ਦਿੱਤਾ ਗਿਆ ਤੇ ਘੋੜੇ ਭਜਾਉਂਦੇ ਇਹ ਪੱਟੀ ਦੇ ਇਲਾਕੇ 'ਚ ਆ ਗਏ। ਇਸ ਵਾਰ ਸਰਦਾਰ ਸ਼ੇਰ ਸਿੰਘ ਦੇ ਜਥੇ ਨੂੰ ਪੱਟੀ ਦੇ ਇਲਾਕੇ 'ਚ ਰਹਿਣ ਦਾ ਕੰਮ ਸੌਂਪਿਆ ਗਿਆ। ਪੱਟੀ ਤੋਂ 5-6 ਮੀਲ ਦੂਰ ਹਟਵਾਂ ਇੱਕ ਵੱਡਾ ਜੰਗਲ ਸੀ ਜੋ ਕਈ ਮੀਲਾਂ 'ਚ ਪਸਰਿਆ ਸੀ। ਇਸ ਜੰਗਲ 'ਚ ਬਹੁਤ ਜ਼ਿਆਦਾ ਸੱਪ ਤੇ ਕੀੜੇ ਸਨ, ਜਿਸ ਕਾਰਨ ਅੱਗੇ ਇੱਥੇ ਸਿੰਘਾਂ ਦਾ ਕੋਈ ਜਥਾ ਨਹੀਂ ਸੀ ਆਇਆ ਤੇ ਨਾ ਹੀ ਜਾਫਰ ਬੇਗ ਨੂੰ ਕਦੇ ਖਿਆਲ ਆਇਆ ਕਿ ਇੱਥੇ ਵੀ ਕਦੀ ਸਿੰਘ ਆ ਸਕਦੇ ਆ। ਜੰਗਲ 'ਚ ਆ ਕੇ ਜਾਫਰ ਬੇਗ ਦੇ ਭਤੀਜੇ ਕਾਦਰ ਬਖਸ਼ ਦੀਆਂ ਅੱਖਾਂ ਤੋਂ ਪੱਟੀ ਲਾਹਤੀ ਗਈ ਤੇ ਉਹਨੂੰ ਕੁਝ ਪਤਾ ਨਾ ਲੱਗਾ ਕਿ ਉਹ ਕਿੱਥੇ ਸੀ ਤੇ ਹੁਣ ਕਿੱਥੇ ਲੈ ਆਂਦਾ। ਸ਼ਾਮ ਨੂੰ ਲੰਗਰ ਤਿਆਰ ਕੀਤਾ ਗਿਆ, ਸਾਰਿਆਂ ਨੇ ਛਕ ਲਿਆ। ਇਸ ਪਿੱਛੋਂ ਟਹਿਲਣ ਲਈ ਸਾਰੇ ਇੱਧਰ ਉੱਧਰ ਖਿੰਡਰ ਗਏ। ਕਾਦਰ ਬਖਸ਼ ਨੂੰ ਪਤਾ ਨਹੀਂ ਕਿ ਕੀ ਖਿਆਲ ਆਇਆ ਕਿ ਉਸ ਝੱਟ ਉੱਠ ਕੇ ਜਥੇਦਾਰ ਸ਼ੇਰ ਸਿੰਘ ਦੇ ਪੈਰ ਫੜ ਲਏ। ਉਹਦੀਆਂ ਅੱਖਾਂ 'ਚ ਅੱਥਰੂ ਭਰ ਆਏ ਤੇ ਭਰੇ ਗਲੇ ਚੁਸਕਿਆ। ਬਹਾਦਰ ਬਹਾਦਰਾਂ ਦੀ ਕਦਰ ਕਰਦੇ ਆ। ਮੈਂ ਅੱਜ ਇੱਕ ਬਹਾਦਰ ਜਵਾਨ ਤੁਹਾਡੀ ਪੈਰੀ ਪੈ ਗਿਆ। ਇਹ ਮੇਰੇ ਮਰਨ ਨਾਲੋਂ ਘੱਟ ਨਹੀਂ। ਮੈਂ ਤੁਹਾਡੇ ਤੋਂ ਇੱਕ ਭਿੱਖਿਆ ਮੰਗਦਾ, ਮੈਨੂੰ ਬਖਸ਼ ਦਿੱਤਾ ਜਾਏ। ਮੇਰੀ ਇੱਕੋ ਇੱਕ ਭੈਣ ਹੈ, ਉਹਦਾ ਪਤਾ ਨਹੀਂ ਕੀ ਹਾਲ ਹੋਵੇ। ਜਦੋਂ ਉਹਨੂੰ ਇਹ ਪਤਾ ਲੱਗੇਗਾ ਕਿ ਉਹਦਾ ਵੀਰਾ ਕਾਦਰ ਬਖਸ਼ ਮਰ ਗਿਆ ਜਾਂ ਕੈਦੀ ਹੋ ਗਿਆ, ਮੇਰੇ ਕੋਲੋਂ ਤੁਸੀਂ ਜਿਹਦੀ ਚਾਹੋ ਸਹੁੰ ਚੁਕਾ ਲਓ, ਮੈਂ ਜ਼ਿੰਦਗੀ ਭਰ ਕਦੇ ਸਿੱਖਾਂ ਵਿਰੁੱਧ ਤਲਵਾਰ ਨਹੀਂ ਚੁੱਕਾਂਗਾ। ਸ਼ੇਰ ਸਿੰਘ ਉਹਦੇ ਵੱਲ ਬਿਨਾਂ ਅੱਖ ਝਮੱਕੇ ਨੀਝ ਲਾ ਕੇ ਵੇਖਦਾ ਰਿਹਾ। ਇਹ ਉਂਝ ਜਾਪਦਾ ਸੀ ਜਿਵੇਂ ਉਹਦਾ ਅੰਦਰ ਪੜਨ ਦਾ ਯਤਨ ਕਰ ਰਿਹਾ ਹੈ। ਜਦ ਕਾਦਰ ਬਖਸ਼ ਨੇ ਆਪਣੀ ਗੱਲ ਖਤਮ ਕੀਤੀ ਤਾਂ ਸ਼ੇਰ ਸਿੰਘ ਨੇ ਕਿਹਾ, ਮੈਂ ਤੈਨੂੰ ਮਾਰਨ ਲਈ ਨਹੀਂ ਲਿਆਂਦਾ। ਜੇ ਮਾਰਨਾ ਹੁੰਦਾ ਉੱਥੇ ਮਾਰ ਦਿੰਦੇ। ਮੈਂ ਤੇਰੇ ਤੋਂ ਕੁਝ ਵਾਕਫੀ ਚਾਹੁੰਦਾ। ਜੇ ਤੂੰ ਠੀਕ ਠੀਕ ਦੱਸ ਦੇ ਤਾਂ ਤੈਨੂੰ ਛੱਡ ਦਿੱਤਾ ਜਾਏਗਾ। ਦੱਸੋ। ਮੈਂ ਆਪਣੀ ਜਵਾਨੀ ਦੀ ਸਹੁੰ ਖਾ ਕੇ ਕਹਿੰਦਾ ਕਿ ਹਰ ਗੱਲ ਠੀਕ ਠੀਕ ਦੱਸਾਂਗਾ, ਕਾਦਰ ਬਖਸ਼ ਨੇ ਕਿਹਾ। ਤੇਰੇ ਚਾਚੇ ਜਫਰ ਬੇਗ ਦੇ ਨੇ ਕਿੰਨੀਆਂ ਜਨਾਨੀਆਂ ਲੋਕਾਂ ਦੀਆਂ ਜ਼ਬਰਦਸਤੀ ਚੁੱਕ ਕੇ ਲਿਆਂਦੀਆਂ ਨੇ? ਸ਼ੇਰ ਸਿੰਘ ਨੇ ਪੁੱਛਿਆ। ਮੈਨੂੰ ਬਹੁਤੀਆਂ ਦਾ ਪਤਾ ਨਹੀਂ, ਕਾਦਰ ਬਖਸ਼ ਨੇ ਬੜੇ ਤਰਲੇ ਭਰੇ ਤਰੀਕੇ ਨਾਲ ਕਿਹਾ। ਮੇਰੀ ਇੱਕ ਭੈਣ ਹੈ ਜਿਹਦਾ ਚਾਚਾ ਜੀ ਤੇ ਬੜਾ ਅਸਰ ਹੈ ਤੇ ਉਹ ਕਿਸੇ ਜਨਾਨੀ ਨੂੰ ਘਰ ਨਹੀਂ ਰਹਿਣ ਦਿੰਦੀ। ਇਹਦਾ ਮਤਲਬ ਹੈ ਕਿ ਇਸ ਵੇਲੇ ਕੋਈ ਜਨਾਨੀ ਤੁਹਾਡੇ ਘਰ ਨਹੀਂ? ਸ਼ੇਰ ਸਿੰਘ ਨੇ ਜ਼ਰਾ ਉਤਾਵਲੇ ਹੋ ਕੇ ਪੁੱਛਿਆ। ਨਹੀਂ, ਸਾਡੇ ਘਰ ਇਸ ਵੇਲੇ ਚਾਚੀ ਜੀ ਤੇ ਮੇਰੀ ਭੈਣ ਤੋਂ ਬਿਨਾਂ ਹੋਰ ਕੋਈ ਜਨਾਨੀ ਨਹੀਂ। ਬਕਵਾਸ ਕਰਦਾ। ਸ਼ੇਰ ਸਿੰਘ ਨੇ ਜ਼ਰਾ ਗੁੱਸੇ 'ਚ ਅੱਖਾਂ ਲਾਲ ਕਰਕੇ ਕਿਹਾ। ਮੈਂ ਸੱਚ ਕਹਿਣਾ, ਮੈਨੂੰ ਕੁਰਾਨ ਦੀ ਸਹੁੰ, ਸਾਡੇ ਘਰ ਹੋਰ ਕੋਈ ਜਨਾਨੀ ਨਹੀਂ। ਪਿਛਲੇ ਦਿਨੀ ਉਹਨਾਂ ਇੱਕ ਕੁੜੀ ਲਿਆਂਦੀ ਸੀ, ਪਰ ਉਹਨੂੰ ਵੀ ਉਹ ਇਹ ਕਹਿ ਕੇ ਮੇਰੀ ਭੈਣ ਫਾਤਮਾ ਤੋਂ ਲੈ ਗਏ ਕਿ ਉਹਨੂੰ ਘਰ ਵਾਪਸ ਭੇਜ ਦੇਣਾ। ਕਾਦਰ ਬਖਸ਼ ਨੇ ਕਿਹਾ। ਉਹਦਾ ਨਾਮ ਤੈਨੂੰ ਪਤਾ? ਸ਼ੇਰ ਸਿੰਘ ਨੇ ਪੁੱਛਿਆ। ਸ਼ਾਇਦ ਜੀਤੋ ਸੀ, ਕਾਦਰ ਬਖਸ਼ ਨੇ ਕਿਹਾ। ਸ਼ੇਰ ਸਿੰਘ ਨੂੰ ਉਹਦੀ ਗੱਲ ਤੇ ਇਤਬਾਰ ਆ ਗਿਆ ਕਿਉਂਕਿ ਉਸ ਨਾਮ ਠੀਕ ਦੱਸ ਦਿੱਤਾ ਸੀ। ਇਹ ਵੀ ਪਤਾ ਲੱਗ ਗਿਆ ਕਿ ਜੀਤੋ ਅਜੇ ਜਿਉਂਦੀ ਹੈ। ਤੇਰਾ ਕੀ ਖਿਆਲ ਹੈ, ਉਹ ਜੀਤੋ ਨੂੰ ਉਹਦੇ ਘਰ ਛੱਡ ਆਇਆ ਹੈ ਜਾਂ ਮਾਰ ਦਿੱਤੀ ਸੂ? ਮੇਰਾ ਖਿਆਲ ਹੈ ਉਹਨੇ ਮਾਰੀ ਨਹੀਂ ਹੋਣੀ। ਜਾਂ ਤਾਂ ਘਰ ਛੱਡ ਆਏ ਹੋਣਗੇ ਜਾਂ ਕਿਧਰੇ ਹੋਰ ਲੈ ਗਏ ਹੋਣਗੇ। ਉਹਨੂੰ ਪੱਟੀ 'ਚ ਨਹੀਂ ਰੱਖਿਆ। ਸ਼ੇਰ ਸਿੰਘ ਨੇ ਝੱਟ ਕੁਰਾਨ ਸ਼ਰੀਫ ਮੰਗਵਾਇਆ ਤੇ ਉਸ ਤੇ ਕਾਦਰ ਬਖਸ਼ ਦਾ ਹੱਥ ਰਖਾ ਕੇ ਉਹਨੂੰ ਕਿਹਾ, ਸਹੁੰ ਚੁੱਕ ਕੇ ਤੂੰ ਆਪਣੇ ਜੀਵਨ 'ਚ ਕਦੇ ਕਿਸੇ ਅਬਲਾ ਦੀ ਇੱਜ਼ਤ ਨਹੀਂ ਲੁੱਟੇਗਾ, ਕਦੇ ਕਿਸੇ ਬੇਕਸੂਰ ਗਰੀਬ ਤੇ ਮਾੜੇ ਤੇ ਹੱਥ ਨਹੀਂ ਚੁੱਕੇਗਾ। ਆਪਣਾ ਪਹਿਲਾ ਫਰਜ਼ ਇਹ ਸਮਝੇਗਾ ਕਿ ਜੀਤੋ ਨੂੰ ਜਿੱਥੇ ਵੀ ਹੋਵੇ ਲੱਭ ਕੇ ਉਹਦੇ ਘਰ ਪਹੁੰਚਾ ਦੇਗਾ। ਕਾਦਰ ਬਖਸ਼ ਨੇ ਝੱਟ ਸਹੁੰ ਚੁੱਕੀ ਤੇ ਹੱਥ ਜੋੜ ਕੇ ਕਿਹਾ ਕਿ ਮੈਂ ਯਕੀਨ ਦਿਵਾਉਣਾ ਕਿ ਮੈਂ ਪੂਰੀ ਵਾਹ ਲਾ ਦਿਆਂਗਾ ਕਿ ਜੀਤੋ ਨੂੰ ਲੱਭਾਂ। ਉਸ ਦੱਸਿਆ ਕਿ ਉਹਦੀ ਭੈਣ ਫਾਤਮਾ ਨੂੰ ਜੀਤੋ ਨੇ ਭੈਣ ਕਿਹਾ ਸੀ ਤੇ ਮੈਂ ਪਹਿਲਾਂ ਹੀ ਆਪਣੀ ਭੈਣ ਨੂੰ ਕਹਿ ਆਇਆ ਸੀ ਕਿ ਮੈਂ ਜੀਤੋ ਨੂੰ ਭੈਣ ਸਮਝ ਕੇ ਲੱਭਾਂਗਾ। ਸਰਦਾਰ ਸ਼ੇਰ ਸਿੰਘ ਨੇ ਘੋੜਸਵਾਰ ਨੂੰ ਸੱਦਿਆ ਤੇ ਉਹਨੂੰ ਕਿਹਾ ਕਿ ਕਾਦਰ ਬਖਸ਼ ਦੀਆਂ ਅੱਖਾਂ ਤੇ ਕੱਪੜਾ ਬੰਨ੍ਹ ਕੇ
ਇਹਨੂੰ ਪੱਟੀ ਦੇ ਨੇੜੇ ਜਾ ਕੇ ਛੱਡ ਆਓ ਤੇ ਰਾਤ ਦੇ ਹਨੇਰੇ 'ਚ ਹੀ ਵਾਪਸ ਆ ਜਾਣਾ। ਨਾਲ ਹੀ ਕਾਦਰ ਬਖਸ਼ ਨੂੰ ਪੱਕੀ ਕਰ ਦਿੱਤੀ ਕਿ ਉਹਨੂੰ ਜੋ ਕੁਝ ਇੱਥੇ ਵੇਖਿਆ ਹੈ ਉਸ ਬਾਰੇ ਕੁਝ ਨਾ ਦੱਸੇ, ਨਹੀਂ ਤਾਂ ਉਹਨੂੰ ਕੀਤੇ ਦਾ ਫਲ ਫੇਰ ਭੋਗਣਾ ਪਏਗਾ। ਕਾਦਰ ਬਖਸ਼ ਨੂੰ ਘੋੜੇ ਤੇ ਬਿਠਾ ਕੇ ਸਿੰਘ ਝੱਟ ਜੰਗਲ ਤੋਂ ਬਾਹਰ ਆ ਗਿਆ ਤੇ ਹਨੇਰੇ 'ਚ ਪੱਟੀ ਵੱਲ ਚੱਲ ਪਿਆ। ਅੰਗ 11ਵਾਂ। ਫਾਤਮਾ ਨੂੰ ਭਰਾ ਦੇ ਘਰ ਪਹੁੰਚਣ ਦੀ ਬੜੀ ਖੁਸ਼ੀ ਹੋਈ। ਉਹ ਆਸ ਲਾ ਬੈਠੇ ਸਨ ਤੇ ਉਹਨਾਂ ਨੂੰ ਉਹਦੀ ਮੌਤ ਦਾ ਪੱਕਾ ਨਿਸ਼ਚਾ ਹੋ ਗਿਆ ਸੀ, ਕਿਉਂਕਿ ਕਾਦਰ ਬਖਸ਼ ਦੇ ਨਾਲ ਜਿਹੜਾ ਆਦਮੀ ਗਿਆ ਸੀ, ਜਿਹਨੂੰ ਸਿੰਘਾਂ ਨੇ ਛੱਡ ਦਿੱਤਾ ਸੀ, ਉਹਨੇ ਆ ਕੇ ਦੱਸ ਦਿੱਤਾ ਸੀ ਕਿ ਕਾਦਰ ਬਖਸ਼ ਨੂੰ ਸਿੱਖਾਂ ਨੇ ਕੈਦੀ ਬਣਾ ਲਿਆ ਹੈ ਤੇ ਆਸ ਹੈ ਕਿ ਮਾਰ ਦਿੱਤਾ ਜਾਏਗਾ। ਜੇ ਛੱਡਣਾ ਹੁੰਦਾ ਤਾਂ ਉਹਦੇ ਨਾਲ ਹੀ ਛੱਡ ਦਿੰਦੇ। ਜਦੋਂ ਉਹ ਸਾਰੀ ਗੱਲ ਦੱਸੀ ਤਾਂ ਉਸ ਵੇਲੇ ਜਾਫਰ ਬੇਗ ਆਪਣੀ ਸਾਰੀ ਫੌਜੀ ਤਾਕਤ ਲੈ ਕੇ ਤਰਨ ਤਾਰਨ ਪਹੁੰਚ ਗਿਆ ਤੇ ਉਹਨੂੰ ਜੰਗਲ ਨੂੰ ਘੇਰਾ ਪਾ ਲਿਆ। 2 ਦਿਨ ਜੰਗਲ ਨੂੰ ਘੇਰ ਕੇ ਬੈਠੇ ਰਹੇ, ਪਰ ਅੰਦਰੋਂ ਕੋਈ ਨਾ ਨਿਕਲਿਆ, ਨਾ ਹੀ ਕੋਈ ਸੂਹ ਲੱਗੀ। ਅਖੀਰ ਇੱਕ ਆਦਮੀ ਨੂੰ ਲੁਕਵੇਂ ਤਰੀਕੇ ਨਾਲ ਅੰਦਰ ਭੇਜਿਆ ਗਿਆ ਤੇ ਉਸ ਦੱਸਿਆ ਕਿ ਇਸ ਜੰਗਲ 'ਚ ਤਾਂ ਕੋਈ ਸਿੱਖ ਨਹੀਂ, ਅੰਦਰ ਸਾਫ਼ ਹੋਈ ਪਈ ਹੈ ਥਾਂ। ਘੋੜਿਆਂ ਦੀਆਂ ਲਿੱਦਾਂ ਤੇ ਕਾਨਿਆਂ ਦੀਆਂ ਛੱਪਰੀਆਂ ਤੋਂ ਪਤਾ ਲੱਗ ਗਿਆ ਹੈ ਕਿ ਸਿੱਖ ਇਸ ਤਰ੍ਹਾਂ ਦੇ ਟਿਕਾਣੇ ਬਣਾ ਕੇ ਰਹਿੰਦੇ ਹੈ। ਜਾਫਰ ਬੇਗ ਬੜਾ ਹੈਰਾਨ ਸੀ ਕਿ ਸਿੱਖ ਕਾਦਰ ਬਖਸ਼ ਨੂੰ ਲੈ ਕੇ ਕਿੱਥੇ ਚਲੇ ਗਏ। ਉਹਨੇ ਲਾਹੌਰ ਸੁਨੇਹਾ ਭੇਜ ਕੇ ਫੌਜ ਮੰਗਵਾ ਲਈ। ਕਾਦਰ ਬਖਸ਼ ਦੀ ਭਾਲ 'ਚ ਕਈ ਥਾਂ ਛਾਪੇ ਮਾਰੇ। ਜਦੋਂ ਤੋਂ ਕਾਦਰ ਬਖਸ਼ ਗਵਾਚਾ ਸੀ, ਜਾਫਰ ਬੇਗ ਅਜੇ ਤੱਕ ਪੱਟੀ ਨਹੀਂ ਸੀ ਮੁੜਿਆ। ਕਾਦਰ ਬਖਸ਼ ਦੇ ਸੁੱਖ ਨਾਲ ਘਰ ਆ ਜਾਣ ਦੀ ਖਬਰ ਝੱਟ ਸਾਰੇ ਸ਼ਹਿਰ 'ਚ ਖਿਲਰ ਗਈ ਤੇ ਲੋਕ ਧੜਾ ਆਉਣ ਲੱਗ ਪਏ। ਸਰਕਾਰ ਦੇ ਖੁਸ਼ਾਮਦੀ ਜਾਫਰ ਬੇਗ ਦੇ ਕੰਮ ਕਰਨ ਵਾਲੇ ਤੇ ਹੋਰ ਡਰਾਕਣ ਲੋਕ ਵਧਾਈਆਂ ਦੇਣ ਲਈ ਤੁਰ ਪਏ। ਫਾਤਮਾ ਹਵੇਲੀ ਦੇ ਵੱਡੇ ਗੇਟ ਦੇ ਨੇੜੇ ਹੀ ਬੈਠ ਗਈ ਤੇ ਚਾਚੀ ਨੂੰ ਵੀ ਉੱਥੇ ਹੀ ਸੱਦ ਲਿਆ। ਹਰ ਕਿਸੇ ਕੋਲੋਂ ਵਧਾਈਆਂ ਲਈਆਂ। ਇਸ ਖੁਸ਼ੀ 'ਚ ਮਿੱਠੇ ਚਾਵਲਾਂ ਦਾ ਪੀਲਾ ਜ਼ਰਦਾ ਤਿਆਰ ਕਰਕੇ ਵੰਡਿਆ ਗਿਆ। ਜਦੋਂ ਲੋਕਾਂ ਦੀ ਆਵਾਜਾਈ ਘਟੀ ਤਾਂ ਫਾਤਮਾ ਕਾਦਰ ਬਖਸ਼ ਨੂੰ ਅੰਦਰ ਹਾਤੇ ਵਿੱਚ ਲੈ ਗਈ। ਰੋਟੀ ਪਾਣੀ ਖਾ ਕੇ ਜਦ ਵਿਹਲੀ ਹੋਈ ਤਾਂ ਕਾਦਰ ਬਖਸ਼ ਦੇ ਕੋਲ ਹੀ ਮੰਜਾ ਢਾ ਕੇ ਬੈਠ ਗਈ ਤੇ ਉਸ ਕੋਲੋਂ ਸਾਰੀ ਵਾਰਤਾ ਸੁਣੀ। ਕਿਧਰੇ ਫਾਤਮਾ ਉਹਨੂੰ ਸਵਾਲ ਵੀ ਕਰਦੀ ਤੇ ਕਾਦਰ ਬਖਸ਼ ਨੂੰ ਸਾਰਾ ਕੁਝ ਸਮਝਾਉਂਦਾ ਰਿਹਾ। ਫਾਤਮਾ ਨੇ ਪੁੱਛਿਆ, ਤੁਹਾਨੂੰ ਇੰਨੇ ਦਿਨ ਸਿੱਖਾਂ ਨੇ ਕਿੱਥੇ ਰੱਖਿਆ ਸੀ? ਜੰਗਲ 'ਚ। ਕਿਹੜੇ ਜੰਗਲ 'ਚ? ਇਹ ਤਾਂ ਮੈਨੂੰ ਨਹੀਂ ਪਤਾ, ਕਾਦਰ ਬਖਸ਼ ਨੇ ਕਿਹਾ। ਮੈਨੂੰ ਸੜਕ ਤੇ ਜਦ ਜਾਂਦਿਆਂ ਉਹਨਾਂ ਘੋੜੇ ਤੋਂ ਥੱਲੇ ਸੁੱਟ ਲਿਆ ਤਾਂ ਉਸੇ ਵੇਲੇ ਮੇਰੀਆਂ ਅੱਖਾਂ ਬੰਦ ਤੀਆਂ। ਇੱਕ ਘੋੜੇ ਤੇ ਬਿਠਾ ਕੇ ਇੱਕ ਜੰਗਲ 'ਚ ਲੈ ਗਏ। ਉੱਥੇ ਜਾ ਕੇ ਮੇਰੀਆਂ ਅੱਖਾਂ ਤੇ ਪੱਟੀ ਖੋਲ੍ਹਤੀ। ਮੈਂ ਜਿੱਧਰ ਵੀ ਦੇਖਾਂ ਰੁੱਖ ਹੀ ਰੁੱਖ ਨਜ਼ਰ ਆ ਰਹੇ ਸੀ। ਇਸ ਲਈ ਕੀ ਪਤਾ ਕਿੱਥੇ ਰੱਖਿਆ ਗਿਆ ਸੀ। ਜਦੋਂ ਵੀ ਬਾਹਰ ਲਿਜਾਂਦੇ ਅੱਖਾਂ ਤੇ ਪੱਟੀ ਬੰਨ੍ਹ ਲੈਂਦੇ ਤੇ ਫਿਰ ਕਿਸੇ ਜੰਗਲ 'ਚ ਲਿਜਾ ਕੇ ਖੋਲ੍ਹ ਦਿੰਦੇ। ਇੰਨਾ ਕੁ ਪਤਾ ਕਿ ਤਰਨ ਤਾਰਨ ਦੇ ਨੇੜੇ ਕੋਈ ਜੰਗਲ ਹੈ ਜਿੱਥੇ ਫੜਿਆ ਗਿਆ ਸੀ ਤੇ ਪੱਟੀ ਦੇ ਨੇੜੇ ਦੇ ਕਿਸੇ ਜੰਗਲ 'ਚ ਆ ਕੇ ਛੱਡਿਆ ਗਿਆ। ਤੁਹਾਨੂੰ ਸਿੱਖਾਂ ਮਾਰਿਆ ਕੁੱਟਿਆ ਤਾਂ ਨਹੀਂ? ਫਾਤਮਾ ਨੇ ਪੁੱਛਿਆ। ਨਹੀਂ, ਫੜ ਲੈਣ ਪਿੱਛੋਂ ਨਹੀਂ ਮਾਰਿਆ। ਜਦ ਮੈਂ ਘੋੜੇ ਤੋਂ ਡਿੱਗਾ ਸੀ ਤਾਂ ਉਦੋਂ ਮੇਰੇ ਤੇ ਡਿੱਗਣ ਵਾਲੇ ਸਿੱਖ ਤੋਂ ਜਦ ਮੈਂ ਭੱਜਣ ਦਾ ਯਤਨ ਕੀਤਾ ਤਾਂ ਉਦੋਂ ਉਸ ਮਾਰਿਆ ਸੀ। ਫਿਰ ਤਾਂ ਮੈਨੂੰ ਕਿਸੇ ਕੁਝ ਨਹੀਂ ਕਿਹਾ। ਸ਼ਾਇਦ ਉਹ ਮਾਰਦੇ, ਪਰ ਮੈਂ ਸਭ ਕੁਝ ਸੱਚੋ ਸੱਚ ਦੱਸ ਦਿੱਤਾ ਸੀ ਕਿ ਮੈਂ ਕੌਣ ਹਾਂ, ਕਾਦਰ ਬਖਸ਼ ਨੇ ਦੱਸਿਆ। ਤੇ ਤੁਹਾਡੇ ਨਾਲ ਗਏ ਸਲੀਮ ਨੂੰ ਤਾਂ ਉਹਨਾਂ ਨੇ ਉਸੇ ਵੇਲੇ ਛੱਡ ਦਿੱਤਾ ਸੀ, ਪਰ ਤੁਹਾਨੂੰ ਕਿਉਂ ਨਾ ਛੱਡਿਆ? ਫਾਤਮਾ ਨੇ ਕੁਝ ਸੋਚ ਕੇ ਸਵਾਲ ਕੀਤਾ। ਮੈਂ ਜਾਫਰ ਬੇਗ ਦਾ ਭਤੀਜਾ ਸੀ ਤੇ ਸਿੱਖ ਆਪਣਾ ਸਭ ਤੋਂ ਵੱਡਾ ਵੈਰੀ ਚਾਚਾ ਜੀ ਨੂੰ ਸਮਝਦੇ ਆ, ਕਾਦਰ ਬਖਸ਼ ਨੇ ਕਿਹਾ। ਕਿਉਂ? ਫਾਤਮਾ ਨੇ ਹੈਰਾਨ ਹੋ ਕੇ ਪੁੱਛਿਆ। ਚਾਚਾ ਜੀ ਨੂੰ ਆਪਣਾ ਵੈਰੀ ਕਿਉਂ ਸਮਝਦੇ ਆ? ਚਾਚਾ ਜੀ ਇੱਕ ਤਾਂ ਉਹਨਾਂ ਦਾ ਪਿੱਛਾ ਕਰਦੇ ਨੇ, ਸਿੱਖਾਂ ਨੂੰ ਮਰਵਾਉਂਦੇ ਨੇ, ਤੇ ਦੂਜਾ ਉਹ ਕਹਿੰਦੇ ਹੈ ਕਿ ਲੋਕਾਂ ਦੀ ਇੱਜ਼ਤ ਲੁੱਟਦੇ ਆ। ਉਹਨਾਂ ਨੂੰ ਸਾਰਾ ਕੁਝ ਪਤਾ ਹੈ? ਹਾਂ, ਉਹਨਾਂ ਨੂੰ ਇਹ ਵੀ ਪਤਾ ਹੈ ਕਿ ਜੀਤੋ ਨੂੰ ਵਿਆਹ ਹੁੰਦਿਆਂ ਚੁੱਕ ਲਿਆ ਸੀ, ਕਾਦਰ ਬਖਸ਼ ਨੇ ਦੱਸਿਆ। ਤੇ ਤੁਹਾਨੂੰ ਦਿਆਲਾ ਤਾਂ ਨਹੀਂ ਮਿਲਿਆ? ਫਾਤਮਾ ਨੇ ਖਾਸ ਦਿਲਚਸਪੀ ਨਾਲ ਪੁੱਛਿਆ। ਨਹੀਂ, ਇੱਕ ਹੋਰ ਸਰਦਾਰ ਮਿਲਿਆ ਸੀ। ਉਹਦੀ ਜਨਾਨੀ ਵੀ ਚਾਚਾ ਜੀ ਜਾਂ ਕਿਸੇ ਹੋਰ ਫੌਜਦਾਰ ਨੇ ਚੁੱਕੀ ਹੋਈ ਹੈ ਤੇ ਉਹ ਛੁਡਾਉਣ ਦੀਆਂ ਸੋਚ ਰਹੇ ਸਨ। ਮੇਰਾ ਪਹਿਲਾਂ ਇਹੀ ਖਿਆਲ ਸੀ ਕਿ ਸ਼ਾਇਦ ਉਹੀ ਸਰਦਾਰ ਜੀਤੋ ਦਾ ਦਿਆਲਾ ਹੋਵੇ, ਪਰ ਮੈਂ ਇੱਕ ਸਿੱਖ ਤੋਂ ਪੁੱਛਿਆ ਤਾਂ ਉਹਦਾ ਨਾਂ ਸ਼ੇਰ ਸਿੰਘ ਨਿਕਲਿਆ। ਕਾਦਰ ਬਖਸ਼ ਨੇ ਇਸ ਤਰ੍ਹਾਂ ਦੇ ਕਈ ਹੋਰ ਸਵਾਲਾਂ ਦਾ ਉੱਤਰ ਦਿੱਤਾ। ਅਖੀਰ ਫਾਤਮਾ ਨੇ ਪੁੱਛਿਆ, ਤੁਹਾਨੂੰ ਹੁਣ ਛੱਡਿਆ ਕਿਵੇਂ ਨੇ? ਸੱਚ ਦੱਸਣਾ, ਉਹਨਾਂ ਛੱਡਿਆ ਹੈ ਕਿ ਆਪ ਨੱਸ ਆਏ ਹੋ? ਨਹੀਂ, ਨੱਸਣ ਤੇ ਉਹ ਨਹੀਂ ਦਿੰਦੇ, ਬੜੇ ਤਕੜੇ ਨੇ। ਮੈਂ ਇਕਰਾਰ ਕਰਕੇ ਛੁੱਟਿਆ। ਕਾਦਰ ਬਖਸ਼ ਨੇ ਵਾਕ ਬਹੁਤ ਹੌਲੀ ਜੀ ਕਿਹਾ ਤਾਂ ਕਿ ਕੋਈ ਹੋਰ ਸੁਣ ਨਾ ਲਏ ਤੇ ਨਾਲ ਹੀ ਉਸ ਚਾਰ ਚੁਫੇਰੇ ਨਜ਼ਰ ਮਾਰੀ ਕਿ ਵੇਖਦਾ ਤਾਂ ਨਹੀਂ। ਫਾਤਮਾ ਵੀ ਉਹਦੀ ਗੱਲ ਸਮਝ ਗਈ ਤੇ ਉਸ ਆਪਣਾ ਮੰਜਾ ਹੋਰ ਨੇੜੇ ਕਰ ਲਿਆ। ਕਾਦਰ ਬਖਸ਼ ਵੱਲ ਉਸ ਬੜੇ ਧਿਆਨ ਨਾਲ ਦੇਖਦਿਆਂ ਪੁੱਛਿਆ, ਦੱਸੋ ਕੀ ਇਕਰਾਰ ਕਰਕੇ ਆਏ ਹੋ? ਕਾਦਰ ਬਖਸ਼ ਨੇ ਦੱਸਿਆ, ਮੈਂ ਇਕਰਾਰ ਕੀਤਾ ਕਿ ਸਿੱਖਾਂ ਵਿਰੁੱਧ ਕਿਸੇ ਲੜਾਈ 'ਚ ਸ਼ਾਮਿਲ ਨਹੀਂ ਹੋਵਾਂਗਾ, ਕਿਸੇ ਅਬਲਾ ਤੇ ਹੱਥ ਨਹੀਂ ਚੁੱਕਾਂਗਾ ਤੇ ਜੀਤੋ ਨੂੰ ਉਹਦੇ ਘਰ ਪਹੁੰਚਾਵਾਂਗਾ। ਬੜਾ ਕਰੜਾ ਇਕਰਾਰ ਕੀਤਾ।
ਸਿੱਖਾਂ ਵਿਰੁੱਧ ਚਾਚਾ ਜੀ ਲੜਾਈ ਲੜਨ ਲਈ ਕਹਿਣਗੇ ਤਾਂ ਕਿਵੇਂ ਨਾ ਕਰੋਗੇ? ਦੂਜਾ ਇਕਰਾਰ ਤਾਂ ਚੰਗਾ ਵੀ ਕਿਸੇ ਕਬਲਾ ਉੱਤੇ ਹੱਥ ਨਹੀਂ ਚੁੱਕੋਗੇ। ਇਹ ਸ਼ਰਤ ਲਾਉਣ ਵਾਲੇ ਬੜੇ ਆਚਰਨ ਦੇ ਮਾਲਕ ਜਾਪਦੇ ਨੇ ਕਿ ਉਹ ਜਨਾਨੀਆਂ ਨੂੰ ਹੱਥ ਨਹੀਂ ਪਾਉਂਦੇ। ਬਿਲਕੁਲ ਨਹੀਂ, ਕਾਦਰ ਬਖਸ਼ ਨੇ ਕਿਹਾ। ਮੈਂ ਜਿੰਨੀ ਦੇਰ ਉਹਨਾਂ ਕੋਲ ਰਿਹਾ ਕਦੇ ਨਹੀਂ ਵੇਖਿਆ ਕਿ ਉਹਨਾਂ ਕੋਈ ਜਨਾਨੀ ਫੜ ਕੇ ਲਿਆਂਦੀ ਹੋਵੇ। ਸਗੋਂ ਜਿੱਥੇ ਵੀ ਕਿਸੇ ਜਨਾਨੀ ਦੀ ਇੱਜ਼ਤ ਖਤਰੇ 'ਚ ਹੋਣ ਦੀ ਇਤਲਾਹ ਮਿਲੇ ਉਹ ਲੱਖ ਔਕੜਾਂ ਸਹਾਰ ਕੇ ਪਹੁੰਚਦੇ ਆ। ਇਸੇ ਲਈ ਉਹਨਾਂ ਮੇਰੇ ਕੋਲੋਂ ਇਹ ਇਕਰਾਰ ਲਿਆ। ਜੀਤੂ ਨੂੰ ਘਰ ਪਹੁੰਚਾਉਣ ਵਾਲੀ ਗੱਲ ਵੀ ਬੜੀ ਔਖੀ ਹੈ। ਉਹਦਾ ਤਾਂ ਸਾਨੂੰ ਪਤਾ ਹੀ ਨਹੀਂ ਕਿੱਥੇ ਹੈ। ਪਤਾ ਤਾਂ ਕਰਨਾ ਹੀ ਪਏਗਾ, ਕਾਦਰ ਬਖਸ਼ ਨੇ ਕਿਹਾ। ਇਕਰਾਰ ਪੂਰਾ ਕਰਨਾ ਚਾਹੀਦਾ। ਉਹਨਾਂ ਮੈਨੂੰ ਛੱਡਿਆ ਹੈ ਤੇ ਬਹਾਦਰ ਦਾ ਕੰਮ ਇਹੋ ਹੈ ਕਿ ਉਹ ਇਕਰਾਰ ਪੂਰਾ ਕਰੇ। ਨਾਲੇ ਉਹਨਾਂ ਆਪਣੇ ਲਈ ਕੋਈ ਮੰਗ ਨਹੀਂ ਕੀਤੀ ਜੋ ਮੈਂ ਪੂਰੀ ਕਰਾਂ ਜਾਂ ਨਾ। ਇਹ ਤਾਂ ਚੰਗਾ ਕੰਮ ਹੈ ਜੋ ਅਸੀਂ ਕਰਨ ਦਾ ਪਹਿਲਾਂ ਹੀ ਫੈਸਲਾ ਕੀਤਾ ਹੋਇਆ। ਫਿਰ ਅਸੀਂ ਕੀ ਕਰੀਏ? ਫਾਤਮਾ ਨੇ ਸਿਰ ਖੁਰਕਦਿਆਂ ਤੇ ਦੰਦਾਂ ਨੂੰ ਉਂਗਲੀ ਦੇ ਨੋਹਾਂ ਨਾਲ ਖੁਰਚਦਿਆਂ ਕਿਹਾ। ਕੋਈ ਨਾ ਕੋਈ ਰਾਹ ਲੱਭਾਂਗੇ, ਕਾਦਰ ਬਖਸ਼ ਨੇ ਕਿਹਾ। ਹੁਣ ਕਾਫੀ ਰਾਤ ਹੋ ਗਈ ਹੈ, ਸੌਂ ਜਾਣਾ ਚਾਹੀਦਾ। ਕੱਲ ਫਿਰ ਲੋਕਾਂ ਦੀ ਆਵਾਜਾਈ ਰਹਿਣੀ ਹੈ ਤੇ ਆਰਾਮ ਨਹੀਂ ਮਿਲਣਾ। ਕੱਲ ਇਸ ਬਾਰੇ ਪਤਾ ਕਰਾਂਗੇ ਕਿ ਉਹ ਕਿੱਧਰ ਗਈ ਹੈ। ਆਖਰ ਹੋਣੀ ਤਾਂ ਇੱਥੇ ਕਿੱਧਰ ਹੀ ਹੈ। ਉਹਦਾ ਪਤਾ ਕਰ ਹੀ ਲਵਾਂਗੇ। ਮੇਰਾ ਖਿਆਲ ਹੈ ਕਿ ਰਹੀਮੇ ਨੂੰ ਜ਼ਰੂਰ ਪਤਾ ਹੋਣਾ ਹੈ, ਪਰ ਉਸ ਦੱਸਣਾ ਨਹੀਂ। ਇਸ ਲਈ ਹੋਰ ਰਾਹ ਹੀ ਲੱਭਣਾ ਪਏਗਾ। ਇਹ ਕਹਿ ਕੇ ਕਾਦਰ ਬਖਸ਼ ਉੱਠਿਆ ਤੇ ਸੌਣ ਲਈ ਆਪਣੇ ਕਮਰੇ ਵੱਲ ਚਲਾ ਗਿਆ। ਫਾਤਮਾ ਨੂੰ ਸਾਰੀ ਰਾਤ ਨੀਂਦਰ ਨਾ ਪਈ। ਉਹ ਸੋਚਦੀ ਰਹੀ ਕਿ ਉਹਦੇ ਭਰਾ ਨੇ ਇਕਰਾਰ ਕੀਤਾ ਹੈ, ਉਹ ਝਟਪਟ ਪੂਰਾ ਹੋਣਾ ਚਾਹੀਦਾ ਹੈ। ਸਿੱਖਾਂ ਦੇ ਮਨ 'ਚ ਇਹ ਖਿਆਲ ਨਹੀਂ ਆਉਣ ਦੇਣਾ ਚਾਹੀਦਾ ਕਿ ਮੁਸਲਮਾਨ ਝੂਠੇ ਹੁੰਦੇ ਹਨ। ਉਹ ਕਸਮਾਂ ਖਾ ਕੇ ਮੁੱਕਰ ਜਾਂਦੇ ਹਨ। ਪਰ ਸਵਾਲ ਉਹਦੇ ਸਾਹਮਣੇ ਇਹ ਸੀ ਕਿ ਜੀਤੋ ਭੇਜ ਦਿੱਤੀ ਗਈ ਹੈ ਜਾਂ ਕਿਧਰੇ ਕੈਦ ਕੀਤਾ ਹੋਇਆ। ਫਿਰ ਉਸ ਨਾਲ ਪਤਾ ਨਹੀਂ ਕੀ ਵਾਪਰ ਰਹੀ ਹੈ ਤੇ ਕਿਸ ਦੇ ਵੱਸ ਵਿੱਚ ਹੈ। ਚਾਚਾ ਜੀ ਤਾਂ ਕਈ ਦਿਨਾਂ ਦੇ ਕਾਦਰ ਬਖਸ਼ ਨੂੰ ਲੱਭਣ ਨਿਕਲੇ ਹੋਏ ਨੇ ਤੇ ਜੀਤੋ ਕੋਲ ਜਾਣ ਦਾ ਉਹਨਾਂ ਨੂੰ ਮੌਕਾ ਹੀ ਨਹੀਂ ਮਿਲ ਸਕਿਆ ਹੋਣਾ। ਕਈ ਖਿਆਲ ਤੇ ਕਹਾਣੀਆਂ ਉਹ ਮਨ 'ਚ ਘੜਦੀ ਰਹੀ ਤੇ ਪਤਾ ਨਹੀਂ ਕਦੋਂ ਉਹਦੀ ਅੱਖ ਲੱਗ ਗਈ। ਦੂਜੇ ਦਿਨ ਸਵੇਰੇ ਰਹੀਮ ਖਾਨ ਵਧਾਈ ਦੇਣ ਆ ਗਿਆ। ਉਹਦਾ ਇਹਨਾਂ ਦੇ ਘਰ ਆਉਣ ਜਾਣਾ ਬਹੁਤ ਹੀ ਖੁੱਲ੍ਹਾ ਸੀ। ਸਿੱਧਾ ਉਹ ਕਾਦਰ ਬਖਸ਼ ਦੇ ਕਮਰੇ 'ਚ ਗਿਆ, ਪਰ ਉਹ ਅਜੇ ਤੱਕ ਸੁੱਤਾ ਪਿਆ ਸੀ। ਇਸ ਲਈ ਉਹਨੂੰ ਜਗਾਉਣਾ ਚੰਗਾ ਨਾ ਸਮਝਿਆ ਤੇ ਪਿੱਛੇ ਪਰਤ ਆਇਆ। ਫਿਰ ਉਹਨੂੰ ਖਿਆਲ ਆਇਆ ਕਿ ਚਲੋ ਫਾਤਮਾ ਨੂੰ ਹੀ ਵਧਾਈ ਦੇ ਚੱਲੋ। ਭਰਾ ਦੇ ਘਰ ਮੁੜ ਆਉਣ ਦੀ ਭੈਣ ਨਾਲੋਂ ਵੱਧ ਖੁਸ਼ੀ ਹੋਰ ਕਿਹਨੂੰ ਹੋ ਸਕਦੀ ਹੈ। ਨਾਲੇ ਇਸੇ ਬਹਾਨੇ ਫਾਤਮਾ ਨਾਲ 2-4 ਗੱਲਾਂ ਹੋ ਜਾਣਗੀਆਂ। ਰਹੀਮ ਖਾਨ ਫਾਤਮਾ ਦੀ ਜਵਾਨੀ ਤੇ ਸੁੰਦਰਤਾ ਉੱਤੇ ਵਿਛਿਆ ਪਿਆ ਸੀ, ਪਰ ਉਹ ਫੌਜਦਾਰ ਦੀ ਭਤੀਜੀ ਸੀ ਤੇ ਉਂਝ ਵੀ ਫਾਤਮਾ ਦਾ ਰੂਪ ਸੀ। ਇਸ ਲਈ ਇਹਨੂੰ ਗੱਲ ਸ਼ੁਰੂ ਕਰਨ ਦੇ ਪਿਆਰ ਪ੍ਰਗਟ ਕਰਨ ਦਾ ਕਦੇ ਹੌਸਲਾ ਹੀ ਨਹੀਂ ਸੀ ਪਿਆ। ਜਦੋਂ ਕਦੇ ਉਹ ਫਾਤਮਾ ਦੇ ਦਰਸ਼ਨ ਕਰਨ ਜਾਂਦਾ ਤਾਂ ਆਪਣੇ ਮਨ 'ਚ ਇਹੀ ਵਿਉਂਤਾਂ ਬਣਾਉਂਦਾ ਕਿ ਜਾਫਰ ਬੇਗ ਜਦ ਬਹੁਤ ਖੁਸ਼ ਹੋਏਗਾ, ਜਦ ਬਹੁਤ ਸ਼ਰਾਬ ਪੀ ਕੇ ਮਸਤ ਹੋਏਗਾ ਤਾਂ ਉਹਦੇ ਨਾਲ ਗੱਲ ਛੇੜਾਂਗਾ ਕਿ ਫਾਤਮਾ ਦਾ ਰਿਸ਼ਤਾ ਮੇਰੇ ਨਾਲ ਕਰ ਦੇ। ਮੈਂ ਵੀ ਹੁਣ ਕੋਈ ਘੱਟ ਪਦਵੀ ਦਾ ਮਾਲਕ ਨਹੀਂ, ਜਾਫਰ ਬੇਗ ਦੀ ਫੌਜ ਦਾ ਸਰਦਾਰ ਹਾਂ। ਪਰ ਜਦੋਂ ਵੀ ਜਾਫਰ ਬੇਗ ਦੇ ਸਾਹਮਣੇ ਜਾਂਦਾ ਉਹਨੂੰ ਗੱਲ ਕਰਨ ਦਾ ਹੌਸਲਾ ਨਾ ਪੈਂਦਾ। ਫਾਤਮਾ ਸਾਹਮਣੇ ਵੀ ਪਿਆਰ ਪ੍ਰਗਟ ਕਰਨ ਤੋਂ ਝਿਜਕਦਾ ਰਹਿੰਦਾ। ਫਾਤਮਾ ਬਾਰੇ ਰੰਗੀਨ ਸੁਪਨੇ ਲੈਂਦਾ ਫਾਤਮਾ ਦੇ ਕਮਰੇ 'ਚ ਪੁੱਜ ਗਿਆ। ਜਦ ਦਰਵਾਜ਼ਾ ਖੜਕਾਇਆ, ਫਾਤਮਾ ਉੱਠ ਕੇ ਬਾਹਰ ਆ ਗਈ ਤੇ ਰਹੀਮ ਨੂੰ ਦੇਖ ਕੇ ਮੁਸਕਰਾ ਪਈ। ਰਹੀਮ ਨੇ ਪਹਿਲੀ ਵਾਰ ਮੁਸਕਰਾਹਟ ਵੇਖੀ ਤੇ ਉਹਨੂੰ ਇੱਕ ਨਸ਼ਾ ਜਿਹਾ ਆ ਗਿਆ। ਉਹਦੇ ਰੋਮ 'ਚ ਇੱਕ ਅਨੋਖਾ ਜਿਹਾ ਸਵਾਦ ਭਰਿਆ ਗਿਆ। ਇਸ ਮਸਤੀ 'ਚ ਉਹ ਵਧਾਈ ਦੇਣੀ ਵੀ ਭੁੱਲ ਗਿਆ ਤੇ ਬਿੱਟ ਉਹਦੇ ਮੂੰਹ ਵੱਲ ਵੇਖਦਾ ਰਿਹਾ। ਫਾਤਮਾ ਵੀ ਉਹਦੀ ਅਵਸਥਾ ਨੂੰ ਸਮਝ ਗਈ। ਸਿਆਣੀ ਕੁੜੀ ਸੀ, ਉਹਨੂੰ ਇਹਦੀ ਗੱਲ ਤੋਂ ਲਾਭ ਪ੍ਰਾਪਤ ਕਰਨ ਦੀ ਸੁੱਝ ਪਈ ਤੇ ਹੱਸ ਕੇ ਬੋਲੀ, ਰਹੀਮ ਖਾਨ ਲੰਘ ਆਓ ਅੰਦਰ। ਤੁਸੀਂ ਤੇ ਬਾਹਰ ਹੀ ਖੜੇ ਹੋ ਗਏ ਹੋ ਜਿਵੇਂ ਇਹ ਕੋਈ ਬਗਾਨਾ ਘਰ ਹੈ। ਰਹੀਮ ਖਾਨ ਅੰਦਰ ਲੰਘ ਗਿਆ ਤੇ ਫਾਤਮਾ ਦੇ ਇਸ਼ਾਰੇ ਤੇ ਪਲੰਗ ਤੇ ਬੈਠ ਗਿਆ। ਹੁਣ ਉਹਦੀ ਹਾਲਤ ਹੋਰ ਬਦਲ ਗਈ। ਉਹ ਹੈਰਾਨ ਹੋ ਗਿਆ ਕਿ ਅੱਜ ਫਾਤਮਾ ਉੱਤੇ ਇੰਨੀ ਮਿਹਰਬਾਨ ਕਿਵੇਂ ਹੋ ਗਈ ਹੈ। ਅੱਗੇ ਉਹ ਇੱਕ ਪਿਆਰ ਭਰੇ ਬੋਲ ਨੂੰ ਤਰਸਦਾ ਸੀ, ਪਰ ਅੱਜ ਤਾਂ ਫਾਤਮਾ ਨੇ ਨਿਝੱਕ ਹੋ ਕੇ ਉਹਨੂੰ ਅੰਦਰ ਸੱਦ ਲਿਆ। ਭਾਵੇਂ ਉਹਨਾਂ ਦੀ ਹਵੇਲੀ 'ਚ ਸੈਂਕੜੇ ਵਾਰ ਨਹੀਂ ਹਜ਼ਾਰਾਂ ਵਾਰ ਆਇਆ ਸੀ, ਪਰ ਫਾਤਮਾ ਦੇ ਕਮਰੇ 'ਚ ਵੜਨ ਦਾ ਉਹਨੂੰ ਕਦੇ ਮੌਕਾ ਨਹੀਂ ਸੀ ਮਿਲਿਆ। ਕਈ ਵਾਰ ਉਸ ਕਮਰੇ 'ਚ ਜਾਣ ਦਾ ਵਿਚਾਰ ਬਣਾਇਆ, ਪਰ ਜਦ ਵੀ ਉਹ ਹਾਤੇ ਦੇ ਦਰਵਾਜ਼ੇ ਤੇ ਜਾ ਕੇ ਆਵਾਜ਼ ਦਿੰਦਾ ਤਾਂ ਫਾਤਮਾ ਬਾਹਰ ਆ ਜਾਂਦੀ ਤੇ ਉੱਥੋਂ ਹੀ ਗੱਲਬਾਤ ਕਰਕੇ ਉਹਨੂੰ ਵਾਪਸ ਮੋੜ ਦਿੰਦੇ। ਅੱਜ ਪਹਿਲੀ ਵਾਰ ਰਹੀਮ ਖਾਨ ਨੂੰ ਅੰਦਰ ਬੁਲਾਇਆ, ਪਲੰਗ ਤੇ ਬਿਠਾਇਆ। ਉਹਦੀ ਹੈਰਾਨੀ ਦੀ ਹੋਰ ਹੱਦ ਨਾ ਰਹੀ ਜਦੋਂ ਫਾਤਮਾ ਪੱਖਾ ਲੈ ਕੇ ਆਪ ਉਹਨੂੰ ਝੱਲਣ ਲੱਗ ਪਈ। ਹੁਣ ਤਾਂ ਉਹਨੂੰ ਸਵਰਗ ਦੇ ਝੂਟੇ ਆਉਣ ਲੱਗ ਪਏ। ਉਹਦਾ ਮਨ ਨਹੀਂ ਸੀ ਚਾਹੁੰਦਾ ਕਿ ਉਹ ਫਾਤਮਾ ਨੂੰ ਪੱਖਾ ਝੱਲਣ ਤੋਂ ਰੋਕੇ, ਪਰ ਉੱਪਰੋਂ ਮੂੰਹ ਰੱਖਣ ਲਈ ਉਸ ਪੱਖਾ ਵੜ ਲਿਆ ਤੇ ਕਿਹਾ, ਤੁਸੀਂ ਕਿਉਂ ਖੇਚਲ ਕਰਦੇ ਹੋ? ਸਾਡਾ ਫਰਜ਼ ਹੈ ਕਿ ਅਸੀਂ ਸੇਵਾ ਕਰੀਏ, ਨਾ ਕਿ ਤੁਹਾਡੇ ਤੋਂ ਕਰਾਈਏ। ਇਹ ਗੁਨਾਹ ਸਾਡੇ ਸਿਰ ਕਿਉਂ ਚਾੜਦੇ ਹੋ? ਇਹਨਾਂ ਨਾਜ਼ੁਕ ਹੱਥਾਂ ਨਾਲ ਪੱਖੇ ਝੱਲਣੇ ਚੰਗੇ ਨਹੀਂ ਲੱਗਦੇ, ਥੱਕ ਜਾਓਗੇ।
ਨਹੀਂ, ਤੁਸੀਂ ਬਾਹਰੋਂ ਗਰਮੀ 'ਚੋਂ ਆਏ ਹੋ, ਅਜੇ ਉਂਝ ਵੀ ਮੈਂ ਨਿੱਕੀ ਹਾਂ ਅਤੇ ਮੇਰਾ ਫਰਜ਼ ਹੈ ਤੁਹਾਡੀ ਸੇਵਾ ਕਰਾਂ, ਫਾਤਮਾ ਨੇ ਕਿਹਾ। ਹੈ, ਇਹ ਕੀ ਹਨੇਰ ਕਰਦੇ ਹੋ, ਤੁਸੀਂ ਨਿੱਕੇ ਹੋ ਰਹੇ ਹੈ? ਰਹੀਮ ਖਾਨ ਨੇ ਹੋਰ ਹੈਰਾਨ ਹੋ ਕੇ ਕਿਹਾ। ਹੋਰ ਮੈਂ ਵੱਡੀ ਹਾਂ? ਨਹੀਂ ਹੋਰ, ਅਤੇ ਤੁਹਾਡੀ ਉਮਰ ਹੋਣੀ ਹੈ 28 ਕੁ ਸਾਲ, ਅਤੇ ਮੈਂ ਤਾਂ ਅਜੇ 20 ਦੀ ਨਹੀਂ, ਫਾਤਮਾ ਨੇ ਕਿਹਾ। ਲੈ, ਉਮਰ ਨਾਲ ਕੋਈ ਥੋੜ੍ਹਾ ਵੱਡਾ ਹੁੰਦਾ ਹੈ, ਰਹੀਮ ਖਾਨ ਨੇ ਕਿਹਾ। ਤੁਸੀਂ ਉੱਚੇ ਕਰਦੇ ਹੋ, ਉਂਝ ਵੀ ਸੁੰਦਰਤਾ 'ਚ ਤੁਹਾਡਾ ਮੁਕਾਬਲਾ ਮੇਰਾ ਖਿਆਲ ਇਹ ਦੁਨੀਆ ਦੀ ਕੋਈ ਹੋਰ ਹੂਰਾਂ ਪਰੀ ਨਹੀਂ ਕਰ ਸਕਦੀ। ਤੁਸੀਂ ਇੰਨੇ ਦਿਨ ਕਿੱਥੇ ਰਹੇ ਹੋ? ਫਾਤਮਾ ਨੇ ਬੜੇ ਪਿਆਰ ਨਾਲ ਦੇਖਦਿਆਂ ਪੁੱਛਿਆ। ਜਦ ਤੁਸੀਂ ਇੰਨੇ ਦਿਨ ਘਰ ਨਹੀਂ ਆਉਂਦੇ ਤਾਂ ਮੇਰਾ ਦਿਲ ਉਦਾਸ ਹੋ ਜਾਂਦਾ ਹੈ। ਰਹੀਮ ਖਾਨ ਗਦਗਦ ਹੋ ਗਿਆ, ਉਹਦੀਆਂ ਆਸਾਂ ਪੂਰੀਆਂ ਹੋ ਗਈਆਂ। ਉਹਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਰੱਬ ਉਸ 'ਤੇ ਬੜਾ ਹੀ ਮਿਹਰਬਾਨ ਹੋ ਗਿਆ ਹੋਇਆ। ਪਰ ਫਾਤਮਾ ਦੀਆਂ ਗੱਲਾਂ ਨਾਲ ਉਹਦਾ ਸਿਰ ਨੀਵਾਂ ਹੋ ਗਿਆ। ਉਹਦੀਆਂ ਨਜ਼ਰਾਂ ਧਰਤੀ 'ਚ ਗੱਡੀਆਂ ਗਈਆਂ, ਪੈਰਾਂ ਨਾਲ ਉਹ ਧਰਤੀ ਖਰੋਚਣ ਲੱਗ ਪਿਆ। ਫਾਤਮਾ ਨੇ ਫਿਰ ਪੁੱਛਿਆ, ਦੱਸੋ ਤਾਂ ਸਹੀ, ਤੁਸੀਂ ਕਿੱਥੇ ਰਹਿੰਦੇ ਹੋ? ਰੋਜ਼ ਦਰਸ਼ਨ ਕਿਉਂ ਨਹੀਂ ਦਿੰਦੇ? ਤੁਹਾਨੂੰ ਪਤਾ ਹੈ ਕਿ ਕੰਮ ਨਹੀਂ ਮੁੱਕਦੇ। ਇੱਕ ਤਾਂ ਸਿੱਖਾਂ ਵਕਤ ਪਾਇਆ ਹੋਇਆ, ਪਤਾ ਨਹੀਂ ਕਿੱਧਰੋਂ ਆ ਨਿਕਲਦੇ ਨੇ, ਬਥੇਰੇ ਮਾਰੇ ਵੀ ਨੇ, ਫਿਰ ਵੀ ਮੁੱਕਦੇ ਨਹੀਂ, ਰਹੀਮ ਖਾਨ ਨੇ ਕਿਹਾ। ਤਾਂ ਤੁਸੀਂ ਹੁਣ ਸਿੱਖਾਂ ਦੇ ਮਗਰ ਗਏ ਸੋ? ਫਾਤਮਾ ਨੇ ਪੁੱਛਿਆ। ਨਹੀਂ, ਰਹੀਮ ਖਾਨ ਨੇ ਕਿਹਾ, ਮੀਆਂ ਦੀ ਕਾਦਰ ਬਖਸ਼ ਨੂੰ ਲੱਭਣ ਗਏ ਸੀ ਅਤੇ ਮੈਨੂੰ ਹੋਰ ਕੰਮ ਸੌਂਪ ਗਏ ਸੀ। ਤੁਹਾਨੂੰ ਕਿਹੜਾ ਕੰਮ ਸੌਂਪ ਗਏ ਸੀ? ਫਾਤਮਾ ਨੇ ਪਿਆਰ ਨਾਲ ਉਹਦੇ ਮੋਢੇ 'ਤੇ ਹੱਥ ਰੱਖਦਿਆਂ ਕਿਹਾ। ਸਾਡੇ ਨਾਲੋਂ ਤਾਂ ਫਿਰ ਕੰਮ ਚੰਗੇ ਹੋਏ। ਨਹੀਂ ਫਾਤਮਾ, ਨਹੀਂ, ਸਹੁੰ ਰੱਬ ਦੀ, ਇਸ ਤਰ੍ਹਾਂ ਨਹੀਂ। ਮੈਂ ਭਾਵੇਂ ਕਿਧਰੇ ਕੰਮ ਗਿਆ ਹੋਵਾਂ, ਮੈਨੂੰ ਝਟਪਟ ਪਿੱਛੇ ਮੁੜਨ ਦੀ ਤਾਂਘ ਰਹਿੰਦੀ ਏ। ਭਾਵੇਂ ਮੈਂ ਅੱਜ ਤੱਕ ਤੁਹਾਡੇ ਨਾਲ ਗੱਲ ਕਰਨ ਦਾ ਹੌਸਲਾ ਨਹੀਂ ਕਰ ਸਕਿਆ, ਪਰ ਰੱਬ ਜਾਣਦਾ ਜੇ ਮੈਂ ਸਦਾ ਇਹੀ ਚਾਹੁੰਦਾ ਕਿ ਜਦੋਂ ਵਾਪਸ ਪੱਟੀ ਮੁੜਾਂ ਤੇ ਤੁਹਾਡੇ ਦਰਸ਼ਨ ਕਰਨ ਆਵਾਂ। ਬਾਕੀ ਹੁਣ ਕੰਮ ਹੀ ਕੁਝ ਅਜਿਹਾ ਸੀ ਕਿ ਮੈਨੂੰ ਵਕਤ ਘੱਟ ਮਿਲਦਾ, ਵਧੇਰੇ ਸਮਾਂ ਉੱਥੇ ਹੀ ਰਹਿਣਾ ਪੈਂਦਾ। ਕਿੱਥੇ ਰਹਿਣਾ ਪੈਂਦਾ? ਉੱਥੇ ਕਿੱਥੇ? ਫਾਤਮਾ ਨੇ ਕਿਹਾ, ਸਾਨੂੰ ਦੱਸਣ ਵਾਲੀ ਥਾਂ ਨਹੀਂ, ਚਲੋ ਨਾ ਦੱਸੋ, ਅਸੀਂ ਪੁੱਛ ਕੇ ਕੀ ਲੈਣਾ? ਇਹ ਕਹਿ ਕੇ ਫਾਤਮਾ ਉਹ ਤੋਂ ਥੋੜ੍ਹਾ ਜਿਹਾ ਪਿੱਛੇ ਹਟ ਕੇ ਖੜੋ ਗਈ। ਉਂਝ ਵੀ ਮੂੰਹ 'ਤੇ ਉਹ ਮੁਸਕਰਾਹਟ ਨਾ ਰਹੀ, ਸਗੋਂ ਉਹੋ ਜਿਹਾ ਮੂੰਹ ਹੋ ਗਿਆ ਜਿਵੇਂ ਨਾਰਾਜ਼ ਹੋ ਗਈ ਹੋਵੇ। ਰਹੀਮ ਖਾਨ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਫਾਤਮਾ ਨਾਰਾਜ਼ ਹੋ ਜਾਏ? ਭਾਵੇਂ ਜਾਫਰ ਬੇਗ ਵੱਲੋਂ ਸਖਤ ਤਾੜਨਾ ਕੀਤੀ ਸੀ ਕਿ ਉਹ ਕਿਸੇ ਨੂੰ ਭੇਦ ਨਾ ਦੱਸੇ, ਪਰ ਪਿਆਰ ਨਾਲੋਂ ਵੱਡਾ ਪਰਬਲ ਕਿਹੜਾ ਹੁਕਮ ਹੋ ਸਕਦਾ ਹੈ? ਰਹੀਮ ਖਾਨ ਨੇ ਫਾਤਮਾ ਨੂੰ ਬਾਹੋਂ ਫੜਨਾ ਚਾਹਿਆ, ਪਰ ਉਹ 2 ਕਦਮ ਹੋਰ ਪਿੱਛੇ ਹਟ ਗਈ ਤੇ ਬੋਲੀ, ਰਹਿਣ ਦਿਓ ਜੀ, ਫੋਕੀਆਂ ਗੱਲਾਂ। ਅਸੀਂ ਰਾਹ ਤੱਕਦੇ ਮਰ ਜਾਂਦੇ ਹਾਂ ਤੇ ਇੰਨਾ ਵੀ ਨਹੀਂ ਦੱਸ ਸਕਦੇ ਕਿ ਕਿੱਥੇ ਰਹਿੰਦੇ ਨੇ। ਵੇਖ ਲਿਆ ਤੁਹਾਡਾ ਪਿਆਰ। ਰਹੀਮ ਖਾਨ ਨੂੰ ਇਹ ਵਾਕ ਤੀਰ ਵਾਂਗ ਵੱਜੇ। ਉਹਦੇ ਪਿਆਰ ਤੇ ਫਰਜ਼ ਦਾ ਇਮਤਿਹਾਨ ਸੀ। ਉਹਦਾ ਮਨ ਬੜੇ ਸ਼ਸ਼ੋਪਨ 'ਚ ਪੈ ਗਿਆ ਕਿ ਉਹ ਫਾਤਮਾ ਨੂੰ ਜੀਤੋ ਦਾ ਪਤਾ ਦੱਸ ਦੇਵੇ ਜਾਂ ਨਾ। ਜੇ ਨਾ ਦੱਸੇ ਤਾਂ ਹੋਰ ਕੀ ਬਹਾਨਾ ਲਾਏ। ਉਸ ਮਨ 'ਚ ਕਈ ਗੱਲਾਂ ਸੋਚੀਆਂ, ਪਰ ਪੱਕਾ ਫੈਸਲਾ ਨਾ ਹੋ ਸਕਿਆ ਕਿ ਕੀ ਆਖੇ। ਉਹ ਮਨ 'ਚ ਸੋਚਦਾ ਝੱਟ ਹੀ ਆਪ ਉਹਨੂੰ ਰੱਦ ਕਰ ਦਿੰਦਾ, ਫਿਰ ਨਵੀਂ ਗੱਲ ਸੋਚਣ ਲੱਗ ਪੈਂਦਾ। ਅਖੀਰ ਉਸ ਮਨ 'ਚ ਪੱਕਾ ਫੈਸਲਾ ਕਰ ਲਿਆ ਕਿ ਫਾਤਮਾ ਨੂੰ ਸਭ ਕੁਝ ਦੱਸ ਦੇਣਾ ਹੈ। ਇਸ ਨਾਲ ਤਾਂ ਖੁਸ਼ ਹੋ ਜਾਏਗੀ, ਬਾਕੀ ਦੇਖਿਆ ਜਾਏਗਾ ਜੋ ਹੋਏਗਾ। ਵੱਡੀ ਗੱਲ ਤਾਂ ਇਹ ਹੈ ਕਿ ਜਾਫਰ ਬੇਗ 4 ਗੱਲਾਂ ਉੱਚੀਆਂ ਉੱਚੀਆਂ ਕਰ ਲਏਗਾ, ਪਰ ਆਖਰ ਉਹਦਾ ਵੀ ਮੇਰੇ ਬਿਨਾਂ ਗੁਜ਼ਾਰਾ ਨਹੀਂ। ਫਾਤਮਾ ਨੂੰ ਖੁਸ਼ ਕਰਨ ਦਾ ਇਸ ਤੋਂ ਹੋਰ ਚੰਗਾ ਸਮਾਂ ਉਹਨੂੰ ਫੇਰ ਨਹੀਂ ਮਿਲ ਸਕੇਗਾ। ਉਸ ਕਿਹਾ, ਫਾਤਮਾ, ਮੈਂ ਤੈਨੂੰ ਦੱਸ ਦੇਣਾ, ਪਰ ਇੱਕ ਇਕਰਾਰ ਕਰਕੇ ਮੇਰਾ ਨਾਮ ਨਹੀਂ ਲੈਂਗੇ। ਇਹੋ ਜਿਹੀ ਖਤਰਨਾਕ ਗੱਲ ਏ। ਫਾਤਮਾ ਨੇ ਦਿਲ 'ਚ ਬੜੀ ਖੁਸ਼ੀ ਮਨਾਈ ਕਿ ਹੁਣ ਰਹੀਮ ਖਾਨ ਉਹਨੂੰ ਜੀਤੋ ਦਾ ਪਤਾ ਦੱਸ ਦੇਗਾ। 1 ਮਿੰਟ ਲਈ ਉਹਦੇ ਮਨ 'ਚ ਇਹ ਵੀ ਖਿਆਲ ਆਇਆ ਕਿ ਹੋ ਸਕਦਾ ਹੈ ਹੋਰ ਹੀ ਗੱਲ ਨਿਕਲੇ। ਉਸ ਕਿਹਾ, ਮੈਂ ਭਰੋਸਾ ਦਿਵਾਉਂਦੀ ਹਾਂ, ਇਹ ਭੇਦ ਕਿਸੇ ਨੂੰ ਨਹੀਂ ਦਿਆਂਗੀ ਕਿ ਰਹੀਮ ਖਾਨ ਨੇ ਮੈਨੂੰ ਦੱਸਿਆ। ਮੀਆਂ ਜੀ ਜੀਤੋ ਨੂੰ ਤੁਹਾਡੇ ਕੋਲੋਂ ਲੈ ਗਏ ਸੀ, ਰਹੀਮ ਖਾਨ ਨੇ ਦੱਸਿਆ। ਉਹਨੂੰ ਉਹਦੇ ਪਿੰਡ ਨਹੀਂ ਭੇਜਿਆ, ਸਗੋਂ ਪੱਟੀ ਦੇ ਚੜ੍ਹਦੇ ਵੱਲ ਜਿਹੜਾ ਖੂਹ ਏ ਉੱਥੇ ਜੀਤੋ ਰੱਖੀ ਹੋਈ ਏ। ਖੂਹ 'ਤੇ ਕੋਠਾ ਹੈ, ਉਸ 'ਚ ਡੱਕੀ ਹੋਈ ਏ। ਮੀਆਂ ਜੀ ਮੇਰੇ ਜ਼ਿੰਮੇ ਲਾ ਗਏ ਨੇ ਕਿ ਜਦ ਤੱਕ ਮੁੜਦੇ ਨਹੀਂ ਮੈਂ ਉਹਦੀ ਨਿਗਰਾਨੀ ਕਰਾਂ। ਮੇਰਾ ਖਿਆਲ ਹੈ ਉਹ ਜੀਤੋ ਨੂੰ ਨਾਲ ਦੇ ਪਿੰਡ 'ਚ ਰੱਖਣਗੇ ਜਾਂ ਖੂਹ ਤੇ ਹੀ ਰਹਿਣ ਦੇਣਗੇ। ਅੱਛਾ, ਤਾਂ ਮੇਰੇ ਨਾਲ ਧੋਖਾ ਕੀਤਾ? ਫਾਤਮਾ ਨੇ ਕਿਹਾ। ਕੋਈ ਹਰਜ ਨਹੀਂ, ਮੈਂ ਵੀ ਆਪਣੇ ਪਿਓ ਦੀ ਧੀ ਨਹੀਂ ਜੇ ਜੀਤੋ ਉਹਨਾਂ ਤੋਂ ਛੁਡਵਾ ਨਾ ਲਵਾਂ। ਰੱਬ ਦਾ ਵਾਸਤਾ ਹੀ ਮੇਰਾ ਨਾਂ ਨਾ ਲਈ, ਨਹੀਂ ਤਾਂ ਮੇਰੇ ਸਿਰ 'ਤੇ ਇੱਕ ਵਾਲ ਨਹੀਂ ਰਹਿਣ ਦੇਣਾ, ਰਹੀਮ ਖਾਨ ਨੇ ਤਰਲੇ ਨਾਲ ਕਿਹਾ। ਤੁਸੀਂ ਫਿਕਰ ਨਾ ਕਰੋ, ਫਾਤਮਾ ਨੇ ਕਿਹਾ, ਮੈਨੂੰ ਕਿਸੇ ਦਾ ਨਾਂ ਲੈਣ ਦੀ ਕੀ ਲੋੜ ਹੈ। ਤੁਸੀਂ ਮੇਰਾ ਇੱਕ ਹੋਰ ਕੰਮ ਕਰ ਦਿਓ। ਕੀ? ਮੈਨੂੰ ਇੱਕ ਵਾਰ ਜੀਤੋ ਮਿਲਾ ਦਿਓ। ਇਹ ਮੁਸ਼ਕਿਲ ਹੈ, ਰਹੀਮ ਖਾਨ ਨੇ ਝੱਟ ਕਿਹਾ। ਵਾਹ, ਰਹੀਮ ਖਾਨ ਲਈ ਮੁਸ਼ਕਿਲ ਏ? ਮੇਰੇ ਲਈ ਇੰਨਾ ਵੀ ਨਹੀਂ ਹੋ ਸਕਦਾ। ਪਿਆਰ ਨਾਲ ਖਾਸ ਅੰਦਾਜ਼ 'ਚ ਫਾਤਮਾ ਦੇ ਕਹੇ ਇਹ ਸ਼ਬਦ ਵੀ ਰਹੀਮ ਖਾਨ ਨੂੰ ਫੇਰ ਵਿੰਨ ਗਏ। ਉਸ ਕਿਹਾ, ਚੰਗਾ, ਜਿਵੇਂ ਆਖੋ, ਪਰ ਮਿਲਾਵਾਂ ਕਿਵੇਂ? ਫਾਤਮਾ ਸੋਚ ਕੇ ਬੋਲੀ, ਮੈਂ ਰਾਤ ਨੂੰ ਖੂਹ 'ਤੇ ਆਵਾਂਗੀ ਤੇ ਤੁਸੀਂ ਬਾਕੀ ਆਦਮੀਆਂ ਨੂੰ ਇੱਧਰ ਉੱਧਰ ਭੇਜ ਦੇਣਾ
ਤੇ ਮੈਂ ਦੂਜੇ ਪੈਰ ਤੁਹਾਡੇ ਕੋਲ ਖੂਹ ਤੇ ਆ ਜਾਵਾਂਗੀ। ਤੁਹਾਡੇ ਦਰਸ਼ਨ ਹੋ ਜਾਣਗੇ ਤੇ ਨਾਲੇ ਜੀਤੋ ਨੂੰ ਮਿਲ ਲਵਾਂਗੀ। ਉਹ ਵਿਚਾਰੀ ਰੋਂਦੀ ਤਾਂ ਬੜੀ ਹੋਣੀ ਹੈ। ਬੜੀ ਰੋਂਦੀ ਏ, ਦਿਨ ਰਾਤ ਰੋਂਦੀ ਰਹਿੰਦੀ ਏ, ਖਾਂਦੀ ਪੀਂਦੀ ਵੀ ਘੱਟ ਵੱਧ ਏ। ਰਹੀਮ ਖਾਨ ਨੇ ਕਿਹਾ, ਚੰਗਾ ਤੁਸੀਂ ਫਿਰ ਜ਼ਰਾ ਬਚ ਕੇ ਆਉਣਾ, ਕਿਸੇ ਨੂੰ ਪਤਾ ਨਾ ਲੱਗੇ। ਇਹ ਕਹਿ ਕੇ ਰਹੀਮ ਖਾਨ ਪਲੰਗ ਤੋਂ ਉੱਠ ਬੈਠਾ ਤੇ ਪਿਆਰ ਤੱਕਣੀ ਨਾਲ ਫਾਤਮਾ ਵੱਲ ਦੇਖ ਕੇ ਹੱਤੇ ਤੋਂ ਬਾਹਰ ਹੋ ਗਿਆ। ਅੰਗ 12ਵਾਂ। ਰਹੀਮ ਖਾਨ ਨੇ ਸਾਰਾ ਦਿਨ ਬੜੇ ਔਖੇ ਹੋ ਕੇ ਲੰਘਾਇਆ। ਹਰ ਘੜੀ ਉਹ ਸੂਰਜ ਵੱਲ ਵੇਖਦਾ ਤਾਂ ਉਹਨੂੰ ਇਉਂ ਜਾਪਦਾ ਜਿਵੇਂ ਸੂਰਜ ਵੀ ਅੱਜ ਅੱਗੇ ਨਾਲੋਂ ਹੌਲੀ ਹੋ ਗਿਆ। ਅੱਗੇ ਤਾਂ 2-4 ਕੰਮ ਕਰਦਿਆਂ ਦਿਨ ਲੈ ਜਾਂਦਾ ਸੀ, ਪਰ ਅੱਜ ਉਸ ਲਈ ਕੰਮ ਝਟਪਟ ਮੁਕਾ ਲਏ। ਆਦਤ ਅਨੁਸਾਰ ਉਹ ਦੁਪਹਿਰ ਨੂੰ ਰੋਟੀ ਖਾ ਕੇ ਪਿੱਪਲ ਥੱਲੇ ਮੰਜਾ ਢਾ ਕੇ ਲੇਟ ਗਿਆ ਤੇ ਕਿੰਨਾ ਚਿਰ ਉਸਲਵੱਟੇ ਲੈਂਦਾ ਰਿਹਾ, ਪਰ ਉਹਨੂੰ ਨੀਂਦਰ ਨਾ ਪਈ। ਅੱਗੇ ਉਹ ਦੁਪਹਿਰ ਨੂੰ ਚੰਗਾ ਚੋਖਾ ਖਾ ਕੇ ਜਦ ਲੇਟਦਾ ਤਾਂ ਖੁਰਾਕ ਦੀ ਖੁਮਾਰੀ ਨਾਲ ਉਹਨੂੰ ਝੱਟ ਨੀਂਦਰ ਆ ਜਾਂਦੀ। ਪਰ ਅੱਜ ਉਸ ਨੂੰ ਮੰਜੇ ਤੇ ਨੀਂਦਰ ਨਾ ਪਈ। ਮਨ ਬੜਾ ਖੁਸ਼ ਸੀ ਕਿ ਅੱਜ ਪਹਿਲੀ ਵਾਰ ਉਹਨੂੰ ਫਾਤਮਾ ਨੇ ਪਿਆਰ ਨਾਲ ਬੁਲਾਇਆ ਤੇ ਉਹਦੇ ਨੇੜੇ ਹੋਣ ਦਾ ਉਹਨੂੰ ਮਾਣ ਪ੍ਰਾਪਤ ਹੋਇਆ। ਅਖੀਰ ਇਹਨਾਂ ਸੋਚਾਂ ਵਿੱਚ ਹੀ ਸੌਂ ਗਿਆ। ਸੁਪਨੇ 'ਚੋਂ ਕਈ ਦ੍ਰਿਸ਼ ਵੇਖਦਾ ਰਿਹਾ ਤੇ ਫਾਤਮਾ ਨਾਲ ਆਪਣੀ ਪ੍ਰੀਤ ਕਹਾਣੀ ਅੱਗੇ ਤੋਰਦਾ ਰਿਹਾ। ਉਹਨੂੰ ਸੁੱਤਿਆਂ ਬੁੜਬੁੜਾਉਣ ਦੀ ਆਦਤ ਸੀ, ਜਿਸ ਲਈ ਉਹ ਸੁੱਤਿਆਂ ਪਿਆ ਫਾਤਮਾ ਨਾਲ ਜੋ ਗੱਲਾਂ ਕਰਦਾ ਰਿਹਾ ਉਹ ਨਾਲ ਦੇ ਸਿਪਾਹੀ ਸੁਣਦੇ ਰਹੇ। ਉਹ ਕਹਿ ਰਿਹਾ ਸੀ, ਮੈਂ ਸੱਚ ਕਹਿਣਾ ਕਿ ਮੇਰਾ ਰੋਮ ਰੋਮ ਤੈਨੂੰ ਪਿਆਰ ਕਰਦਾ ਹੈ। ਮੈਂ ਤੇਰੇ ਬਿਨਾਂ ਇੱਕ ਪਲ ਵੀ ਨਹੀਂ ਜਿਉ ਸਕਦਾ ਫਾਤਮਾ। ਤੈਨੂੰ ਮਿਲ ਕੇ ਮੇਰੇ ਕਲੇਜੇ ਠੰਡ ਪੈ ਗਈ ਹੈ। ਮੈਨੂੰ ਤੇਰੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਨੇ, ਇਸ ਲਈ ਆਪਣੇ ਮੂੰਹੋਂ ਕਹਿ ਦੇ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ। ਸੋਹਣਿਓ, ਸ਼ਰਮਾ ਕਿਉਂ ਗਏ ਹੋ? ਵਾਹ, ਤੁਹਾਡੀ ਸ਼ਰਮ ਵੀ ਤੁਹਾਨੂੰ ਹੋਰ ਸੋਹਣਾ ਕਰ ਰਹੀ ਹੈ। ਸਿਪਾਹੀ ਆਪਸ 'ਚ ਘੁਸਰ ਮੁਸਰ ਕਰਦੇ ਰਹੇ। ਇੱਕ ਨੇ ਕਿਹਾ, ਲਓ ਭਾਈ, ਗਿਆ ਜੇ ਰਹੀਮ ਖਾਨ, ਹੁਣ ਇਹ ਵੀ ਕਿਸੇ ਦੀਆਂ ਜ਼ੁਲਫਾਂ ਦਾ ਸ਼ਿਕਾਰ ਹੋ ਗਿਆ। ਰਹੀਮ ਖਾਨ ਹੋਰੀ ਕਿਸ ਨੂੰ ਪਿਆਰ ਕਰਦੇ ਨੇ? ਇੱਕ ਨੇ ਹੈਰਾਨੀ ਨਾਲ ਸੋਚਦਿਆਂ ਆਪਣੇ ਦੂਜੇ ਸਾਥੀ ਤੋਂ ਪੁੱਛਿਆ। ਸੁਣਿਆ ਨਹੀਂ, ਹੁਣੇ ਪੇ ਕਹਿੰਦੇ ਸੀ ਕਿ ਤੇਰੇ ਬਿਨਾਂ ਇੱਕ ਪਲ ਨਹੀਂ ਜੀ ਸਕਦਾ ਫਾਤਮਾ। ਇੱਕ ਹੋਰ ਬੋਲਿਆ, ਇਹ ਫਾਤਮਾ ਕੌਣ ਹੈ? ਉਸ ਹੈਰਾਨ ਹੋ ਕੇ ਪੁੱਛਿਆ। ਸਾਨੂੰ ਵੀ ਪਤਾ, ਅਸੀਂ ਤਾਂ ਕਦੇ ਪੱਟੀ ਰਹੇ ਨਹੀਂ, ਜਦੋਂ ਦੇ ਭਰਤੀ ਹੋ ਕੇ ਆਏ ਹਾਂ ਬਾਹਰ ਹੀ ਭਜਾਈ ਰੱਖਦੇ ਨੇ। ਦੂਜੇ ਨੇ ਕਿਹਾ, ਆਪਾਂ ਵਿੱਚ ਪੱਟੀ ਦਾ ਰਹਿਣ ਵਾਲਾ ਕੋਈ ਨਹੀਂ? ਪਹਿਲੇ ਨੇ ਪੁੱਛਿਆ। ਮੇਰਾ ਖਿਆਲ ਇਹ ਨਹੀਂ। ਦੂਜੇ ਨੇ ਕਿਹਾ, ਇਹ ਗੱਲ ਤਾਂ ਉਹੀ ਬੁੱਝ ਸਕਦਾ ਹੈ ਜੋ ਉਹਨਾਂ ਦੇ ਨੇੜੇ ਰਹਿੰਦਾ ਹੋਏ। ਸਾਨੂੰ ਕੀ ਪਤਾ ਫਾਤਮਾ ਕੌਣ ਹੈ? ਮੈਂ ਦੱਸਾਂ? ਇੱਕ ਆਦਮੀ ਬੋਲ ਪਿਆ ਜੋ ਹੁਣ ਤੱਕ ਚੁੱਪ ਕਰਕੇ ਗੱਲਾਂ ਸੁਣ ਰਿਹਾ ਸੀ। ਦੱਸ। ਸਾਰੇ ਹੈਰਾਨ ਹੋ ਕੇ ਉਸ ਵੱਲ ਤੱਕ ਦੇਖਣ ਲੱਗ ਪਏ। ਹੋਰ ਕਿਸੇ ਨੂੰ ਤਾਂ ਨਹੀਂ ਦੱਸੋਗੇ? ਉਹ ਸਾਰਿਆਂ ਵੱਲ ਇੱਕ ਨਜ਼ਰ ਮਾਰ ਕੇ ਕਿਹਾ। ਨਹੀਂ। ਸਾਰੇ ਇੱਕੋ ਵਾਰੀ ਬੋਲ ਪਏ। ਨਹੀਂ, ਤੁਸੀਂ ਦੱਸ ਦਿਓਗੇ। ਬੜਾ ਗੰਭੀਰ ਹੋ ਕੇ ਕਿਹਾ। ਹੋਰ ਮੈਨੂੰ ਜੁੱਤੀਆਂ ਪਵਾਉਂਦੇ ਹੋਵੋ। ਨਹੀਂ ਦੱਸਦੇ। ਤੈਨੂੰ ਸਾਡੇ ਤੇ ਇਤਬਾਰ ਨਹੀਂ? ਪਹਿਲਾਂ ਬੋਲਿਆ। ਦੱਸਦੇ ਆ ਫਿਰ ਦੁਹਰਾਇਆ। ਉਹ ਦੱਸ ਵੀ ਕਿ ਐਵੇਂ ਤੜਫਾਈ ਜਾਏਗਾ। ਦੋ ਆਦਮੀ ਇਕੱਠੇ ਹੀ ਬੋਲ ਪਏ। ਜਿਹਨੂੰ ਰਹੀਮ ਖਾਨ ਹੋਰੀ ਪਿਆਰ ਕਰਦੇ ਨੇ, ਫਾਤਮਾ ਇੱਕ ਜਨਾਨੀ ਹੈ। ਉਸ ਕਿਹਾ ਤੇ ਨਾਲ ਹੀ ਉਹਦਾ ਹਾਸਾ ਨਿਕਲ ਗਿਆ। ਸਾਰੇ ਉਹਦੀ ਗੱਲ ਤੇ ਹੱਸ ਪਏ। ਇੱਕ ਨੇ ਕਿਹਾ, ਵਾਹ ਮੂਰਖਾ, ਅਸੀਂ ਕਿਹਾ ਪਤਾ ਨਹੀਂ ਕੀ ਦੱਸਣ ਲੱਗਾ, ਇਹ ਤਾਂ ਸਾਨੂੰ ਵੀ ਪਤਾ ਕਿ ਉਹ ਜਨਾਨੀ ਹੈ। ਤੇ ਜਦ ਸਾਰੇ ਜ਼ੋਰ ਨਾਲ ਹੱਸੇ ਤਾਂ ਉੱਚੀ ਆਵਾਜ਼ ਕਾਰਨ ਰਹੀਮ ਖਾਨ ਜਾਗ ਪਿਆ। ਸਾਰੇ ਇੱਕਦਮ ਚੁੱਪ ਹੋ ਗਏ ਤੇ ਦੋ ਆਦਮੀ ਉੱਠ ਕੇ ਪਰਾਂ ਚਲੇ ਗਏ, ਜਿਨ੍ਹਾਂ ਤੋਂ ਆਪਣੇ ਹਾਸੇ ਤੇ ਕਾਬੂ ਨਹੀਂ ਸੀ ਪਾਇਆ ਜਾ ਰਿਹਾ। ਕੀ ਗੱਲ ਹੈ? ਰਹੀਮ ਖਾਨ ਨੇ ਪੁੱਛਿਆ। ਕੁਝ ਨਹੀਂ ਜਨਾਬ, ਸਾਰੇ ਬੋਲ ਪਏ। ਤੇ ਤੁਸੀਂ ਕਿਹੜੀ ਗੱਲੋਂ ਹੱਸੇ ਹੋ ਇੰਨੀ ਜ਼ੋਰ ਦਾ? ਰਹੀਮ ਖਾਨ ਨੇ ਕਿਹਾ। ਐਵੇਂ ਗੱਪਾਂ ਬਈ ਮਾਰਦੇ ਸੀ, ਕਿਸੇ ਗੱਲ ਤੇ ਹਾਸਾ ਨਿਕਲ ਗਿਆ। ਇੱਕ ਨੇ ਕਿਹਾ ਤੇ ਬਾਕੀ ਦੇ ਸਾਰੇ ਉੱਠ ਕੇ ਇੱਧਰ ਉੱਧਰ ਖਿੰਡਰ ਗਏ। ਰਹੀਮ ਖਾਨ ਨੇ ਸ਼ਾਮ ਵੇਲੇ ਨਹਾ ਧੋ ਕੇ ਸਿਰ ਨੂੰ ਤੇਲ ਲਾਇਆ, ਵਾਲਾਂ 'ਚ ਕੰਘੀ ਫੇਰੀ, ਪਟੇ ਸਵਾਰ ਲਏ। ਭਾਵੇਂ ਸਵੇਰੇ ਉਸ ਦਾੜੀ ਮੁੰਨੀ ਸੀ, ਪਰ ਹੁਣ ਫੇਰ ਨਹਾਉਣ ਤੋਂ ਪਹਿਲਾਂ ਇੱਕ ਵਾਰ ਦਾੜੀ ਮੁੰਨੀ, ਵਧੀਆ ਰੇਸ਼ਮੀ ਤਹਿਮਤ ਕੱਢੀ, ਉਹ ਬੰਨ੍ਹ ਲਈ ਜਿਸ ਤੇ ਲਾਂਗੜ ਗੋਡਿਆਂ ਤੱਕ ਦੋਵੇਂ ਪਾਸੇ ਲਟਕ ਰਹੇ ਸਨ। ਪੈਰੀਂ ਉਸ ਤਿੱਲੇ ਦੀ ਉਹ ਜੁੱਤੀ ਪਾਈ ਜਿਹੜੀ ਕਸੂਰ ਤੋਂ ਉਚੇਚੀ ਬਣਵਾ ਕੇ ਲਿਆਇਆ ਸੀ। ਮਾਇਆ ਲੱਗੀ ਪਗੜੀ ਕੱਢੀ, ਉਹਦਾ 1.5 ਫੁੱਟ ਸ਼ਮਲਾ ਛੱਡ ਕੇ ਉਹ ਬੰਨੀ। ਅੱਜ ਪਹਿਲੀ ਵਾਰ ਰਹੀਮ ਖਾਨ ਨੇ ਤਿਆਰ ਹੁੰਦਿਆਂ 2 ਘੰਟੇ ਦਾ ਸਮਾਂ ਲਾ ਦਿੱਤਾ। ਸ਼ੀਸ਼ਾ ਉਹ ਸਾਲ 'ਚ ਕਦੇ ਇੱਕ ਅੱਧ ਵਾਰੀ ਵੇਖਦਾ ਹੁੰਦਾ ਸੀ, ਪਰ ਅੱਜ ਉਸ ਘੰਟੇ ਵਿੱਚ ਘੱਟੋ ਘੱਟ ਦਰਜਨ ਵਾਰੀ ਸ਼ੀਸ਼ਾ ਵੇਖਿਆ। ਜਦ ਸੂਰਜ ਡੁੱਬ ਗਿਆ ਤਾਂ ਉਸ ਸਿਪਾਹੀਆਂ ਨੂੰ ਇਕੱਠਾ ਕੀਤਾ ਤੇ ਕਿਹਾ ਕਿ ਅੱਜ ਉਹ ਘਰ ਜਾ ਸਕਦੇ ਹਨ। ਜਿਹੜਾ ਕੱਲ੍ਹ ਸਵੇਰੇ ਆਉਣ ਦਾ ਇਕਰਾਰ ਕਰੇ ਉਹਨੂੰ ਛੁੱਟੀ ਮਿਲ ਸਕਦੀ ਹੈ। 2-3 ਆਦਮੀ ਜਿਨ੍ਹਾਂ ਦੇ ਪਿੰਡ ਨੇੜੇ ਹੀ ਸੀ ਉਹ ਚਲੇ ਗਏ। ਬਾਕੀ 2 ਆਦਮੀ ਰਹਿ ਗਏ। ਉਹਨਾਂ ਨੂੰ ਉੱਥੋਂ ਭੇਜਣ ਲਈ ਉਸ ਝੱਟ ਸੋਚਿਆ ਤੇ ਅਖੀਰ ਉਹਨਾਂ ਨੂੰ ਸੱਦ ਕੇ ਡਿਊਟੀ ਲਾਈ ਕਿ ਉਹ ਅੱਜ ਰਾਤ ਪੱਟੀ ਦੇ ਨੇੜੇ 4 ਮੀਲਾਂ ਤੇ ਜੋ ਜੰਗਲ ਹੈ ਉਹਦੇ ਆਲੇ ਦੁਆਲੇ ਚੱਕਰ ਲਾ ਕੇ ਅਨੁਮਾਨ ਲਾਉਣ ਕਿ ਉੱਥੇ ਸਿੱਖਾਂ ਦਾ ਕੋਈ ਜੱਥਾ ਰਹਿੰਦਾ ਹੈ ਜਾਂ ਨਹੀਂ।
ਉਹ ਦੋਵੇਂ ਹੁਕਮ ਮੰਨ ਕੇ ਉਸੇ ਵੇਲੇ ਤੁਰ ਗਏ। ਰਾਤ ਦੇ 10 ਵਜੇ ਪਰ ਅਜੇ ਫਾਤਮਾ ਨਹੀਂ ਸੀ ਆਈ। ਰਹੀਮ ਖਾਨ ਦੇ ਕੰਨ ਰਤੀ ਵੀ ਕੋਈ ਬਿੜਕ ਸੁਣਦੇ ਤਾਂ ਖੜੇ ਹੋ ਜਾਂਦੇ। ਰੁੱਖਾਂ ਤੇ ਪੰਛੀਆਂ ਦੀ ਹਿਲਜੁਲ ਵੀ ਉਹਨੂੰ ਫਾਤਮਾ ਦੇ ਪੈਰਾਂ ਦਾ ਖੜਾਕ ਪ੍ਰਤੀਤ ਹੁੰਦੀ। ਅਖੀਰ ਉਡੀਕ ਦੀਆਂ ਘੜੀਆਂ ਮੁੱਕ ਗਈਆਂ ਤੇ ਫਾਤਮਾ ਆ ਗਈ। ਫਾਤਮਾ ਨੇ ਕਾਲਾ ਬੁਰਕਾ ਜਦੋਂ ਚੁੱਕਿਆ ਤਾਂ ਇਉਂ ਹੋਇਆ ਜਿਵੇਂ ਚੰਨ ਬੱਦਲਾਂ ਚੋਂ ਨਿਕਲ ਆਉਂਦਾ ਹੁੰਦਾ। ਫਾਤਮਾ ਅੱਗੇ ਹੀ ਸੋਹਣੀ ਸੀ, ਪਰ ਕਾਲਾ ਬੁਰਕਾ ਉਹਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਿਹਾ ਸੀ। ਸੱਚਮੁੱਚ ਚੰਨ ਵੀ ਬਦਲਾਂ ਵਿੱਚੋਂ ਚੜ੍ਹ ਆਇਆ ਤੇ ਉਸ ਨਾਲ ਹਨੇਰਾ ਕੁਝ ਘਟ ਗਿਆ। ਬੜੀ ਉਡੀਕ ਕਰਨੀ ਪਈ ਹੈ ਤੁਹਾਡੀ, ਰਹੀਮ ਖਾਨ ਨੇ ਕਿਹਾ। ਕਿਉਂ? ਫਾਤਮਾ ਬੋਲੀ। ਲਓ ਜੀ, ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ? ਤੁਹਾਡੀ ਉਡੀਕ ਨਾ ਕਰੀਏ, ਰਹੀਮ ਨੇ ਕਿਹਾ। ਖੁਦਾ ਦਾ ਲੱਖ ਲੱਖ ਸ਼ੁਕਰ ਹੈ ਜਿਸ ਤੁਹਾਨੂੰ ਅੱਜ ਇੱਥੇ ਲਿਆਂਦਾ। ਮੈਂ ਕਹਿੰਦਾ ਜੀਤੋ ਦੇ ਪਾਜੀ ਸਹੀ, ਤੁਹਾਡੇ ਦਰਸ਼ਨ ਤਾਂ ਹੋ ਗਏ ਨੇ। ਵੇਖ ਲਓ ਫਿਰ ਜੀਤੋ ਤੁਹਾਡੇ ਸਾਡੇ ਲਈ ਕਿੰਨੀ ਚੰਗੀ ਹੈ ਜੋ ਸਾਨੂੰ ਮਿਲਾਉਣ ਦਾ ਵਸੀਲਾ ਬਣੀ, ਫਾਤਮਾ ਨੇ ਕਿਹਾ। ਅੱਛਾ ਦੱਸੋ ਫਿਰ ਕੀ ਪੀਓਗੇ? ਰਹੀਮ ਖਾਨ ਨੇ ਸਵਾਲ ਕੀਤਾ। ਪੀਣਾ ਕੀ ਹੈ? ਬਸ ਰੋਟੀ ਖਾ ਕੇ ਆਈ ਹਾਂ, ਤੁਹਾਡੇ ਦਰਸ਼ਨ ਹੋ ਗਏ ਨੇ। ਇਹ ਥੋੜ੍ਹੀ ਗੱਲ ਹੈ, ਅਜੇ ਹੋਰ ਪੀਣ ਦੀ ਕੋਈ ਕਸਰ ਬਾਕੀ ਹੈ। ਨਹੀਂ, ਤੁਸੀਂ ਤਾਂ ਮਖੌਲ ਪੇ ਕਰਦੇ ਹੋ, ਰਹੀਮ ਖਾਨ ਨੇ ਕਿਹਾ। ਮੈਂ ਦੁੱਧ ਗਰਮ ਕਰਵਾ ਰੱਖਿਆ, ਉਹ ਪੀ ਲਓ। ਨਹੀਂ, ਮੈਂ ਇੱਕ ਵਾਰ ਚੁੱਕਿਆ ਕਿ ਰੋਟੀ ਖਾ ਕੇ ਆਈ ਹਾਂ, ਲੋੜ ਹੁੰਦੀ ਤਾਂ ਮੈਂ ਆਪ ਹੀ ਕਹਿ ਦੇਣਾ ਸੀ। ਅੱਛਾ ਦੱਸੋ ਜੀਤੋ ਕਿੱਥੇ ਹੈ? ਮੈਂ ਉਹਨੂੰ ਪਹਿਲਾਂ ਮਿਲਣਾ ਚਾਹੁੰਦੀ ਹਾਂ। ਇਹ ਕਹਿ ਕੇ ਫਾਤਮਾ ਕਮਰੇ ਵੱਲ ਵਧੀ, ਪਰ ਰਹੀਮ ਖਾਨ ਉਹਦੇ ਅੱਗੇ ਹੋ ਕੇ ਖੜਾ ਹੋ ਗਿਆ। ਆਪਣੀਆਂ ਦੋਵੇਂ ਬਾਹਾਂ ਖਿਲਾਰ ਲਈਆਂ ਤੇ ਬੜੇ ਤਰਲੇ ਭਰੇ ਤਰੀਕੇ ਨਾਲ ਕਿਹਾ, ਸਾਡੇ ਕਲੇਜੇ ਨੂੰ ਅੱਗ ਲੱਗੀ ਹੋਈ ਹੈ, ਉਹ ਤਾਂ ਮੱਠੀ ਕਰ ਜਾਓ। ਰਹੀਮ ਖਾਨ, ਫਾਤਮਾ ਨੇ ਹੁਣ ਜ਼ਰਾ ਗੁੱਸੇ 'ਚ ਡਾਂਟਵੇਂ ਤਰੀਕੇ ਨਾਲ ਕਿਹਾ, ਆਪਣੇ ਆਪ 'ਤੇ ਕਾਬੂ ਪਾਓ, ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਪਸੰਦ ਨਹੀਂ। ਰਹੀਮ ਖਾਨ ਠੰਬਰ ਗਿਆ। ਉਹਦੀਆਂ ਆਸਾਂ 'ਤੇ ਗੜੇਮਾਰ ਹੋ ਗਈ। ਉਹਨੂੰ ਅੱਜ ਸਵੇਰ ਦੀ ਇਹ ਆਸ ਉੱਕਾ ਨਹੀਂ ਸੀ ਕਿ ਫਾਤਮਾ ਇੰਨੀ ਸਖਤ ਹੋ ਕੇ ਉਸ ਨਾਲ ਵਰਤਾਅ ਕਰ ਸਕਦੀ ਹੈ। ਉਹਦੀਆਂ ਬਾਹਾਂ ਢਿੱਲੀਆਂ ਹੋ ਗਈਆਂ ਤੇ ਅੱਗੋਂ ਇੱਕ ਪਾਸੇ ਹਟ ਗਿਆ। ਅੱਖਾਂ ਨੀਵੀਆਂ ਪਾ ਲਈਆਂ ਤੇ ਹੌਲੀ ਜਿਹੀ ਕਿਹਾ, ਤੁਸੀਂ ਗੁੱਸੇ ਹੋ ਗਏ ਹੋ? ਫਾਤਮਾ ਨੇ ਵੀ ਝੱਟ ਆਪਣਾ ਵਤੀਰਾ ਬਦਲ ਲਿਆ। ਉਹ ਸੋਚਿਆ ਕਿ ਰਹੀਮ ਖਾਨ ਨਾਲ ਵਿਗਾੜਨੀ ਠੀਕ ਨਹੀਂ। ਜੇ ਦੋ ਚਾਰ ਪਿਆਰ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੇ ਰੀਝ ਕੇ ਮੇਰੇ ਮਨੋਰਥ ਵਿੱਚ ਸਹਾਇਕ ਬਣੇ ਤਾਂ ਮੈਂ ਇਸ ਨਾਲ ਕਾਹਦੇ ਲਈ ਵਿਗਾੜ ਪਾ ਲਵਾਂ? ਉਸ ਰਹੀਮ ਖਾਨ ਦੀ ਕੰਡ ਤੇ ਨਿੱਕੀ ਜੀ ਥਬੋਕੀ ਮਾਰ ਕੇ ਕਿਹਾ, ਮੈਂ ਨਾਰਾਜ਼ ਤੁਹਾਡੇ ਨਾਲ ਹੋ ਸਕਦੀ ਹਾਂ? ਮੈਂ ਤਾਂ ਸਿਰਫ ਇਹ ਕਿਹਾ ਹੈ ਕਿ ਤੁਸੀਂ ਆਪੇ ਤੋਂ ਬਾਹਰ ਹੋ ਰਹੇ ਸੋ ਤੇ ਉਹ ਠੀਕ ਨਹੀਂ। ਕੋਈ ਸਿਪਾਹੀ ਸਾਡੀਆਂ ਗੱਲਾਂ ਸੁਣਦਾ ਹੋਵੇ ਤਾਂ ਕੀ ਬਣੇਗਾ? ਤੁਹਾਨੂੰ ਪਤਾ ਹੈ ਕਿ ਮੈਂ ਬਿਨਾਂ ਦੱਸੇ ਆ ਰਹੀ ਹਾਂ। ਜੇ ਚਾਚਾ ਜੀ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਦੋਹਾਂ ਨੂੰ ਨਹੀਂ ਛੱਡਣਾ ਤੇ ਅਸੀਂ ਗੱਲਾਂ ਕਦੇ ਫੇਰ ਕਰਾਂਗੇ। ਮੈਂ ਤੁਹਾਡੇ ਨਾਲ ਇਸ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਨਾ ਹੈ। ਕਮਰੇ 'ਚ ਬੰਦ ਜੀਤੋ ਮੌਤ ਦੀਆਂ ਘੜੀਆਂ ਗਿਣ ਰਹੀ ਸੀ। ਹੁੱਸੜ ਦੇ ਦਿਨਾਂ 'ਚ ਅੰਦਰ ਡੱਕੀ ਹੋਈ ਸੀ। ਕਮਰੇ ਨੂੰ ਸਵਾਈ ਨਿੱਕੀ ਤਾਕੀ ਦੇ ਹੋਰ ਹਵਾ ਲਈ ਕੋਈ ਰਾਹ ਨਹੀਂ ਸੀ। ਜੀਤੋ ਤਾਕੀ ਅੱਗੇ ਖੜੀ ਹੋ ਕੇ ਸੀਖਾਂ ਨੂੰ ਫੜ ਕੇ ਬਾਹਰ ਦੇਖਦੀ ਰਹਿੰਦੀ ਤੇ ਜਦੋਂ ਕੋਈ ਦੂਰ ਦੀਆਂ ਖੇਤਾਂ ਦੀਆਂ ਵੱਟਾਂ ਤੋਂ ਲੰਘਦਾ ਦਿਸਦਾ ਤੇ ਉਹਦਾ ਮਨ ਵੀ ਡਾਢਾ ਤਰਸਦਾ। ਉਹ ਵੀ ਖੁੱਲ੍ਹੀ ਖੇਤਾਂ ਦੀਆਂ ਵੱਟਾਂ ਤੇ ਫਿਰੇ। ਜਦੋਂ ਤਾਕੀ ਅੱਗੇ ਖੜੀ ਹੁੰਦੀ ਤਾਂ ਕੋਈ ਨਾ ਕੋਈ ਸਿਪਾਹੀ ਰਹੀਮ ਖਾਨ ਦੀ ਅੱਖ ਬਚਾ ਕੇ ਆ ਜਾਂਦਾ ਤੇ ਉਹਨੂੰ ਟਿਚਕਰ ਕਰ ਜਾਂਦਾ। ਅੱਜ ਸ਼ਾਮ ਤੋਂ ਉਹਦਾ ਮਨ ਡਾਢਾ ਹੀ ਕਾਹਲਾ ਪਿਆ ਸੀ ਤੇ ਇਸੇ ਕਰਕੇ ਉਹਨੂੰ ਨੀਂਦਰ ਨਹੀਂ ਸੀ ਆ ਰਹੀ। ਤਾਕੀ ਅੱਗੇ ਖੜੀ ਬੱਦਲਾਂ ਵੱਲ ਵੇਖ ਰਹੀ ਸੀ ਕਿ ਉਹਨੂੰ ਫਾਤਮਾ ਦੀ ਆਵਾਜ਼ ਸੁਣਾਈ ਦਿੱਤੀ। ਉਹਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਾ ਆਇਆ, ਪਰ ਜਦੋਂ ਫਾਤਮਾ ਨੇ ਜੀਤੋ ਦਾ ਨਾਂ ਲਿਆ ਤੇ ਉਸ ਪਛਾਣ ਲਿਆ ਕਿ ਇਹ ਫਾਤਮਾ ਆ ਗਈ ਹੈ। ਜੀਤੋ ਨੇ ਉੱਚੀ ਸਾਰੀ ਕਿਹਾ, ਭੈਣ ਫਾਤਮਾ। ਇਹਦੇ ਨਾਲ ਹੀ ਉਹਦੀ ਚੀਕ ਨਿਕਲ ਗਈ ਤੇ ਰੋਣ ਲੱਗ ਪਈ। ਫਾਤਮਾ ਕੋਲੋਂ ਵੀ ਦੂਰ ਖੜੇ ਰਹਿਣਾ ਔਖਾ ਹੋ ਗਿਆ। ਦੌੜ ਕੇ ਤਾਕੀ ਕੋਲ ਆ ਗਈ। ਜੀਤੋ ਨੇ ਸੀਖਾਂ 'ਚੋਂ ਬਾਹਾਂ ਬਾਹਰ ਕੱਢ ਕੇ ਫਾਤਮਾ ਨੂੰ ਜਫਾ ਪਾ ਲਿਆ। ਉਹਦੀਆਂ ਚੀਕਾਂ ਤੇ ਰੋਣ ਨੇ ਫਾਤਮਾ ਦਾ ਮਨ ਵੀ ਡੁਲਾ ਦਿੱਤਾ ਤੇ ਉਹਦੇ ਵੀ ਅੱਥਰੂ ਨਿਕਲ ਆਏ। ਫਾਤਮਾ ਨੇ ਰਹੀਮ ਖਾਨ ਨੂੰ ਕਿਹਾ ਕਿ ਉਹ ਦਰਵਾਜ਼ਾ ਖੋਲ੍ਹ ਦਿੱਤਾ ਤੇ ਜੀਤੋ ਦੌੜ ਕੇ ਬਾਹਰ ਆ ਗਈ, ਜਿਵੇਂ ਕੋਈ ਆਜ਼ਾਦ ਪੰਛੀ ਪਿੰਜਰੇ ਪਾ ਦਿੱਤਾ ਜਾਏ ਤੇ ਜਦੋਂ ਪਿੰਜਰੇ ਦੀ ਤਾਕੀ ਖੁੱਲ੍ਹ ਜਾਏ ਤਾਂ ਪੰਛੀ ਬਾਹਰ ਨੂੰ ਭੱਜਦਾ। ਜੀਤੋ ਤੇ ਫਾਤਮਾ ਕਿੰਨੀ ਦੇਰ ਜਫਾ ਪਾ ਕੇ ਰੋਂਦੀਆਂ ਰਹੀਆਂ। ਜੀਤੋ ਨੇ ਕਿਹਾ, ਭੈਣ ਮੈਂ ਮਰ ਚੱਲੀ ਹਾਂ, ਮੈਨੂੰ ਇਸ ਨਰਕ 'ਚੋਂ ਕੱਢ। ਤੂੰ ਤੇ ਕਹਿੰਦੀ ਸੀ ਮੈਨੂੰ ਪਿੰਡ ਛੱਡ ਆਉਣਗੇ, ਪਰ ਇਹਨਾਂ ਤਾਂ ਮੈਨੂੰ ਕੈਦ ਕਰ ਲਿਆ। ਮੈਨੂੰ ਕੀ ਪਤਾ ਸੀ ਤੈਨੂੰ ਮੇਰੇ ਤੋਂ ਧੋਖੇ ਨਾਲ ਲਿਆ ਰਹੇ ਨੇ। ਫਾਤਮਾ ਨੇ ਕਿਹਾ, ਜਦੋਂ ਦਾ ਮੈਨੂੰ ਪਤਾ ਲੱਗਿਆ ਕਿ ਤੂੰ ਘਰ ਨਹੀਂ ਪਹੁੰਚੀ ਉਸ ਦਿਨ ਤੋਂ ਮੈਂ ਵੀ ਆਰਾਮ ਨਾਲ ਨਹੀਂ ਸੁੱਤੀ ਤੇ ਮੈਂ ਇੱਥੇ ਬੜੀ ਔਖੀ ਹਾਂ। ਅੰਦਰ ਮੱਛਰ ਵੱਡ ਵੱਡ ਖਾਂਦੇ ਨੇ, ਪਿੱਤ ਨਾਲ ਮੇਰਾ ਸਾਰਾ ਪਿੰਡਾ ਭਰ ਗਿਆ। ਖਾਣ ਲਈ ਕੁਝ ਨਹੀਂ ਦਿੰਦੇ। ਜਿੰਨੇ ਬੰਦੇ ਇੱਥੇ ਫਿਰਦੇ ਨੇ ਸਭ ਮੇਰੇ ਵੱਲ ਬਘਿਆੜਾਂ ਵਾਂਗ ਵੇਖਦੇ ਨੇ। ਜੀਤੋ ਨੇ ਸਿਸਕੀਆਂ ਲੈਂਦਿਆਂ ਕਿਹਾ। ਰਹੀਮ ਖਾਨ ਕੁਝ ਦੇਰ ਦੂਰ ਖੜਾ ਉਹਨਾਂ ਦੀਆਂ ਗੱਲਾਂ ਸੁਣਨ ਦਾ ਯਤਨ ਕਰ ਰਿਹਾ ਸੀ। ਫਾਤਮਾ ਨੇ ਉਹਦੇ ਵੱਲ ਇਸ਼ਾਰਾ ਕਰਦਿਆਂ ਕਿਹਾ, ਇਹ ਵੀ ਇਸੇ ਤਰ੍ਹਾਂ ਵੇਖਦਾ ਹੈ, ਇਹ ਕਿਹੜਾ ਕਿਸੇ ਤੋਂ ਘੱਟ ਹੈ। ਜੀਤੋ ਨੇ ਬੜੀ ਹੌਲੀ ਜਿਹੀ ਕਿਹਾ ਤਾਂ ਕਿ ਰਹੀਮ ਖਾਨ ਸੁਣ ਨਾ ਲਏ।
ਇਹ ਤਾਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਫਸਾਉਣ ਲਈ। ਮੈਨੂੰ ਕਹਿੰਦਾ ਜੇ ਤੂੰ ਮੇਰੇ ਨਾਲ ਵਿਆਹ ਕਰਨਾ ਮੰਨ ਲਏ ਤਾਂ ਮੈਂ ਇੱਥੋਂ ਕੱਢ ਕੇ ਦੂਰ ਪਹੁੰਚਾ ਦਿੰਦਾ। ਅੱਛਾ, ਇਹ ਇੰਨਾ ਭੈੜਾ ਹੈ? ਫਾਤਮਾ ਨੇ ਅੱਖਾਂ ਟੀਰੀਆਂ ਜਿਹੀਆਂ ਕਰਕੇ ਰਹੀਮ ਖਾਨ ਵੱਲ ਦੇਖਦਿਆਂ ਕਿਹਾ। ਇਹਨੂੰ ਜਾਣਨੀ ਹੈ? ਇਹ ਕੌਣ ਹੈ? ਲੈ, ਮੈਂ ਇਹਨੂੰ ਨਹੀਂ ਜਾਣਦੀ, ਇਹੀ ਤਾਂ ਮੈਨੂੰ ਚੁੱਕ ਕੇ ਲਿਆਇਆ ਸੀ, ਜੀਤੋ ਨੇ ਕਿਹਾ। ਪਰ ਭੈਣ, ਤੂੰ ਇਹ ਤਾਂ ਦੱਸਿਆ ਹੀ ਨਹੀਂ ਕਿ ਤੈਨੂੰ ਮੇਰੇ ਇੱਥੇ ਕਿਵੇਂ ਪਤਾ ਲੱਗਿਆ? ਬਸ ਲੱਗ ਹੀ ਗਿਆ, ਫਾਤਮਾ ਨੇ ਕਿਹਾ ਤੇ ਫਿਰ ਰਹੀਮ ਖਾਨ ਨੂੰ ਇਸ਼ਾਰਾ ਕਰਕੇ ਨੇੜੇ ਸੱਦਿਆ। ਉਹਨੂੰ ਪਾਣੀ ਲਿਆਉਣ ਲਈ ਕਿਹਾ। ਰਹੀਮ ਖਾਨ ਪਾਣੀ ਦੀ ਤਾਜ਼ੀ ਬਾਲਟੀ ਲੈਣ ਲਈ ਖੂਹ 'ਤੇ ਚਲਾ ਗਿਆ। ਉਹਨੂੰ ਟੋਰ ਕੇ ਫਾਤਮਾ ਨੇ ਕਿਹਾ, ਇਹ ਰਹੀਮ ਖਾਨ ਮੇਰੇ 'ਤੇ ਮਰਦਾ ਹੈ, ਤੂੰ ਭੁੱਲਦੀ ਏ ਇਹ ਹਰ ਜਨਾਨੀ 'ਤੇ ਮਰਦਾ ਹੈ। ਫਾਤਮਾ ਦੀ ਗੱਲ ਨੂੰ ਵਿੱਚੇ ਟੋਕ ਕੇ ਜੀਤੋ ਨੇ ਕਿਹਾ, ਮੈਨੂੰ ਵੀ ਮਰ ਜਾਣ ਜੋਗਾ ਇਹੀ ਕਹਿੰਦਾ ਹੈ ਕਿ ਮੈਂ ਤੇਰੇ 'ਤੇ ਹੀ ਮਰਦਾ। ਤੂੰ ਨਹੀਂ ਸਮਝਦੀ, ਜੇ ਅਜਿਹੇ ਬੰਦੇ ਉੱਲੂ ਬਣ ਜਾਣ ਤਾਂ ਆਪਣਾ ਕੰਮ ਹੋ ਸਕਦਾ ਹੈ। ਅੱਜ ਵੀ ਮੈਂ ਇਹਦੇ ਨਾਲ 2 ਪਿਆਰ ਦੀਆਂ ਗੱਲਾਂ ਕੀਤੀਆਂ ਤਾਂ ਇਸ ਝੱਟ ਦੱਸ ਦਿੱਤਾ ਕਿ ਜੀਤੋ ਬਾਹਰ ਖੂਹ 'ਤੇ ਬੰਦ ਹੈ। ਜੇ ਜ਼ਰਾ ਇਹਨੂੰ ਹੋਰ ਪਿਆਰ ਨਾਲ ਬੋਲੀ ਤਾਂ ਉਸ ਮਿਲਾਉਣ ਦਾ ਪ੍ਰੋਗਰਾਮ ਵੀ ਬਣਾ ਲਿਆ। ਵੇਖ ਲੈ, ਹੁਣ ਕੋਈ ਸਿਪਾਹੀ ਇੱਥੇ ਦਿਸਦਾ ਹੀ? ਸਭ ਇੱਥੋਂ ਟੋਰ ਦਿੱਤੇ ਨੇ। ਚੰਗਾ, ਹੁਣ ਅਸੀਂ ਕੰਮ ਦੀ ਗੱਲ ਕਰੀਏ, ਫਾਤਮਾ ਨੇ ਕਿਹਾ। ਤੈਨੂੰ ਇੱਥੋਂ ਕੱਢਣ ਦਾ ਰਾਹ ਕੱਢਣਾ ਚਾਹੀਦਾ ਹੈ। ਮੈਨੂੰ ਨਾਲ ਲੈ ਚਲੋ, ਮੈਂ ਹੁਣ ਇੱਥੇ ਨਹੀਂ ਰਹਿਣਾ। ਜੀਤੋ ਨੇ ਨਿੱਕੇ ਬੱਚਿਆਂ ਵਾਂਗ ਫਾਤਮਾ ਨੂੰ ਗਲਵੱਕੜੀ ਪਾ ਲਈ। ਨਹੀਂ, ਹੁਣ ਨਹੀਂ ਲਿਜਾ ਸਕਦੇ। ਕਿਉਂ? ਇਹ ਗਰੀਬ ਮਾਰਿਆ ਜਾਊਗਾ। ਰਹੀਮ ਖਾਨ ਮਾਰੇ ਜਾਣ ਦਿਓ ਸੂ, ਇਸ ਕਿਹੜੀ ਮੇਰੇ ਨਾਲ ਘੱਟ ਕੀਤੀ ਹੈ? ਇਹੀ ਤਾਂ ਸਾਰੇ ਪੁਆੜੇ ਦੀ ਜੜ ਹੈ, ਜੀਤੋ ਨੇ ਕਿਹਾ। ਫਾਤਮਾ ਨੇ ਸਭ ਕੁਝ ਸੋਚ ਕੇ ਪੁੱਛਿਆ, ਚਾਚਾ ਜੀ ਕਿੰਨੇ ਕੁ ਵਾਰ ਆਏ ਨੇ? ਜਦੋਂ ਦੇ ਛੱਡ ਕੇ ਗਏ ਨੇ ਫੇਰ ਨਹੀਂ ਆਏ, ਜੀਤੋ ਨੇ ਦੱਸਿਆ। ਸਿਪਾਹੀ ਪੀ ਕਹਿੰਦੇ ਸਨ ਕਿ ਕਾਦਰ ਬਖਸ਼ ਗੁਆਚ ਗਿਆ ਤੇ ਉਹਨੂੰ ਲੱਭਣ ਗਏ ਨੇ। ਇਹ ਕਾਦਰ ਬਖਸ਼ ਤੁਹਾਡਾ ਭਰਾ ਤਾਂ ਨਹੀਂ? ਉਹੀ ਹੈ, ਫਾਤਮਾ ਨੇ ਕਿਹਾ। ਉਹ ਸਿੱਖਾਂ ਦੇ ਕਾਬੂ ਆ ਗਿਆ ਸੀ ਪਰ ਉਹਨਾਂ ਛੱਡ ਦਿੱਤਾ ਹੈ। ਪਰ ਇਹ ਇਕਰਾਰ ਕਰਕੇ ਕਿ ਕਾਦਰ ਬਖਸ਼ ਜੀਤੋ ਨੂੰ ਛੁਡਾ ਕੇ ਘਰ ਪਹੁੰਚਾਏਗਾ। ਤੇ ਉਹਨਾਂ ਨੂੰ ਮੇਰਾ ਕਿਵੇਂ ਪਤਾ ਲੱਗਾ? ਉਹ ਮੈਨੂੰ ਕਿਵੇਂ ਜਾਣਦੇ ਨੇ? ਜੀਤੋ ਨੇ ਬੜੀ ਹੈਰਾਨੀ ਨਾਲ ਪੁੱਛਿਆ। ਕਾਦਰ ਬਖਸ਼ ਨੇ ਆਪ ਹੀ ਦੱਸਿਆ ਸੀ, ਨਾਲੇ ਤੈਨੂੰ ਮੈਂ ਦੱਸਣਾ ਹੀ ਭੁੱਲ ਗਈ। ਕਾਦਰ ਬਖਸ਼ ਤੇਰੇ ਸਹੁਰੇ ਪਿੰਡ ਗਿਆ ਸੀ, ਉੱਥੇ ਉਹਨੂੰ ਪਤਾ ਲੱਗਾ ਕਿ ਦਿਆਲਾ ਸਿੱਖ ਬਣ ਗਿਆ, ਫਾਤਮਾ ਨੇ ਦੱਸਿਆ। ਤੇ ਫਿਰ ਉਹ ਮਿਲੇ ਨਹੀਂ? ਜੀਤੋ ਨੇ ਤੌਖਲੇ ਨਾਲ ਪੁੱਛਿਆ। ਨਹੀਂ, ਅੱਜ ਕੱਲ੍ਹ ਜਿਹੜਾ ਸਿੱਖ ਬਣ ਜਾਏ ਉਹ ਘਰ ਘੱਟ ਵੱਧ ਹੀ ਰਹਿ ਸਕਦਾ ਹੈ। ਇਸੇ ਲਈ ਦਿਆਲਾ ਵੀ ਕਿਸੇ ਟੋਲੀ ਨਾਲ ਰਲ ਗਿਆ ਜਾਪਦਾ ਹੈ। ਫਾਤਮਾ ਨੇ ਦੇਖਿਆ ਕਿ ਜੀਤੋ ਇੱਕਦਮ ਮੁਰਝਾ ਗਈ ਹੈ, ਇਸ ਲਈ ਉਹਨੇ ਤਸੱਲੀ ਦੇਣ ਲਈ ਕਿਹਾ, ਪਰ ਕਾਦਰ ਬਖਸ਼ ਨੂੰ ਛੇਤੀ ਦਿਆਲਾ ਮਿਲ ਪਏਗਾ। ਅਸੀਂ ਤੈਨੂੰ ਤੇਰੇ ਸਹੁਰੇ ਘਰ ਭੇਜ ਹੀ ਦੇਣਾ ਹੈ। ਜੀਤੋ ਸ਼ਰਮਾ ਗਈ। ਅਜੇ ਤੱਕ ਉਹ ਸਹੁਰੇ ਨਹੀਂ ਗਈ ਸੀ, ਇਸ ਲਈ ਸਹੁਰੇ ਘਰ ਦਾ ਨਾਂ ਸੁਣਦਿਆਂ ਉਹਨੂੰ ਸ਼ਰਮ ਆ ਗਈ। ਫਾਤਮਾ ਨੇ ਫੇਰ ਕਿਹਾ, ਤੈਨੂੰ ਇੱਥੋਂ ਕੱਢਣ ਦਾ ਕਿਹੜਾ ਤਰੀਕਾ ਹੈ? ਹੋ ਸਕਦਾ ਹੈ ਆਪਣੇ ਚਾਚਾ ਜੀ ਨੂੰ ਸਾਫ਼ ਕਹਿ ਦਿਓ ਕਿ ਮੈਨੂੰ ਛੱਡ ਦੇਣ, ਜੀਤੋ ਨੇ ਕਿਹਾ। ਨਹੀਂ, ਮੈਂ ਸਮਝਦੀ ਹਾਂ ਕਿ ਹੁਣ ਇਹ ਮਾਮਲਾ ਇਸ ਤਰ੍ਹਾਂ ਹੱਲ ਨਹੀਂ ਹੋਣਾ। ਸਾਨੂੰ ਹੀ ਕੋਈ ਯਤਨ ਕਰਨਾ ਚਾਹੀਦਾ ਹੈ ਜਿਸ ਨਾਲ ਸੱਪ ਵੀ ਮਰ ਜਾਏ, ਲਾਠੀ ਵੀ ਵੱਜ ਜਾਏ, ਤੂੰ ਵੀ ਵੱਜ ਜਾਏ ਤੇ ਮੇਰੀ ਤੇ ਚਾਚਾ ਜੀ ਦੀ ਵੀ ਨਾ ਵਿਗੜੇ ਤੇ ਨਾ ਹੀ ਰਹੀਮ ਤੇ ਕੋਈ ਦੂਸ਼ਣ ਲੱਗੇ। ਰਹੀਮ ਖਾਨ ਪਾਣੀ ਦੀ ਬਾਲਟੀ ਭਰ ਕੇ ਲੈ ਆਇਆ। ਜਦ ਤੋਂ ਇਸ ਖੂਹ ਤੇ ਰਹੀਮ ਨੂੰ ਭੇਜਿਆ ਗਿਆ, ਅੱਜ ਪਹਿਲੀ ਵਾਰ ਉਸ ਆਪ ਪਾਣੀ ਦੀ ਬਾਲਟੀ ਭਰੀ ਸੀ। ਭਰਦਾ ਵੀ ਕਿਸ ਤਰ੍ਹਾਂ ਨਾ, ਜਦ ਕਿ ਫਾਤਮਾ ਨੇ ਹੁਕਮ ਦਿੱਤਾ ਸੀ। ਉਹਨੂੰ ਆਉਂਦਾ ਦੇਖ ਕੇ ਫਾਤਮਾ ਨੇ ਇਸ ਗੱਲ ਦਾ ਰੁੱਖ ਮੋੜ ਲਿਆ ਤੇ ਕਿਹਾ, ਜੀਤੋ ਤੂੰ ਨਹੀਂ ਜਾਣਦੀ, ਇਹ ਮੇਰੇ ਦਿਲ ਦਾ ਜਾਨੀ ਹੈ। ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਇਹਨਾਂ ਨੂੰ ਕਹੀਂ, ਇਹ ਤੇਰੀ ਮਦਦ ਕਰਨਗੇ। ਕਿਉਂ ਕਰੋਗੇ ਨਾ ਰਹੀਮ ਜੀ? ਕਿਉਂ ਨਹੀਂ, ਮੈਂ ਨੌਕਰ ਕਿਹਦਾ? ਮੇਰੇ ਹੁੰਦਿਆਂ ਇਹਨਾਂ ਦੀ ਵਾਹ ਵੱਲ ਵੀ ਕੋਈ ਨਹੀਂ ਦੇਖ ਸਕਦਾ, ਰਹੀਮ ਨੇ ਕਿਹਾ। ਦੇਖੋ ਰਹੀਮ ਖਾਨ ਜੀ, ਚਾਚਾ ਜੀ ਆਉਣ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਟਾਲ ਦੇਣਾ, ਸਮਝ ਗਏ ਹੋ ਨਾ ਮੇਰੀ ਗੱਲ? ਫਾਤਮਾ ਨੇ ਕਿਹਾ। ਚੰਗਾ ਜੀਤੋ, ਮੈਂ ਚੱਲਦੀ ਹਾਂ, ਕੋਈ ਆ ਨਾ ਜਾਏ, ਮੈਂ ਕਦੇ ਕਦੇ ਤੈਨੂੰ ਮਿਲਣ ਆ ਜਾਇਆ ਕਰਾਂਗੀ। ਮੈਨੂੰ ਇੱਥੋਂ ਕਦੋਂ ਲੈ ਚੱਲੋਗੇ? ਜੀਤੋ ਨੇ ਪੁੱਛਿਆ। ਜਾਣਾ ਤੂੰ ਕਿੱਥੇ ਹੈ? ਫਾਤਮਾ ਨੇ ਕਿਹਾ। ਜੀਤੋ ਦਾ ਫੇਰ ਰੋਣ ਨਿਕਲ ਗਿਆ। ਫਾਤਮਾ ਨੇ ਉਹਨੂੰ ਗਲਵੱਕੜੀ 'ਚ ਲੈ ਲਿਆ ਤੇ ਉਹਦੇ ਕੰਨ 'ਚ ਹੌਲੀ ਜੀ ਕਿਹਾ, ਘਬਰਾਉਂਦੀ ਕਿਉਂ ਹੈ? ਮੈਂ ਤੇਰਾ ਹੁਣੇ ਪ੍ਰਬੰਧ ਕਰ ਦੇਣਾ। ਰਹੀਮ ਸਾਹਮਣੇ ਤੈਨੂੰ ਕਿਵੇਂ ਦੱਸਦੇ ਹਾਂ ਕਿ ਕਿਸ ਤਰ੍ਹਾਂ ਤੇ ਕਦੋਂ ਲੈ ਕੇ ਜਾਣਾ ਹੈ। ਜੀਤੋ ਉੱਠ ਕੇ ਕਮਰੇ 'ਚ ਚਲੀ ਗਈ ਤੇ ਰਹੀਮ ਬਾਹਰ ਦਰਵਾਜ਼ਾ ਬੰਦ ਕਰਨ ਲਈ ਗਿਆ। ਫਾਤਮਾ ਝਟਪਟ ਪੱਟੀ ਦੇ ਰਾਹ ਪੈ ਗਈ। ਰਹੀਮ ਖਾਨ ਜਦ ਦਰਵਾਜ਼ਾ ਬੰਦ ਕਰਕੇ ਮੁੜਿਆ ਤਾਂ ਫਾਤਮਾ ਜਾ ਚੁੱਕੀ ਸੀ। ਉਸ ਆਸ-ਪਾਸ ਦੇਖਿਆ ਤੇ 1-2 ਆਵਾਜ਼ਾਂ ਵੀ ਦਿੱਤੀਆਂ, ਪਰ ਫਾਤਮਾ ਅਣਸੁਣੀਆਂ ਕਰਕੇ ਤੇਜ਼ ਕਦਮ ਪੁੱਟਦੀ ਚਲੀ ਗਈ। ਅੰਗ 13ਵਾਂ। ਜੀਤੋ ਕਮਰੇ ਦੀ ਤਾਕੀ ਅੱਗੇ ਖਲੋਤੀ ਸੋਚਾਂ ਦੇ ਵਹਿਣ 'ਚ ਰੁੜੀ ਜਾ ਰਹੀ ਸੀ। ਉਹ ਸਿੱਖਾਂ ਬਾਰੇ ਬਹੁਤ ਕੁਝ ਸੁਣਿਆ ਜਾਣਿਆ ਨਹੀਂ ਸੀ। ਪਿੰਡ ਦੀਆਂ ਕੁੜੀਆਂ ਕਦੇ-ਕਦੇ ਗੱਲਾਂ ਕਰਦੀਆਂ ਕਿ ਸਿੱਖ ਬੜੇ ਬਹਾਦਰ ਹੁੰਦੇ ਐ, ਇਹਨਾਂ ਕਿਸੇ ਦੀ ਇੱਜ਼ਤ ਲੁੱਟਣ ਦਾ ਯਤਨ ਨਹੀਂ ਕੀਤਾ, ਸਰਕਾਰ ਨਾਲ ਇਹਨਾਂ ਦੀ ਉੱਕੀ ਨਹੀਂ ਬਣਦੀ।
ਫਿਰ ਉਹਨੂੰ ਦਿਆਲੇ ਦਾ ਖਿਆਲ ਆਇਆ, ਉਹ ਸਿੱਖ ਬਣ ਗਿਆ ਹੋਏਗਾ। ਉੱਤੋਂ ਤੇ ਘੋਣ ਮੋਹਨ ਸੀ ਤੇ ਪਗੜੀ ਵੀ ਸ਼ਾਇਦ ਪਹਿਲੀ ਵਾਰੀ ਬੰਨੀ ਸੀ, ਪਰ ਹੁਣ ਬੜੀ ਘੋਟਵੀਂ ਪਗੜੀ ਬੰਨੀ ਹੋਏਗੀ। ਹੁਣ ਤੇ ਪਛਾਣੇ ਵੀ ਨਹੀਂ ਜਾ ਸਕਣਗੇ। ਫਿਰ ਉਹਨੂੰ ਖਿਆਲ ਆਉਂਦਾ ਕਿ ਪਤਾ ਨਹੀਂ ਉਹ ਜਿਉਂਦੇ ਵੀ ਹੈ ਕਿ ਨਹੀਂ। ਜਦੋਂ ਖਿਆਲ ਨਹੀਂ ਤੇ ਪੁੱਜਿਆ ਤਾਂ ਉਹਦਾ ਸਾਰਾ ਸਰੀਰ ਕੰਬ ਗਿਆ। ਉਹਦੀਆਂ ਅੱਖਾਂ ਵਿੱਚ ਆਪ ਮੁਹਾਰੇ ਅੱਥਰੂ ਵਗ ਪਏ। ਰੋ ਰੋ ਕੇ ਉਹਦੀਆਂ ਅੱਖਾਂ ਦੇ ਅੱਥਰੂ ਵੀ ਸੁੱਕ ਗਏ ਸਨ ਤੇ ਹੁਣ ਜਦੋਂ ਜਜ਼ਬੇ ਦਾ ਬਹੁਤਾ ਹੀ ਜ਼ੋਰ ਪੈਂਦਾ ਤਾਂ ਇੱਕ ਅੱਧ ਅੱਥਰੂ ਹੀ ਆਉਂਦਾ ਤੇ ਬਹੁਤੀ ਵਾਰੀ ਉਹ ਪਲਕਾਂ 'ਚ ਹੀ ਅੜਿਆ ਰਹਿੰਦਾ। ਅਖੀਰ ਉਹ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝ ਕੇ ਫਿਰ ਖਿਆਲਾਂ 'ਚ ਡੁੱਬ ਜਾਂਦੀ। ਫਾਤਮਾ ਮੈਨੂੰ ਕਿਵੇਂ ਲਿਜਾਏਗੀ? ਉਹਨੂੰ ਖਿਆਲ ਆਇਆ ਰਹੀਮ ਖਾਨ ਬਾਰੇ ਵੀ ਉਹਨੂੰ ਗਲਤ ਖਿਆਲ ਏ। ਫਿਰ ਉਹ ਸੋਚਿਆ ਨਹੀਂ, ਆਖਰ ਤੇ ਮਰਦ ਏ ਤੇ ਫਿਰ ਮਰਦ ਵੀ ਨੀਵੀਂ ਕਿਸਮ ਦਾ, ਜ਼ਰੂਰ ਹਰ ਗੱਲ ਕਰਨ ਲਈ ਤਿਆਰ ਹੋ ਸਕਦਾ ਹੈ। ਜੀਤੋ ਨੇ ਬਾਹਰ ਨਜ਼ਰ ਮਾਰੀ ਤਾਂ ਰਹੀਮ ਖਾਨ ਥੋੜ੍ਹੀ ਦੂਰ ਇੱਕ ਪਾਸੇ ਮੰਜਾ ਢਾ ਕੇ ਲੇਟਿਆ ਪਿਆ ਸੀ। ਉਸ ਆਸੇ ਪਾਸੇ ਵੀ ਨਜ਼ਰ ਮਾਰੀ, ਫਿਰ ਉਹਨੂੰ ਕੋਈ ਨਾ ਦਿਸਿਆ। ਜ਼ਰਾ ਗੱਲ ਸੁਣੋਗੇ? ਉਸ ਆਵਾਜ਼ ਮਾਰੀ, ਪਰ ਰਹੀਮ ਖਾਨ ਸੁੱਤਾ ਪਿਆ ਸੀ। ਉਸ ਆਵਾਜ਼ ਨਾ ਸੁਣੀ। ਜੀਤੋ ਨੇ ਫਿਰ ਆਵਾਜ਼ ਦਿੱਤੀ, ਰਹੀਮ ਖਾਨ ਜੀ। ਰਹੀਮ ਖਾਨ ਤਰਬਕ ਕੇ ਉੱਠ ਬੈਠਾ। ਇੱਕ ਜਨਾਨਾ ਆਵਾਜ਼ ਰਹੀਮ ਖਾਨ ਦਾ ਨਾਂ ਲੈ ਰਹੀ ਸੀ। ਇਸ ਖੂਹ ਤੇ ਉਹਨੂੰ ਕੌਣ ਆਵਾਜ਼ ਦੇਣ ਆ ਸਕਦਾ ਹੈ? ਉਹ ਮੰਜੇ ਤੇ ਹੈਰਾਨ ਹੋ ਕੇ ਬੈਠ ਗਿਆ ਤੇ ਚਾਰ ਚੁਫੇਰੇ ਨਜ਼ਰ ਮਾਰੀ, ਪਰ ਉਹਨੂੰ ਕੋਈ ਨਾ ਦਿਸਿਆ। ਅਜੇ ਤੱਕ ਕਦੇ ਜੀਤੋ ਨੇ ਉਹਨੂੰ ਆਵਾਜ਼ ਨਹੀਂ ਸੀ ਦਿੱਤੀ, ਇਸ ਲਈ ਉਹਨੂੰ ਸ਼ੱਕ ਵੀ ਨਹੀਂ ਹੋ ਸਕਦਾ ਸੀ ਕਿ ਜੀਤੋ ਹੀ। ਉਹ ਸਮਝਿਆ ਸ਼ਾਇਦ ਐਵੇਂ ਮੇਰੇ ਕੰਨ ਹੀ ਬੋਲਦੇ ਹੋਣ, ਇਸ ਲਈ ਉਹ ਫੇਰ ਲੇਟ ਗਿਆ। ਜੀਤੋ ਦਾ ਖਿਆਲ ਸੀ ਕਿ ਸੁੱਤਾ ਉੱਠਿਆ ਏ, ਹੁਣ ਆਏਗਾ। ਮੰਜਾ ਉਹਦਾ ਤਾਕੀ ਦੇ ਇੱਕ ਪਾਸੇ ਤਿਰਛੂਆ ਜਿਹਾ ਸੀ, ਜਿਸ ਵੱਲ ਦੇਖਣ ਲਈ ਤਾਕੀ ਦੇ ਬਿਲਕੁਲ ਨਾਲ ਇੱਕ ਨੁੱਕਰੇ ਲੱਗਣਾ ਪੈਂਦਾ ਸੀ। ਜੀਤੋ ਨੇ ਫੇਰ ਆਵਾਜ਼ ਦਿੱਤੀ, ਰਹੀਮ ਖਾਨ ਜੀ ਜ਼ਰਾ ਗੱਲ ਸੁਣਿਆ ਜੇ। ਹੁਣ ਰਹੀਮ ਖਾਨ ਜਾਗਦਾ ਸੀ, ਇਸ ਲਈ ਸਮਝ ਗਿਆ ਕਿ ਇਹ ਆਵਾਜ਼ ਤਾਕੀ ਵਿੱਚੋਂ ਹੀ ਆ ਰਹੀ ਹੈ। ਝੱਟ ਮੰਜੇ ਤੋਂ ਉੱਠਿਆ, ਤਾਕੀ ਸਾਹਮਣੇ ਆ ਗਿਆ। ਜੀਤੋ ਤਾਕੀ ਪਿੱਛੇ ਖਲੋਤੀ ਅੱਜ ਪਹਿਲੀ ਵਾਰ ਉਹਦੇ ਵੱਲ ਵੇਖ ਰਹੀ ਸੀ। ਅੱਗੇ ਜਦੋਂ ਕਦੇ ਵੀ ਰਹੀਮ ਖਾਨ ਤਾਕੀ ਸਾਹਮਣੇ ਆਉਂਦਾ ਤਾਂ ਜੀਤੋ ਇੱਕਦਮ ਅੱਖਾਂ ਨੀਵੀਆਂ ਪਾ ਲੈਂਦੀ ਤੇ ਜਿੰਨੀ ਦੇਰ ਉਹ ਖਲੋਤਾ ਰਹਿੰਦਾ ਉਹਦੇ ਵੱਲ ਅੱਖ ਪੁੱਟ ਕੇ ਨਾ ਤੱਕਦੀ। ਇੱਕ ਦੋ ਵਾਰ ਰਹੀਮ ਖਾਨ ਨੇ ਦਰਵਾਜ਼ਾ ਖੋਲ੍ਹ ਕੇ ਕਮਰੇ ਵਿੱਚ ਵੀ ਜਾਣ ਦਾ ਯਤਨ ਕੀਤਾ, ਪਰ ਜਦੋਂ ਵੀ ਉਹ ਮੁਹਾਰ ਟੱਪਦਾ ਤਾਂ ਜੀਤੋ ਚੀਕਾਂ ਮਾਰਨ ਲੱਗ ਜਾਂਦੀ ਤੇ ਰਹੀਮ ਖਾਨ ਇਸ ਗੱਲ ਤੋਂ ਡਰਦਾ ਮੁੜ ਜਾਂਦਾ ਕਿ ਕਿਧਰੇ ਕਿਸੇ ਸਿਪਾਹੀ ਨੇ ਦੇਖ ਲਿਆ ਤਾਂ ਜਾਫਰ ਬੇਗ ਨੂੰ ਜਾ ਦੱਸੇਗਾ। ਰਹੀਮ ਖਾਨ ਦਾ ਸਿਪਾਹੀਆਂ ਨਾਲ ਵਤੀਰਾ ਚੰਗਾ ਨਹੀਂ ਸੀ ਤੇ ਇਸ ਲਈ ਇਹਨੂੰ ਵੀ ਸਦਾ ਡਰ ਰਹਿੰਦਾ ਸੀ ਕਿ ਸਿਪਾਹੀ ਕਿਸੇ ਵੇਲੇ ਵੀ ਜਾਫਰ ਬੇਗ ਨੂੰ ਉਹਦੇ ਬਾਰੇ ਦੱਸ ਸਕਦੇ ਆ। ਅੱਜ ਪਹਿਲੀ ਵੇਰ ਜੀਤੋ ਨੇ ਉਹਨੂੰ ਆਪ ਬੁਲਾਇਆ ਸੀ ਤੇ ਫਿਰ ਉਹਦੇ ਵੱਲ ਤੱਕਿਆ ਸੀ। ਰਹੀਮ ਖਾਨ ਨੇ ਪੁੱਛਿਆ, ਤੂੰ ਸੱਦਿਆ ਏ? ਜੀ ਆ, ਜੀਤੋ ਨੇ ਕਿਹਾ। ਕਿਉਂ? ਰਹੀਮ ਖਾਨ ਨੇ ਹੈਰਾਨ ਹੋ ਕੇ ਕਿਹਾ। ਉਹਦਾ ਖਿਆਲ ਸੀ ਕਿ ਸ਼ਾਇਦ ਫਾਤਮਾ ਨਾਲ ਮੇਰੀਆਂ ਗੱਲਾਂ ਦੀ ਰੌਸ਼ਨੀ 'ਚ ਇਹਦਾ ਵਤੀਰਾ ਬਦਲ ਗਿਆ। ਤੁਸੀਂ ਫਾਤਮਾ ਨੂੰ ਪਿਆਰ ਕਰਦੇ ਹੋ? ਜੀਤੋ ਨੇ ਬੜੀ ਨਿਝੱਕ ਹੋ ਕੇ ਪੁੱਛਿਆ। ਨਹੀਂ, ਰਹੀਮ ਖਾਨ ਨੇ ਉੱਤਰ ਦਿੱਤਾ। ਤੁਸੀਂ ਮੈਨੂੰ ਧੋਖਾ ਦਿੰਦੇ ਹੋ? ਜੀਤੋ ਨੇ ਸਾਫ਼ ਕਹਿ ਦਿੱਤਾ। ਮੈਨੂੰ ਫਾਤਮਾ ਦੱਸ ਗਈ ਹੈ ਸਾਰੀ ਗੱਲ। ਕੀ ਦੱਸਿਆ ਉਸ? ਰਹੀਮ ਖਾਨ ਨੇ ਉਤਾਵਲੇ ਹੋ ਕੇ ਪੁੱਛਿਆ। ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਉਹਨੂੰ ਪਿਆਰ ਕਰਦੇ ਹੋ ਕਿ ਨਹੀਂ? ਜੀਤੋ ਨੇ ਫਿਰ ਪੁੱਛਿਆ। ਹਾਂ, ਮੈਂ ਉਹਨੂੰ ਪਿਆਰ ਕਰਦਾ। ਹੁਣ ਦੱਸ, ਉਸ ਤੈਨੂੰ ਕੀ ਕਿਹਾ? ਬਸ ਇਹੀ ਜੋ ਕੁਝ ਤੁਸੀਂ ਕਿਹਾ, ਜੀਤੋ ਨੇ ਕਿਹਾ। ਉਸ ਬਿਨਾਂ ਹੁਣ ਦਿਨ ਕਿਵੇਂ ਕੱਟ ਰਹੇ ਹੋ? ਕੀ ਪੁੱਛਦੀ ਹਾਂ? ਉਸ ਬਿਨਾਂ ਮੇਰਾ ਹਾਲ ਕੀ ਹੈ? ਕਈ ਵਾਰੀ ਤਾਂ ਜੀ ਕਰਦਾ ਹੈ ਫਾਤਮਾ ਨੂੰ ਚਸ਼ਮਾਂ ਤੇ ਬਿਠਾਈ ਰੱਖਾਂ, ਪਰ ਜਦੋਂ ਉਹਦੇ ਕਈ ਦਿਨ ਦਰਸ਼ਨ ਨਹੀਂ ਹੁੰਦੇ ਤਾਂ ਜੀ ਕਰਦਾ ਇਸ ਜਿਉਣ ਨਾਲੋਂ ਤਾਂ ਮਰ ਜਾਈਏ। ਸੱਚੀ? ਜੀਤੋ ਨੇ ਮਾਸੂਮਾਂ ਵਾਲਾ ਮੂੰਹ ਬਣਾ ਕੇ ਕਿਹਾ। ਪਿਆਰ ਵਿੱਚ ਇਹ ਹਾਲਤ ਹੋ ਜਾਂਦੀ ਏ? ਤੈਨੂੰ ਨਹੀਂ ਪਤਾ? ਰਹੀਮ ਖਾਨ ਨੇ ਪੁੱਛਿਆ। ਐਵੇਂ ਤੇ ਨਹੀਂ ਦਿਨ ਰਾਤ ਰੋਂਦੀ ਰਹਿੰਦੀ? ਪਰ ਤੈਨੂੰ ਮੇਰੀ ਹਾਲਤ ਤੇ ਤਰਸ ਨਹੀਂ ਆਇਆ? ਤੁਸੀਂ ਮੈਨੂੰ ਲਿਆਉਣ ਵਾਲੇ ਹੋ, ਜੀਤੋ ਨੇ ਕਿਹਾ। ਘੱਟੋ ਘੱਟ ਪਿਆਰ ਕਰਨ ਵਾਲੇ ਨੂੰ ਤਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮੇਰੇ ਵੱਸ ਦੀ ਗੱਲ ਨਹੀਂ। ਜੋ ਕੁਝ ਮੈਂ ਕੀਤਾ ਉਹ ਜਾਫਰ ਬੇਗ ਦੇ ਕਹਿਣ ਤੇ ਕੀਤਾ, ਰਹੀਮ ਖਾਨ ਨੇ ਕਿਹਾ। ਚਲੋ ਹੁਣ ਹੀ ਛੱਡ ਦਿਓ, ਜੀਤੋ ਨੇ ਕਿਹਾ। ਤੈਨੂੰ ਛੱਡ ਦਿਆਂ ਤੇ ਆਪਣੀ ਨੌਕਰੀ ਗਵਾ ਲਵਾਂ, ਰਹੀਮ ਖਾਨ ਨੇ ਕਿਹਾ। ਜਾਫਰ ਬੇਗ ਨੇ ਮੇਰੇ ਸਿਰ ਦਾ ਵਾਲ ਇੱਕ ਨਹੀਂ ਛੱਡਣਾ। ਫਿਰ ਤੁਹਾਨੂੰ ਵੀ ਫਾਤਮਾ ਨਹੀਂ ਮਿਲਦੀ, ਜੀਤੋ ਨੇ ਕਿਹਾ। ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਮੈਂ ਤੁਹਾਡਾ ਤੇ ਫਾਤਮਾ ਦਾ ਕੰਮ ਬਣਾ ਦਿਆਂਗੀ। ਕਿਵੇਂ? ਹੁਣੇ ਕਿਉਂ ਦੱਸਾਂ? ਤੈਨੂੰ ਛੱਡਿਆ ਤੇ ਤੂੰ ਨੱਸ ਜਾਣਾ ਤੇ ਫਿਰ ਮੈਂ ਕਿਸ ਨੂੰ ਫੜਾਂਗਾ, ਰਹੀਮ ਖਾਨ ਨੇ ਕਿਹਾ। ਜੇ ਤੁਹਾਨੂੰ ਮੇਰੇ ਤੇ ਇਤਬਾਰ ਨਹੀਂ ਆਉਂਦਾ ਤਾਂ ਕੋਈ ਲਾਭ ਨਹੀਂ ਹੋ ਸਕਦਾ। ਆਖਰ ਦੁਨੀਆ 'ਚ ਇਤਬਾਰ ਨਾਲ ਹੀ ਕੰਮ ਹੁੰਦੇ ਨੇ। ਜੇ ਤੁਸੀਂ ਭਰੋਸਾ ਕਰ ਹੀ ਨਹੀਂ ਸਕਦੇ ਤਾਂ ਭਰੋਸਾ ਲੈ ਕਿਵੇਂ ਸਕਦੇ ਹੋ? ਫਾਤਮਾ ਨਾਲ ਇਸ ਮਾਮਲੇ 'ਤੇ ਸਾਰੀ ਗੱਲ ਕਰ ਲਈਏ। ਤੁਸੀਂ ਪਾਣੀ ਲੈਣ ਗਏ ਹੋਏ ਸੀ ਤੇ ਮੈਂ ਉਹਨੂੰ ਕਿਹਾ ਸੀ, ਉਹਦਾ ਤੁਹਾਨੂੰ ਪਤਾ ਹੀ ਹੈ ਮੇਰੇ ਨਾਲ ਕਿੰਨਾ ਪਿਆਰ ਹੈ। ਮੇਰੇ ਪਿੱਛੇ ਵਿਚਾਰੀ ਰਾਤ ਨੂੰ ਆਪਣੀ ਜਾਨ ਤੇ ਆਪਣੀ ਇੱਜ਼ਤ ਖਤਰੇ 'ਚ ਪਾ ਕੇ ਆਈ ਸੀ।
ਉਹ ਕਹਿ ਗਈ ਹੈ ਕਿ ਜੇ ਰਹੀਮ ਖਾਨ ਹੋਰੀ ਇੰਨੀ ਕੁਰਬਾਨੀ ਕਰ ਦੇਣ ਤੇ ਮੈਂ ਉਹਨਾਂ ਨਾਲ ਵਿਆਹ ਕਰਨ ਲਈ ਤਿਆਰ ਹਾਂ। ਹੁਣ ਦੱਸੋ ਤੁਹਾਡੀ ਕੀ ਸਲਾਹ ਹੈ? ਜੀਤੋ ਨੇ ਬੜੀ ਹੁਸ਼ਿਆਰੀ ਨਾਲ ਰਹੀਮ ਖਾਨ ਨੂੰ ਕਾਬੂ ਕਰ ਲਿਆ। ਉਹ ਸੋਚੀ ਪੈ ਗਿਆ ਕਿ ਹੁਣ ਕੀ ਕਰੇ। ਜੇ ਉਹ ਜੀਤੋ ਨੂੰ ਛੱਡ ਦੇ ਤਾਂ ਜਾਫਰ ਬੇਗ ਨੇ ਜਾਨ ਨਹੀਂ ਛੱਡਣੀ। ਹੋ ਸਕਦਾ ਹੈ ਕਿ ਉਹ ਇੰਨਾ ਗੁੱਸੇ ਹੋ ਜਾਏ ਕਿ ਉਸ ਫਾਤਮਾ ਦਾ ਰਿਸ਼ਤਾ ਕਰਨਾ ਵੀ ਹੋਵੇ ਤਾਂ ਵੀ ਮੇਰੇ ਨਾਲ ਕਰਨ ਤੋਂ ਇਨਕਾਰ ਕਰ ਦੇ। ਆਖਿਰ ਉਹਦੀ ਮਰਜ਼ੀ ਤੋਂ ਬਿਨਾਂ ਤਾਂ ਵਿਆਹ ਨਹੀਂ ਹੋ ਸਕਦਾ। ਝੱਟ ਸੋਚਣ ਪਿੱਛੋਂ ਉਸ ਕਿਹਾ, ਜੀਤੋ ਮੈਂ ਤੈਨੂੰ ਛੱਡਣ ਲਈ ਤਿਆਰ ਹਾਂ, ਵੇਖੀ ਜਾਏਗੀ ਜੋ ਕੁਝ ਮੇਰੇ ਨਾਲ ਬੀਤੇਗੀ, ਪਰ ਇੱਕ ਸ਼ਰਤ ਹੈ ਕਿ ਫਾਤਮਾ ਮੇਰੇ ਸਾਹਮਣੇ ਕਹਿ ਦੇਵੇ ਕਿ ਮੈਂ ਜੀਤੋ ਨੂੰ ਛੱਡ ਦਿਆਂ ਤਾਂ ਮੇਰੇ ਨਾਲ ਵਿਆਹ ਕਰਾ ਲਏਗੀ। ਫਿਰ ਮੈਂ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ। ਉਹ ਕਹਿ ਦੇਗੀ ਮੈਂ ਛੱਡ ਦਿਆਂਗਾ। ਉਹ ਕਦੋਂ ਕਹੇਗੀ? ਮੈਂ ਇਹਨੂੰ ਅੱਜ ਹੀ ਸੁਨੇਹਾ ਭੇਜ ਦਿੰਦੀ ਹਾਂ ਕਿ ਕੱਲ੍ਹ ਰਾਤ ਨੂੰ ਜ਼ਰੂਰ ਆ ਕੇ ਮਿਲੇ, ਤੁਹਾਡੇ ਸਾਹਮਣੇ ਗੱਲ ਕਰਾ ਦਿਆਂਗੀ। ਇੰਜ ਕਰੋ ਤੁਸੀਂ ਆਪ ਹੀ ਕਿਸੇ ਬਹਾਨੇ ਜਾ ਕੇ ਉਹਨੂੰ ਕਹਿ ਆਓ ਕਿ ਜੀਤੋ ਤੈਨੂੰ ਯਾਦ ਵੀ ਕਰਦੀ ਹੈ। ਚੰਗਾ, ਮੈਂ ਕਹਿ ਦਿਆਂਗਾ, ਰਹੀਮ ਖਾਨ ਨੇ ਕਿਹਾ। ਉਹ ਖਲੋਤਾ ਥੱਕ ਗਿਆ ਤੇ ਤਾਕੀ ਦੀਆਂ ਸੀਖਾਂ ਫੜ ਕੇ ਝੁਕ ਗਿਆ। ਕੋਠੇ ਦੇ ਦੂਜੇ ਪਾਸਿਓਂ ਪੈਰਾਂ ਦੀ ਆਵਾਜ਼ ਆਈ ਤੇ ਝੱਟ ਹੀ ਜਾਫਰ ਬੇਗ ਸਾਹਮਣੇ ਆ ਗਿਆ। ਰਹੀਮ ਖਾਨ ਨੂੰ ਤਾਕੀ ਅੱਗੇ ਝੁਕਿਆ ਤੇ ਜੀਤੋ ਨੂੰ ਅੰਦਰ ਸਾਹਮਣੇ ਖਲੋਤਾ ਦੇਖ ਕੇ ਉਹਨੂੰ ਗੁੱਸਾ ਚੜ ਗਿਆ। ਅੱਖਾਂ 'ਚ ਲਾਲੀ ਆ ਗਈ ਤੇ ਮੱਥੇ 'ਤੇ 2-3 ਮੋਟੇ-ਮੋਟੇ ਵੱਟ ਪੈ ਗਏ। ਉਹ ਸਿਰ ਹਿਲਾਉਂਦਿਆਂ ਕਿਹਾ, ਇਹ ਗੱਲ ਏ, ਮੇਰੇ ਪਿੱਛੋਂ ਹੋਰ ਕਰਤੂਤਾਂ ਹੋ ਰਹੀਆਂ ਨੇ। ਸਲਾਮ ਮੀਆਂ ਜੀ, ਰਹੀਮ ਖਾਨ ਨੇ ਇੱਕਦਮ ਸਿੱਧੇ ਖੜੇ ਹੁੰਦਿਆਂ ਕਿਹਾ। ਕਦੋਂ ਆਏ ਹੋ? ਜਦੋਂ ਤੂੰ ਦੇਖ ਲਿਆ, ਜਾਫਰ ਬੇਗ ਨੇ ਕੁਰਖਤ ਤਰੀਕੇ ਨਾਲ ਉੱਤਰ ਦਿੱਤਾ। ਰਹੀਮ ਖਾਨ ਡਰ ਗਿਆ। ਉਹਦੇ ਮੱਥੇ 'ਤੇ ਇੱਕਦਮ ਤਰੇਲੀ ਜੀ ਆ ਗਈ ਤੇ ਰੰਗ ਉੱਡ ਗਿਆ, ਪਰ ਛੇਤੀ ਉਸ ਆਪਣੇ ਆਪ ਨੂੰ ਸੰਭਾਲ ਲਿਆ ਤੇ ਕਿਹਾ, ਮੈਂ ਇਹਨੂੰ ਪਿਆ ਸਮਝਾਉਂਦਾ ਸਾਂ ਕਿ ਕਿੰਨੇ ਕੁ ਦਿਨ ਰੋਈ ਜਾਏਂਗੀ, ਹੁਣ ਤੂੰ ਰਹਿਣਾ ਤਾਂ ਇੱਥੇ ਹੀ ਹੈ, ਫਿਰ ਕਿਉਂ ਨਾ ਖੁਸ਼-ਖੁਸ਼ ਰਹਿ ਕੇ ਮੌਜਾਂ ਮਾਣੇ। ਕੀ ਕਰੇਂਗੀ ਉਸ ਕੰਗਾਲ ਦੇ ਘਰ ਜਾ ਕੇ, ਜਿੱਥੇ ਤੈਨੂੰ ਰਜਵੀਂ ਰੋਟੀ ਵੀ ਚੰਗੀ ਨਸੀਬ ਨਹੀਂ ਹੋਣੀ। ਪਰ ਇਸ ਇੱਕੋ ਨਾ ਫੜੀ ਹੋਈ ਹੈ। ਜਾਫਰ ਬੇਗ ਨੇ ਅੱਖ ਪੁੱਟ ਕੇ ਜੀਤੋ ਵੱਲ ਤੱਕਿਆ। ਉਹਦੀਆਂ ਅੱਖਾਂ ਨੀਵੀਆਂ ਸਨ ਤੇ ਚਿਹਰੇ ਦਾ ਰੰਗ ਪੀਲਾ ਜ਼ਰਦ ਹੋਇਆ ਪਿਆ ਸੀ। ਗੱਲਾਂ ਦਾ ਲਾਲ ਗੁਲਾਬੀ ਰੰਗ ਉੱਡ ਗਿਆ ਸੀ, ਪਰ ਉਹਨਾਂ 'ਚ ਡੂੰਘੇ ਟੋਏ ਪਏ ਸਨ। ਸਰੀਰ ਤੋਂ ਪਤਾ ਲੱਗ ਰਿਹਾ ਸੀ ਕਿ ਉਹਦਾ ਦਿਲ ਬੜੀ ਘਬਰਾਹਟ ਨਾਲ ਤੇਜ਼ ਧੱਕ-ਧੱਕ ਕਰ ਰਿਹਾ ਹੈ। ਜਾਫਰ ਬੇਗ ਨੇ ਰਹੀਮ ਖਾਨ ਨੂੰ ਇਸ਼ਾਰਾ ਕੀਤਾ ਤੇ ਉਸ ਕਮਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ। ਜੀਤੋ ਸਖਤ ਘਬਰਾ ਗਈ। ਉਹਨੂੰ ਚੱਕਰ ਆ ਗਿਆ। ਖਲੋਤੀ ਧੜਮ ਕਰਕੇ ਜ਼ਮੀਨ 'ਤੇ ਡਿੱਗ ਪਈ। ਜਾਫਰ ਬੇਗ ਤੇ ਰਹੀਮ ਖਾਨ ਨੇ ਭੱਜ ਕੇ ਉਹਨੂੰ ਥੰਮਿਆ, ਬਾਹਰ ਚੁੱਕ ਕੇ ਲਿਆਂਦਾ, ਮੰਜੇ 'ਤੇ ਪਾਤਾ। ਰਹੀਮ ਭੱਜਾ ਗਿਆ ਤੇ ਪਾਣੀ ਦੀ ਬਾਲਟੀ ਭਰ ਲਿਆ ਤੇ ਜੀਤੋ ਦੇ ਮੂੰਹ 'ਤੇ ਪਾਣੀ ਦੇ ਛੱਟੇ ਮਾਰੇ। ਕੀ ਗੱਲ ਏ, ਬਿਮਾਰ ਰਹੀ ਏ? ਜਾਫਰ ਬੇਗ ਨੇ ਪੁੱਛਿਆ। ਨਹੀਂ ਜੀ, ਬਿਮਾਰ ਤੇ ਖਾਸ ਨਹੀਂ ਰਹੀ, ਸਿਰਫ ਰੋਂਦੀ ਰਹੀ ਹਾਂ। ਸਾਨੂੰ ਤੇ ਕਦੇ ਦੱਸਿਆ ਨਹੀਂ ਸੂ। ਹੋ ਸਕਦਾ ਬਿਮਾਰ ਰਹੀ ਹੋਵਾਂ। ਮੇਰਾ ਖਿਆਲ ਏ ਤੁਹਾਡੇ ਤੋਂ ਘਬਰਾ ਗਈ ਏ। ਕੰਜਰਾ, ਤੇਰੇ ਨਾਲ ਤਾਂ ਮਿੱਠੀਆਂ-ਮਿੱਠੀਆਂ ਗੱਲਾਂ ਕਰ ਰਹੀ ਸੀ ਤੇ ਸਾਨੂੰ ਵੇਖ ਕੇ ਘਬਰਾ ਗਈ ਏ। ਕਿਉਂ, ਅਸੀਂ ਕੋਈ ਰਾਖਸ਼? ਜਾਫਰ ਬੇਗ ਨੇ ਜ਼ਰਾ ਜੋਸ਼ ਨਾਲ ਕਿਹਾ। ਤੁਸੀਂ ਮੇਰੇ 'ਤੇ ਐਵੇਂ ਸ਼ੱਕ ਕਰਨ ਲੱਗ ਪਏ ਹੋ, ਰਹੀਮ ਖਾਨ ਨੇ ਕਿਹਾ। ਮੈਂ ਸੱਚ ਕਹਿਣਾ ਏ, ਸਾਡੇ ਨਾਲ ਕਦੇ ਨਹੀਂ ਸੀ ਬੋਲੀ। ਹੁਣ ਵੀ ਤੁਸੀਂ ਇਹਦੀ ਆਵਾਜ਼ ਨਹੀਂ ਸੁਣੀ ਹੋਣੀ। ਸਿਰਫ ਮੈਂ ਹੀ ਪਿਆ ਸਮਝਾਉਂਦਾ ਸਾਂ ਕਿ ਇੱਥੇ ਸ਼ਾਹੀ ਫੌਜਾਂ ਨੇ ਕੀ ਕਰਨਾ ਭੋਖੜੇ ਦੇ ਮਾਰਿਆਂ ਦੇ ਘਰ, ਤੇ ਤੁਸੀਂ ਇਹਨੂੰ ਅਜੇ ਕੁਝ ਦਿਨ ਇਸ ਤਰ੍ਹਾਂ ਹੀ ਰਹਿਣ ਦਿਓ। ਮੇਰਾ ਖਿਆਲ ਹੈ ਛੇਤੀ ਠੀਕ ਹੋ ਜਾਏਗੀ। ਤੁਹਾਨੂੰ ਪਤਾ ਹੀ ਹੈ, ਡੰਗਰ ਵੀ ਕਿੱਲਿਓਂ ਖੋਲ੍ਹ ਲਿਆਓ ਤੇ ਉਹ ਵੀ ਨਵੀਂ ਥਾਂ ਕੁਰਲੀ 'ਤੇ ਨਹੀਂ ਟਿਕਦਾ। ਇਹ ਤਾਂ ਫਿਰ ਆਦਮ ਜਾਤ ਏ। ਜਾਫਰ ਬੇਗ ਇਸ ਵਿਸ਼ੇ 'ਤੇ ਰਹੀਮ ਨਾਲ ਗੱਲਬਾਤ ਨਹੀਂ ਸੀ ਕਰਨਾ ਚਾਹੁੰਦਾ। ਉਹਦਾ ਵਿਚਾਰ ਸੀ ਕਿ ਜੇ ਨੌਕਰਾਂ ਨਾਲ ਮਾਲਕ ਖੁੱਲ੍ਹ ਜਾਣ ਤਾਂ ਉਹਨਾਂ ਦਾ ਰੋਹਬ ਨਹੀਂ ਰਹਿੰਦਾ। ਇਸੇ ਲਈ ਉਹ ਗੱਲਬਾਤ ਦਾ ਰੁੱਖ ਝੱਟ ਮੋੜਿਆ। ਕੀ ਹਾਲ ਰਿਹਾ ਹੈ ਪਿੱਛੋਂ? ਕਦੇ ਪੱਟੀ ਵੀ ਗਿਆ ਸੀ ਕਿ ਇੱਥੇ ਹੀ ਰਿਹਾ ਏ? ਹੱਦ ਹੋ ਗਈ, ਪੱਟੀ ਕਦੋਂ ਜਾਂਦਾ? ਏਡੀ ਕਰੜੀ ਸੌਂਪਣੀ ਕਰ ਗਏ ਸੋ। ਤੇ ਮੈਂ ਕਿਸੇ ਦਾ ਵਸਾਹ ਨਹੀਂ ਕੀਤਾ। ਸਿਰਫ ਇੱਕ ਵਾਰ ਪਿੰਡ ਗਿਆ ਸਾਂ, ਜਦੋਂ ਕਾਦਰ ਬਖਸ਼ ਦੇ ਆਉਣ ਦਾ ਪਤਾ ਲੱਗਾ। ਕਾਦਰ ਬਖਸ਼ ਆ ਗਿਆ? ਜਾਫਰ ਬੇਗ ਉਹਦੀ ਆਸ ਲਾ ਬੈਠਾ ਸੀ ਤੇ ਉਹਨੂੰ ਖਿਆਲ ਹੀ ਨਹੀਂ ਸੀ ਕਿ ਉਹ ਘਰ ਆ ਗਿਆ ਹੋਏਗਾ। ਉਸ ਕਿਹਾ, ਤੇ ਮੈਨੂੰ ਪਤਾ ਕਿਉਂ ਨਹੀਂ ਦਿੱਤਾ? ਕਦੋਂ ਆਇਆ? ਮੈਨੂੰ ਤਾਂ ਪਤਾ ਨਹੀਂ, ਤੁਹਾਨੂੰ ਖਬਰ ਕਿਉਂ ਨਹੀਂ ਦਿੱਤੀ? ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਤੁਸੀਂ ਕਿੱਥੇ ਸੋ। ਤੇ ਜਾਣਾ ਕਿੱਥੇ ਸੀ? ਤਰਨ ਤਾਰਨ ਲਾਗੇ ਦੇ ਜੰਗਲ ਢੂੰਡ ਮਾਰੇ ਨੇ। ਜਿੱਥੇ ਵੀ ਗਿਆ ਉੱਥੇ ਹੀ ਪਤਾ ਲੱਗਦਾ ਕਿ ਸਿੱਖਾਂ ਦਾ ਟੋਲਾ ਇੱਧਰੋਂ ਲੰਘ ਗਿਆ। ਸਿੱਖਾਂ ਉਹਨੂੰ ਆਪੇ ਛੱਡ ਦਿੱਤਾ ਹੈ, ਰਹੀਮ ਖਾਨ ਨੇ ਕਿਹਾ। ਤੁਹਾਨੂੰ ਹੋਰ ਗੱਲ ਦੱਸਾਂ, ਮੈਨੂੰ ਕਿਧਰੋਂ ਭਿਣਕ ਪਈ ਜੇ ਕਿ ਜੀਤੋ ਦਾ ਖਸਮ ਵੀ ਸਿੱਖ ਬਣ ਗਿਆ। ਉਹ ਵੀ ਸਿੱਖ ਹੋ ਗਿਆ? ਜਾਫਰ ਬੇਗ ਨੇ ਹੈਰਾਨ ਹੋ ਕੇ ਪੁੱਛਿਆ। ਜੀ ਹਾਂ, ਤੇ ਲੋਕਾਂ ਨੂੰ ਕੀ ਹੁੰਦਾ ਜਾਂਦਾ ਹੈ? ਜਿੱਧਰ ਜਾਓ ਇਹੀ ਸੁਣੀਂਦਾ ਹੈ ਕਿ ਲੋਕ ਸਿੱਖ ਹੁੰਦੇ ਜਾਂਦੇ ਨੇ। ਆਖਿਰ ਲੋਕਾਂ ਨੂੰ ਸਿੱਖ ਬਣਨ 'ਚੋਂ ਲੱਭਦਾ ਕੀ ਹੈ?
ਅਸੀਂ ਇਹਨਾਂ ਨੂੰ ਪਿੰਡ 'ਚ ਟਿਕਣ ਨਹੀਂ ਦਿੰਦੇ, ਜਿੱਥੇ ਲੱਭਣ ਮਾਰਨ ਨੂੰ ਤਿਆਰ ਹੋ ਜਾਂਦੇ ਹਾਂ, ਪਰ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ। ਇਹਨਾਂ ਨੂੰ ਕਿਸੇ ਗੱਲ ਦੀ ਪਰਵਾਹ ਹੀ ਨਹੀਂ। ਤੈਨੂੰ ਪਤਾ ਲੱਗਿਆ ਕਿ ਇਹਨਾਂ ਸਿੱਖਾਂ ਅੱਜ ਕੱਲ੍ਹ ਕੀ ਚਾਲੇ ਫੜੇ ਨੇ? ਕੀ? ਰਹੀਮ ਖਾਨ ਨੇ ਪੁੱਛਿਆ। ਆਖਦੇ ਨੇ ਸਰਕਾਰੀ ਖਜ਼ਾਨੇ 'ਚ ਦਮੜੀ ਨਹੀਂ ਆਉਣ ਦੇਣੀ, ਬਾਹਰੋਂ ਆਈ ਰਕਮ ਲੁੱਟ ਲਿਆ ਕਰਾਂਗੇ। ਹੇਖਾਂ ਲੁੱਟ ਪਾ ਗਈ। ਵੇਖੇ ਹੋਏ ਨੇ ਵੱਡੇ ਸੂਰਮੇ, ਏਡੇ ਬਹਾਦਰ ਹੁੰਦੇ ਤਾਂ ਫਿਰ ਜੰਗਲਾਂ ਵਿੱਚ ਹੀ ਗਿੱਦੜਾਂ ਵਾਂਗ ਲੁਕਦੇ ਫਿਰਦੇ। ਰਹੀਮ ਖਾਨ ਨੇ ਕਿਹਾ, ਤੂੰ ਭੁੱਲਦਾ ਹੈ ਇਹ ਬੜੇ ਡਾਢੇ ਹੋ ਗਏ ਨੇ। ਪਿਛਲੇ ਦਿਨੀ ਮੁਲਤਾਨ ਤੋਂ ਬੜੀ ਵੱਡੀ ਰਕਮ ਆ ਰਹੀ ਸੀ, ਉਹਦੇ ਨਾਲ 200 ਸਿਪਾਹੀ ਸੀ, ਪਰ ਸਿੱਖਾਂ ਝੱਟ ਨਹੀਂ ਲੱਗਣ ਦਿੱਤਾ, ਸਾਰਾ ਮਾਲ ਲੁੱਟ ਕੇ ਲੈ ਗਏ। ਅਜੇ ਕੱਲ੍ਹ ਦੀ ਗੱਲ ਹੈ। ਕਸੂਰ ਤੋਂ ਲੱਖ ਰੁਪਇਆ ਆ ਰਿਹਾ ਸੀ ਕਿ ਇਹਨਾਂ ਰਾਹ 'ਚ ਹੀ ਲੁੱਟ ਲਿਆ। ਤੇਰੇ ਭਾਣੇ ਗੱਲ ਹੀ ਕੋਈ ਨਹੀਂ। ਉਧਰ ਲਾਹੌਰ 'ਚ ਤਰਥੱਲੀ ਮੱਚੀ ਹੋਈ ਹੈ। ਸਿੱਖਾਂ ਸ਼ਾਹ ਰੱਗ ਤੋਂ ਆ ਫੜਿਆ ਹੀ। ਜੇ ਖਜ਼ਾਨੇ 'ਚ ਰੁਪਏ ਨਾ ਹੋਣ ਤਾਂ ਸਾਡਾ ਸਰਕਾਰੀ ਕੰਮ ਠੱਪ ਹੋ ਜਾਏਗਾ। ਸ਼ਾਹੀ ਫੌਜਾਂ ਲਾਹੌਰ ਕੀ ਕਰਦੀਆਂ ਨੇ? ਕਿਉਂ ਨਹੀਂ ਮਾਰ ਮੁਕਾਉਂਦੀਆਂ ਇਹਨਾਂ ਨੂੰ? ਇਹ ਕੌੜੀ ਵੇਲ ਵਾਂਗ ਵਧੀ ਜਾਂਦੇ ਨੇ, ਜਾਫਰ ਬੇਗ ਨੇ ਕਿਹਾ। ਅਸੀਂ ਕਿੰਨੇ ਹੀ ਮਾਰ ਮੁਕਾਏ ਨੇ, ਪਰ ਫਿਰ ਦਿਨਾਂ 'ਚ ਇੱਜੜਾਂ ਵਾਂਗ ਇਕੱਠੇ ਹੋ ਜਾਂਦੇ ਨੇ। ਚਲੋ ਖਾਣ ਖਸਮਾਂ ਨੂੰ, ਸਾਨੂੰ ਕੀ, ਰਹੀਮ ਖਾਨ ਨੇ ਕਿਹਾ ਤੇ ਗੱਲਬਾਤ ਦਾ ਸਿਲਸਿਲਾ ਮੋੜਨਾ ਚਾਹਿਆ। ਪਰ ਜਾਫਰ ਬੇਗ ਨੇ ਕਿਹਾ, ਸਾਡੇ ਲਈ ਵੀ ਖਤਰਨਾਕ ਹਨ। ਅਸੀਂ ਮਾਰਿਆ ਸੀ ਤਾਰਾ ਸਿਓ ਵਾਂ ਪਿੰਡ ਵਾਲਾ, ਤੇ ਸਿੱਖ ਕਹਿੰਦੇ ਫਿਰਦੇ ਨੇ ਕਿ ਅਸਾਂ ਬਦਲਾ ਲੈਣਾ। ਤੇ ਮੇਰਾ ਖਿਆਲ ਹੈ ਜੀਤੋ ਦਾ ਖਸਮ ਵੀ ਵਾਂ ਪਿੰਡ ਦਾ ਰਹਿਣ ਵਾਲਾ ਸੀ ਜੋ ਸਿੱਖ ਹੋ ਗਿਆ ਹੈ, ਰਹੀਮ ਖਾਨ ਨੇ ਕਿਹਾ। ਤਾਂ ਉਹ ਜ਼ਰੂਰ ਆਏਗਾ, ਜਾਫਰ ਬੇਗ ਨੇ ਕਿਹਾ। ਸਾਨੂੰ ਹੋਰ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ, ਇਸ ਕੁੜੀ ਨੂੰ ਇੱਥੇ ਰੱਖਣਾ ਠੀਕ ਨਹੀਂ। ਘੋੜੇ ਦੇ ਦੌੜੇ ਆਉਣ ਦੀ ਆਵਾਜ਼ ਸੁਣ ਕੇ ਦੋਵੇਂ ਉੱਠ ਖਲੋਤੇ। ਜਦ ਕੋਠੇ ਦੇ ਪਿਛਲੇ ਪਾਸਿਓਂ ਤੱਕਿਆ ਤਾਂ ਕਾਦਰ ਬਖਸ਼ ਘੋੜਾ ਭਜਾਈ ਆਉਂਦਾ ਦਿਸਿਆ। ਕਾਦਰ ਬਖਸ਼ ਬਹੁਤ ਘਬਰਾਇਆ ਹੋਇਆ ਸੀ। ਸਾਹਮਣੇ ਜਾਫਰ ਬੇਗ ਨੂੰ ਵੇਖ ਕੇ ਉਹਨੂੰ ਕੁਝ ਫਰਕ ਪਿਆ। ਆ ਗਏ ਹੋ? ਉਸ ਆਉਂਦਿਆਂ ਕਿਹਾ ਤੇ ਜਾਫਰ ਬੇਗ ਨੂੰ ਗਲਵੱਕੜੀ ਪਾ ਲਈ। ਦੋਵੇਂ ਘੁੱਟ ਕੇ ਮਿਲੇ। ਜਾਫਰ ਬੇਗ ਨੇ ਗਲਵੱਕੜੀ ਖੋਲ੍ਹਦਿਆਂ ਪੁੱਛਿਆ, ਤੇਰੇ ਨਾਲ ਕਿਵੇਂ ਬੀਤੀ? ਮੈਂ ਤੈਨੂੰ ਲੱਭਣ ਗਿਆ ਸੀ ਤੇ ਮੈਨੂੰ ਖਬਰ ਤਾਂ ਭੇਜ ਦੇਣੀ ਸੀ। ਗਿਆ ਨਹੀਂ ਆਦਮੀ? ਨਹੀਂ, ਅਸੀਂ ਭੇਜਿਆ ਸੀ। ਉਹ ਹੋਰ ਕਿਧਰੇ ਲੋੜਦਾ ਰਿਹਾ ਹੋਣਾ, ਜਾਫਰ ਬੇਗ ਨੇ ਕਿਹਾ। ਤੇ ਤੂੰ ਘਬਰਾਇਆ ਹੋਇਆ ਕਿਉਂ ਹੈ? ਕੁਛ ਨਹੀਂ, ਕਾਦਰ ਬਖਸ਼ ਨੇ ਆਪਣੀ ਘਬਰਾਹਟ ਛੁਪਾਉਣ ਦਾ ਯਤਨ ਕਰਦਿਆਂ ਕਿਹਾ। ਨਾਲ ਹੀ ਉਹ ਸੋਚਾਂ 'ਚ ਪੈ ਗਿਆ ਕਿ ਚਾਚਾ ਜੀ ਨੂੰ ਅਸਲ ਗੱਲ ਦੱਸ ਦਿੱਤੀ ਜਾਏ। ਇਹਨਾਂ ਨੂੰ ਪਤਾ ਲੱਗ ਹੀ ਜਾਣਾ ਹੈ ਕਿ ਫਿਰ ਗੁੱਸੇ ਹੋਣਗੇ ਕਿ ਦੱਸਿਆ ਕਿਉਂ ਨਹੀਂ। 2 ਮਿੰਟ ਵਿੱਚ ਉਹ ਆਪੇ ਬੋਲਿਆ, ਇਧਰ ਫਾਤਮਾ ਨਹੀਂ ਆਈ? ਨਹੀਂ, ਰਹੀਮ ਖਾਨ ਬੋਲਿਆ। ਕਿਉਂ, ਫਾਤਮਾ ਘਰ ਨਹੀਂ? ਜਾਫਰ ਬੇਗ ਨੇ ਹੈਰਾਨ ਹੋ ਕੇ ਪੁੱਛਿਆ। ਨਹੀਂ, ਕਾਦਰ ਬਖਸ਼ ਨੇ ਦੱਸਿਆ। ਤਾਂ ਕਿਧਰੇ ਕਿਸੇ ਸਹੇਲੀ ਦੇ ਘਰ ਗਈ ਹੋਣੀ ਹੈ, ਜਾਫਰ ਬੇਗ ਨੇ ਕਿਹਾ। ਨਹੀਂ, ਉਹ ਸਵੇਰ ਦੀ ਘਰ ਨਹੀਂ। ਰਾਤੀ ਰੋਟੀ ਖਾਣ ਪਿੱਛੋਂ ਮੈਂ ਚੰਗਾ ਭਲਾ ਉਸ ਨਾਲ ਗੱਲਾਂ ਕਰਦਾ ਛੱਡ ਕੇ ਗਿਆ ਸੀ। ਸਵੇਰੇ ਜਦ ਵੇਖਿਆ ਤਾਂ ਉਹ ਕਮਰੇ 'ਚ ਨਹੀਂ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਮਰੇ ਨੂੰ ਬਾਹਰੋਂ ਕੁੰਡਾ ਲੱਗਿਆ ਹੋਇਆ ਤੇ ਮੈਂ ਕੁਝ ਚਿਰ ਉਡੀਕਿਆ, ਫਿਰ ਉਹ ਨਾ ਮੁੜੀ। ਤਾਂ ਫਿਰ ਉਹਦੀਆਂ ਸਾਰੀਆਂ ਸਹੇਲੀਆਂ ਦੇ ਘਰੋਂ ਵੀ ਪਤਾ ਕੀਤਾ, ਉਹ ਕਿਧਰੇ ਨਹੀਂ ਮਿਲੀ। ਹੁਣ ਮੈਂ ਇੱਕ ਸਹੇਲੀ ਦੇ ਘਰ ਹੋ ਆਇਆ ਤੇ ਮੈਨੂੰ ਲੱਗਾ ਸ਼ਾਇਦ ਇਹ ਖੂਹ ਤੇ ਆਈ ਹੋਵੇ। ਹੱਦ ਹੋ ਗਈ, ਫਾਤਮਾ ਕਿੱਧਰ ਚਲੀ ਗਈ? ਜਾਫਰ ਬੇਗ ਘਬਰਾ ਗਿਆ ਤੇ ਉੱਠ ਖਲੋਤਾ। ਕਾਦਰ ਬਖਸ਼ ਦੀ ਨਜ਼ਰ ਰੁੱਖ ਦੇ ਦੂਜੇ ਪਾਸੇ ਮੰਜੇ ਤੇ ਪਈ ਜਿਸ ਤੇ ਜੀਤੋ ਪਈ ਸੀ। ਇਹ ਕੌਣ ਹੈ? ਉਸ ਪੁੱਛਿਆ। ਫਾਤਮਾ ਹੀ ਤਾਂ ਹੈ। ਉਹ ਦੌੜ ਕੇ ਉੱਥੇ ਗਿਆ, ਪਰ ਅੱਗੇ ਹੋਰ ਕੁੜੀ ਵੇਖ ਕੇ ਹੈਰਾਨ ਹੋ ਗਿਆ। ਉਸ ਫਿਰ ਪੁੱਛਿਆ, ਇਹ ਕੌਣ ਹੈ? ਛੱਡ ਤੂੰ ਇਹਨੂੰ, ਪਹਿਲਾਂ ਇਹ ਦੱਸ ਵੀ ਹੁਣ ਕਰੀਏ ਕੀ? ਜਾਫਰ ਬੇਗ ਨੇ ਗੱਲ ਟਾਲਣ ਲਈ ਫਾਤਮਾ ਦੀ ਚਿੰਤਾ ਨਾਲ ਕਿਹਾ, ਪਤਾ ਤਾਂ ਲੱਗੇ ਕਿ ਕੌਣ ਹੈ। ਕਾਦਰ ਬਖਸ਼ ਨੂੰ ਚੇਤਾ ਆ ਗਿਆ ਕਿ ਜੀਤੋ ਨੂੰ ਚਾਚਾ ਜੀ ਲੈ ਕੇ ਆਏ ਸਨ ਤੇ ਉਹਦਾ ਪਿੰਡ ਨਹੀਂ ਸੀ ਪਹੁੰਚਾਇਆ। ਇਹ ਜੀਤੋ ਇਹ? ਉਸ ਫਿਰ ਪੁੱਛਿਆ, ਇਹ ਜੀਤੋ ਹੀ ਹੈ? ਪਰ ਇਹ ਬੇਹੋਸ਼ ਕਿਉਂ ਪਈ ਹੈ? ਬੇਹੋਸ਼ ਨਹੀਂ, ਸੁੱਤੀ ਪਈ ਹੈ। ਜਾਫਰ ਬੇਗ ਨੇ ਉਹਦੀ ਗੱਲ ਵੱਲ ਧਿਆਨ ਦਿੱਤਾ ਤੇ ਕਿਹਾ, ਬੰਦੇ ਸੱਦੋ ਤੇ ਇੱਧਰ ਉੱਧਰ ਭੇਜੋ ਤਾਂ ਕਿ ਪਤਾ ਲੱਗੇ। ਰਹੀਮ ਖਾਨ ਨੇ ਤਾਂ ਗੜੇਮਾਰ ਹੋ ਗਈ। ਉਹਨੂੰ ਪਤਾ ਸੀ ਫਾਤਮਾ ਰਾਤ ਖੂਹ ਤੇ ਆਈ ਸੀ, ਪਰ ਉਹ ਹੈਰਾਨ ਸੀ ਕਿ ਘਰ ਕਿਉਂ ਨਹੀਂ ਪਹੁੰਚੀ। ਕਾਦਰ ਬਖਸ਼ ਨੇ ਕਿਹਾ, ਖੋਜੀਆਂ ਨੂੰ ਸੱਦੋ, ਉਹ ਪੈਰਾਂ ਦੇ ਚਿੰਨ੍ਹਾਂ ਤੋਂ ਕੁਝ ਪਤਾ ਕੱਢ ਲੈਣਗੇ। ਇਹ ਠੀਕ ਹੈ, ਜਾਫਰ ਬੇਗ ਨੇ ਕਿਹਾ ਤੇ ਝੱਟ ਘੋੜੇ ਤੇ ਸਵਾਰ ਹੋ ਗਿਆ। ਕਾਦਰ ਬਖਸ਼ ਵੀ ਘੋੜੇ ਤੇ ਚੜ੍ਹ ਗਿਆ।
ਜਾਫਰ ਬੇਗ ਨੇ ਰਹੀਮ ਖਾਨ ਨੂੰ ਕਿਹਾ, ਤੂੰ ਇੱਥੇ ਰਹੀ ਤੇ ਮੈਂ ਫਿਰ ਪਤਾ ਦਿਆਂਗਾ। ਅੱਛਾ, ਰਹੀਮ ਖਾਨ ਨੇ ਕਿਹਾ, ਪਰ ਉਹਦਾ ਜੀ ਘਬਰਾਉਣ ਲੱਗਾ। ਹੁਣੇ ਉਹ ਇੱਥੋਂ ਨੱਸ ਜਾਵੇ ਤੇ ਜਦੋਂ ਤੱਕ ਫਾਤਮਾ ਨਾ ਆਵੇ ਇੱਥੋਂ ਉਦੋਂ ਤੱਕ ਵਾਪਸ ਨਾ ਜਾਏ। ਜੇ ਫਾਤਮਾ ਨੂੰ ਕੁਝ ਹੋ ਗਿਆ ਹੋਇਆ ਤਾਂ ਮੇਰਾ ਜਿਉਣਾ ਹੀ ਦੁੱਭਰ। ਜਾਫਰ ਬੇਗ ਹੋਰੀ ਘੋੜੇ ਭਜਾਉਂਦੇ ਦੂਰ ਪਿੰਡੋਂ ਪਿੰਡ ਦੂਰ ਨਿਕਲ ਗਏ। ਰਹੀਮ ਉੱਥੇ ਹੀ ਸਿਰ ਫੜ ਕੇ ਬਹਿ ਗਿਆ।